ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਕੀ ਹਾਲ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਪੂਜਾ ਵਰਮਾ ਤੇ ਅੱਜ ਦਾ ਜਿਹੜਾ ਡਿਬੇਟ ਦਾ ਟੌਪਿਕ ਦਰਅਸਲ ਇਹ ਹੈ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀ। ਹਾਲਾਂਕਿ ਇਸ ਸੈਸ਼ਨ ਨੂੰ ਬੁਲਾਉਣ ਵੇਲੇ ਕਾਫੀ ਜ਼ਿਆਦਾ ਜਿਹੜੇ ਡਰਾਮੈਟਿਕ ਚੀਜ਼ਾਂ ਹੋਈਆਂ, ਜਿੱਥੇ ਕਿ ਪਹਿਲਾਂ ਰਾਜਪਾਲ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਸੈਸ਼ਨ ਹੈ ਉਸ ਵਿੱਚ ਸਿਰਫ ਵਿਸ਼ਵਾਸ ਮਤਾ ਹੀ ਪਾਸ ਨਹੀਂ ਹੋਵੇਗਾ, ਯਾਨੀ ਕਿ ਪੂਰੀ ਜਾਂਚ, ਪੂਰੀ ਜਿਹੜੀ ਰਿਪੋਰਟ ਮੰਗੀ ਗਈ ਕਿ ਆਖਿਰ ਸੈਸ਼ਨ ਦੇ ਵਿੱਚ ਕੀ ਕੁਝ ਹੋਣ ਵਾਲਾ ਹੈ। ਜਿਸ ਤੋਂ ਬਾਅਦ ਲੈਟਰ ਜਾਂਦਾ ਹੈ ਕਿ ਅਸੀਂ ਬਿਜਲੀ, ਜਿਹੜਾ ਪਰਾਲੀ ਦਾ ਮੁੱਦਾ ਹੈ ਅਤੇ GST ਦਾ ਮੁੱਦਾ ਹੈ, ਇਹ ਮੁੱਦੇ ਡਿਸਕਸ ਕਰਨੇ ਤੇ ਸੈਸ਼ਨ ਬੁਲਾਇਆ ਜਾਵੇ। ਤੇ ਜਿਸ ਤੋਂ ਬਾਅਦ ਰਾਜਪਾਲ ਨੇ ਮਨਜ਼ੂਰੀ ਦਿੱਤੀ ਤੇ ਮਨਜ਼ੂਰੀ ਤੋਂ ਬਾਅਦ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਸ਼ਵਾਸ ਮਤਾ ਜਿਹੜਾ ਹੈ ਉਹ ਪੇਸ਼ ਕੀਤਾ ਗਿਆ। ਹਾਲਾਂਕਿ ਇਸ ਤੇ ਚਰਚਾ ਹੋਣੀ ਬਾਕੀ ਹੈ, ਲੇਕਿਨ ਕਾਫੀ ਹੰਗਾਮੇਦਾਰ ਅਤੇ ਪਹਿਲੀ ਵਾਰ ਜਿਹੜਾ ਹੈ ਵਿਧਾਨ ਸਭਾ ਇੱਕ ਨਹੀਂ ਬਲਕਿ 3 ਵਿਧਾਨ ਸਭਾ ਲੱਗੀਆਂ। ਇੱਕ ਤਾਂ ਜਿਹੜੀ ਪੰਜਾਬ ਵਿਧਾਨ ਸਭਾ ਦੇ ਵਿੱਚ ਚੱਲ ਰਹੀ ਸੀ, ਜਿਹੜੀ ਕਿ ਸਰਕਾਰ ਤੇ ਜਿੱਥੇ ਵਿਰੋਧੀ ਧਿਰ ਵੀ ਸੀਗਾ ਕਾਂਗਰਸ, ਦੂਜੇ ਪਾਸੇ ਬਾਹਰ ਆ ਕੇ ਜਦ ਬॉयकॉट ਕੀਤਾ ਗਿਆ, ਕਾਂਗਰਸ ਨੇ ਬॉयकॉट ਕੀਤਾ ਇਸ ਆਪਰੇਸ਼ਨ ਲੋਟਸ ਨੂੰ ਲੈ ਕੇ, ਵਿਸ਼ਵਾਸ ਮਤੇ ਨੂੰ ਲੈ ਕੇ, ਕਿ ਰਾਜਪਾਲ ਦੇ ਕਹਿਣ ਦੇ ਬਾਵਜੂਦ ਜਿਹੜਾ ਹੈ ਵਿਸ਼ਵਾਸ ਮਤਾ ਜਿਹੜਾ ਹੈ ਪਾਸ ਕੀਤਾ ਗਿਆ ਤੇ ਸਿੰਬੋਲਿਕ ਤੌਰ ਤੇ ਮੌਕ ਸੈਸ਼ਨ ਜਿਹੜਾ ਹੈ ਵਿਧਾਨ ਸਭਾ ਦੇ ਬਾਹਰ ਲਗਾਇਆ ਗਿਆ। ਦੂਜੇ ਪਾਸੇ ਪੰਜਾਬ ਭਾਜਪਾ ਵੱਲੋਂ ਜਨਤਾ ਦੀ ਵਿਧਾਨ ਸਭਾ ਲਗਾਈ ਗਈ ਹੈ। ਇਹ ਜਿਹੜੀ ਵਿਧਾਨ ਸਭਾ ਹੈ ਉਹ ਲਗਾਈ ਗਈ ਸੈਕਟਰ 37 ਦੇ ਵਿੱਚ, ਯਾਨੀ ਕਿ ਭਾਜਪਾ ਦਾ ਜਿਹੜਾ ਦਫ਼ਤਰ ਹੈ ਉਹਦੇ ਬਾਹਰ। ਉੱਥੇ ਵੀ ਜਿਹੜਾ ਹੈ ਪੂਰਾ ਸੈਟਅਪ ਜਿਹੜਾ ਹੈ ਵਿਧਾਨ ਸਭਾ ਜਿਵੇਂ ਸੈਸ਼ਨ ਲੱਗਦਾ ਉਸ ਤਰੀਕੇ ਦੇ ਨਾਲ ਕੀਤਾ ਗਿਆ ਸੀ। ਤੇ ਉੱਥੇ ਜਿਹੜੇ ਭਾਜਪਾ ਆਗੂ ਸੀਗੇ ਉਹਨਾਂ ਦਾ ਇਹ ਕਹਿਣਾ ਸੀ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਸਿਰਫ ਆਪਣੀ ਵਢਾਈ ਕਰਨ ਵਾਸਤੇ ਹੀ ਜਿਹੜਾ ਉੱਥੇ ਸੈਸ਼ਨ ਲਗਾ ਰਹੀ ਹੈ, ਲੇਕਿਨ ਅਸਲ ਮੁੱਦੇ ਤੋਂ ਜਿਹੜੀ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਨਤਾ ਦੀ ਆਵਾਜ਼, ਜਨਤਾ ਦੇ ਮੁੱਦੇ ਅਸੀਂ ਚੁੱਕਣ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ। ਤੇ ਉਸ ਸੈਸ਼ਨ ਦੇ ਵਿੱਚ ਵੀ ਕਾਫੀ ਮਤੇ ਪਾਸ ਕੀਤੇ ਗਏ, ਖਾਸ ਕਰ ਜਿਹੜੀ ਨਖੇਦੀ ਕੀਤੀ ਗਈ, ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ ਕਿ ਭਗਤ ਸਿੰਘ, ਸ਼ਹੀਦ ਆਜ਼ਮ ਭਗਤ ਸਿੰਘ ਦੇ ਲਈ ਆਵਾਜ਼ ਜਿਹੜੀ ਜਿਸ ਤਰੀਕੇ ਦੇ ਨਾਲ ਚੁੱਕਣੀ ਚਾਹੀਦੀ ਸੀ, ਸਿਮਰਨਜੀਤ ਸਿੰਘ ਮਾਨ ਨੇ ਜਦ ਭਗਤ ਸਿੰਘ ਨੂੰ ਸ਼ਹੀਦ ਮੰਨਣ ਤੋਂ ਇਨਕਾਰ ਕਰਕੇ ਅੱਤਵਾਦੀ ਕਿਹਾ ਸੀ ਤੇ ਉਹ ਆਵਾਜ਼ ਕਿਉਂ ਨਹੀਂ ਚੁੱਕੀ ਗਈ, ਇਸ ਨੂੰ ਲੈ ਕੇ ਵੀ ਜਿਹੜਾ ਹੈ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ। ਦੂਜੇ ਪਾਸੇ ਇਹ ਵੀ ਕਿਹਾ ਗਿਆ ਕਿ ਇਹ ਪੂਰੀ ਕੋਸ਼ਿਸ਼ਾਂ ਇਹ ਹੈ ਕਿ ਇਹ ਦਿਖਾਉਣ ਦੀ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਉਹਨਾਂ ਦੇ ਕੋਲ ਕਿੰਨੀ ਕੀ ਪਾਵਰ ਹੈ, ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੋਟੈਸਟ ਕੀਤਾ ਗਿਆ। ਹਾਲਾਂਕਿ ਉਹਨਾਂ ਦਾ ਸਿੱਧੇ ਤੌਰ ਤੇ ਇਹ ਕਹਿਣਾ ਸੀ ਕਿ ਇਸ ਵਿਧਾਨ ਸਭਾ ਸੈਸ਼ਨ ਦਾ ਮਤਲਬ ਸਿਰਫ ਇੱਕ ਹੈ ਕਿ ਇਹ ਦਿਖਾਣਾ ਕਿ ਅਰਵਿੰਦ ਕੇਜਰੀਵਾਲ PM ਅਹੁਦੇ ਦੇ ਲਈ ਇੱਕ ਬੈਟਰ ਕੈਂਡੀਡੇਟ ਨੇ, ਬਿਹਤਰ ਕੈਂਡੀਡੇਟ ਵੀ ਬਣ ਸਕਦੇ ਨੇ। ਤੇ ਕਾਫੀ ਹੰਗਾਮੇਦਾਰ ਜਿਹੜਾ ਹੈ ਅੱਜ ਦਾ ਸੈਸ਼ਨ ਰਿਹਾ। ਹਾਲਾਂਕਿ ਹੁਣ ਸੈਸ਼ਨ ਜਿਹੜਾ ਹੈ 3 ਅਕਤੂਬਰ ਤੱਕ ਦੇ ਲਈ ਜਿਹੜਾ ਹੈ ਮੁਲਤਵੀ ਕਰ ਦਿੱਤਾ ਗਿਆ ਹੈ। ਪਹਿਲਾਂ ਸਿਰਫ ਇੱਕ ਦਿਨ ਦਾ ਸੈਸ਼ਨ ਸੀਗਾ ਤੇ ਇਸ ਹੰਗਾਮੇ ਭਰ ਸੈਸ਼ਨ ਦੇ ਵਿੱਚ ਮੁੱਖ ਮੰਤਰੀ CM ਮਾਨ ਨੇ ਜਿੱਥੇ ਕਾਂਗਰਸ ਉੱਤੇ ਸਵਾਲ ਚੁੱਕੇ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਪੁੱਛਿਆ ਤੇ ਇਹ ਵੀ ਕਿਹਾ ਕਿ ਉਹਨਾਂ ਨੂੰ ਆਪਣੇ ਸਿਪਾਹੀਆਂ ਉੱਤੇ ਵਿਸ਼ਵਾਸ ਹੈ। ਉਹਨਾਂ ਨੇ ਕਿਹਾ ਕਿ ਵਿਰੋਧੀ ਕੰਮ ਕਰਨ ਨਹੀਂ ਦਿੰਦੇ, ਜੇਕਰ ਵਿਰੋਧੀ ਧਿਰਾਂ ਜਿਹੜੀ ਹੈ ਕਿਸੇ ਚੰਗੇ ਕੰਮ ਦੀ ਤਾਰੀਫਾਂ ਕਰਦੀ ਹੈ ਤੇ ਉਹਨਾਂ ਦੇ ਜਿਹੜੇ ਆਕਾ ਦਿੱਲੀ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਤਾਰੀਫਾਂ ਕਰਨ ਨਹੀਂ ਦਿੰਦੇ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ, ਆਮ ਆਦਮੀ ਦੀ ਜਿਹੜੀ ਸਰਕਾਰ ਹੈ ਜਨਤਾ ਦੇ ਮੁੱਦੇ ਚੁੱਕ ਰਹੀ ਹੈ, ਬਦਲਾਵ ਆ ਗਿਆ ਹੈ, ਲੇਕਿਨ ਵਿਰੋਧੀ ਧਿਰ ਇਸ ਨੂੰ ਐਕਸੈਪਟ ਨਹੀਂ ਕਰਦੇ। ਤੇ ਅੱਜ ਦਾ ਜਿਹੜਾ ਮੁੱਦਾ ਇਹੀ ਹੈ ਕਿ 3 ਵਿਧਾਨ ਸਭਾ ਤਾਂ ਲੱਗੀਆਂ, ਲੇਕਿਨ ਅਸਲ ਦੇ ਵਿੱਚ ਜਨਤਾ ਦੇ ਮੁੱਦੇ, ਜਨਤਾ ਦੀ ਜਿਹੜੀ ਪਰੇਸ਼ਾਨੀਆਂ ਨੇ ਉਹਨਾਂ ਬਾਰੇ ਕਿਸਨੇ ਗੱਲ ਕੀਤੀ? ਸਿਰਫ ਸਿਆਸਤ ਹੋਈ ਜਾਂ ਫਿਰ ਜਿਹੜਾ ਇੱਕ ਰਾਜਪਾਲ ਵੱਲੋਂ ਪਹਿਲੀ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਉਸ ਬਾਰੇ ਜਿਹੜਾ CM ਮਾਨ ਨੇ, ਹਾਲਾਂਕਿ ਇਸ ਉੱਤੇ ਪੂਰਾ ਇਹ ਜ਼ਰੂਰੀ ਕਿਹਾ ਕਿ ਜਦ ਕੋਈ ਵੀ ਪ੍ਰਸਤਾਵ ਲਾਣਾ ਹੋ ਤਾਂ ਇਸ ਦੇ ਲਈ ਸਪੀਕਰ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ। ਤੇ ਜਿਹੜੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ, ਉਹਨਾਂ ਨੇ ਇਸ ਚੀਜ਼ ਨੂੰ ਮਨਜ਼ੂਰੀ ਦਿੱਤੀ ਹੈ ਤੇ ਇਸ ਵਿੱਚ ਕਿਸੇ ਤਰੀਕੇ ਦੇ ਨਾਲ ਅਸੀਂ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਹੈ। ਤੇ ਸ਼ੁਰੂ ਕਰਦੇ ਹਾਂ ਡਿਬੇਟ। ਤੇ ਸਾਡੇ ਨਾਲ ਜੁੜੇ ਹੈ ਅਕਾਲੀ ਦਲ ਤੋਂ ਜੁੜੇ ਨੇ ਐਡਵੋਕੇਟ ਪਰਮਵੀਰ ਸਿੰਘ ਸਰ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਇਸ ਤੋਂ ਇਲਾਵਾ ਕੁਲਜੀਤ ਸਿੰਘ ਕਾਂਗਰਸ ਤੋਂ ਨੇ ਤੇ BJP ਤੋਂ ਚੇਤਨ ਜੋਸ਼ੀ ਜੀ ਜੁੜ ਗਏ ਨੇ। ਸਭ ਤੋਂ ਪਹਿਲਾਂ ਪਰਮਵੀਰ ਜੀ ਤੁਹਾਡੇ ਨਾਲ ਮੇਰਾ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਵਿਸ਼ਵਾਸ ਮਤਾ ਲਾਉਣ ਦੀ ਗੱਲ ਕੀਤੀ ਗਈ ਸੀ ਪਰ ਬਾਅਦ ਵਿੱਚ ਰਾਜਪਾਲ ਨੇ ਮਨਾ ਕਰ ਦਿੱਤਾ ਸੀ, ਲੇਕਿਨ ਅੱਜ ਬਿਨਾਂ ਦੱਸੇ ਜਿਸ ਤਰੀਕੇ ਦੇ ਨਾਲ ਇਹ ਪੂਰਾ ਵਿਧਾਨ ਸਭਾ ਸੈਸ਼ਨ ਰਿਹਾ ਅੱਜ ਦਾ ਦਿਨ, ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਦੇਖੋ ਪੂਜਾ ਜੀ, ਅਸੀਂ ਕੱਲ ਜਿਹੜੀ ਡਿਬੇਟ ਹੋਈ ਸੀ ਅਸੀਂ ਉਹਦੇ ਵਿੱਚ ਹੀ ਮੈਂ ਇਹ ਕਹਿ ਦਿੱਤਾ ਸੀ ਵੀ ਜਦੋਂ ਇਹ ਸੈਸ਼ਨ ਲਿਆਂਦਾ ਜਾਏਗਾ ਇਹਦੇ ਵਿੱਚ ਲੋਕਾਂ ਦੇ ਪੱਖ ਦੀ, ਲੋਕਾਂ ਦੇ ਮੁੱਦਿਆਂ ਦੀ
ਪੰਜਾਬ ਦੇ ਹਿੱਤਾਂ ਦੀ ਕੋਈ ਗੱਲ ਨਹੀਂ ਕੀਤੀ ਜਾਏਗੀ। ਇਹ ਸੈਸ਼ਨ ਚੋਰ ਮੋਰੀ ਦੇ ਨਾਲ ਸਿਰਫ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ, ਆਪਣੇ ਆਪ ਨੂੰ ਵਾਹਵਾਹੀ ਲੁੱਟਣ ਲਈ ਪੰਜਾਬ ਦੇ ਲੋਕਾਂ ਦਾ ਤਕਰੀਬਨ 90 ਲੱਖ ਰੁਪਇਆ ਇੱਕ ਦਿਨ ਦਾ ਇਹ ਵੇਸਟ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦਾ। ਕਿਉਂਕਿ ਹੁਣ ਆਮ ਆਦਮੀ ਪਾਰਟੀ ਜਿਹੜੀ ਹੈ, ਇਹ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗ ਗਈ ਹੈ ਵੀ ਇਹ ਪੈਰ ਪੈਰ ਤੇ ਧੋਖਾ ਕਰਦੀ ਹੈ, ਪੈਰ ਪੈਰ ਤੇ ਇਹ ਪਲਟਦੀ ਹੈ। ਚਾਹੇ ਉਹ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਹੋਣ, ਉਹਨਾਂ ਤੋਂ ਮੁੱਕਰੀ ਹੈ, ਚਾਹੇ ਪੰਜਾਬ ਦੇ ਹਿੱਤਾਂ ਦੀ ਗੱਲ ਹੋਵੇ, ਉਹਨਾਂ ਤੋਂ ਮੁੱਕਰੀ ਹੈ। ਤੇ ਅੱਜ ਜਿਹੜਾ ਪਵਿੱਤਰ ਵਿਧਾਨ ਸਭਾ ਜਿਹਦੇ ਵਿੱਚ ਇਹਨਾਂ ਨੇ ਅੱਜ ਜੋ ਇਹ ਕਾਰਨਾਮਾ ਕੀਤਾ ਹੈ, ਇਹਨੇ ਸਾਫ਼ ਸਪਸ਼ਟ ਕਰਤਾ ਹੈ ਵੀ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਦਿੱਲੀ ਤੋਂ ਚੱਲ ਰਹੀ ਹੈ, ਤੇ ਜਿਹੜੇ ਇੱਥੇ 92 ਐਮਐਲਏ ਨੇ ਉਹ ਸਿਰਫ ਇੱਕ ਕਠਪੁਤਲੀ ਦੀ ਤਰ੍ਹਾਂ ਕੰਮ ਕਰ ਰਹੇ ਨੇ, ਜਿਨ੍ਹਾਂ ਦੀਆਂ ਅੱਖਾਂ, ਕੰਨ, ਸੁਣਨ ਦੀ ਸ਼ਕਤੀ ਸਭ ਕੁਝ ਬੰਦ ਹੋ ਚੁੱਕਿਆ, ਮੂੰਹ ਉਹਨਾਂ ਦਾ ਬੰਦ ਹੈ, ਤੇ ਜਿਵੇਂ ਦਿੱਲੀ ਤੋਂ ਉਹਨਾਂ ਤੋਂ ਕਰਵਾਇਆ ਜਾਂਦਾ ਹੈ ਉਹਦੇ ਨਾਲ ਕਰ ਰਹੇ ਨੇ। ਉਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਨਾਲ, ਪੰਜਾਬ ਦੇ ਹਿੱਤਾਂ ਦੇ ਨਾਲ, ਪੰਜਾਬ ਦੇ ਪੈਸੇ ਦੇ ਨਾਲ ਕੋਈ ਉਹਨਾਂ ਨੂੰ ਲੈਣ ਦੇਣ ਨਹੀਂ ਹੈ। ਜਿਵੇਂ ਕੱਲ ਆਰਟੀਆਈ ਉਜਾਗਰ ਹੋਈ ਹੈ ਜੀ, ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਬਿਜਲੀ ਤਾਂ ਫ੍ਰੀ ਲੋਕਾਂ ਨੂੰ ਕੀ ਦੇਣੀ ਸੀ, ਇਹਨਾਂ ਨੇ ਲਾਰਾ ਲਾਇਆ ਸੀ ਵੀ ਆਂਦੇ ਸਾਰ ਹਰੇਕ ਵਰਗ ਨੂੰ ਬਿਜਲੀ ਫ੍ਰੀ ਦੇਵਾਂਗੇ, ਪਰ ਉਹਦੇ ਤੋਂ ਵੀ ਇਹ ਪਲਟ ਗਏ। ਤੇ ਉਹਦੀ ਜਿਹੜੀ ਇਸ਼ਤਿਹਾਰਬਾਜ਼ੀ ਦੇ ਉੱਪਰ ਤਕਰੀਬਨ 5 ਕਰੋੜ ਤੇ 60 ਲੱਖ ਰੁਪਇਆ ਇਹਨਾਂ ਨੇ ਖਰਚਤਾ ਹੈ। ਉਹ ਪੈਸਾ ਕਿਹਦਾ ਹੈ? ਉਹ ਪੈਸਾ ਪੰਜਾਬ ਦੇ ਲੋਕਾਂ ਦਾ, ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ, ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕੀਤੀ ਸੀ। ਇਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਜਿਹੜਾ ਪੰਜਾਬ ਦਾ ਪੈਸਾ ਉਹਨੂੰ ਬੜਾ ਸੋਚ ਸਮਝ ਕੇ ਖਰਚਾਂਗੇ, ਪਰ ਜਿਵੇਂ ਇਹਨਾਂ ਨੇ ਆਪਣੀ ਮਨਮਰਜ਼ੀ ਪੁਗਾਉਣ ਲਈ, ਸਿਰਫ ਇੱਕ ਅਰਵਿੰਦ ਕੇਜਰੀਵਾਲ ਦੇ ਛੋਲੇ ਗਾਣ ਲਈ ਤੇ ਆਪਣੀ ਵਡਿਆਈ ਆਪਦੇ ਮੂੰਹੋਂ ਕਰਨ ਲਈ ਅੱਜ ਜਿਹੜਾ 90 ਲੱਖ ਰੁਪਏ ਦੇ ਕਰੀਬ ਜਿਹੜਾ ਪੰਜਾਬ ਦੇ ਲੋਕਾਂ ਦਾ ਇਹਨਾਂ ਨੇ ਉਜਾੜਿਆ, ਉਹਦੇ ਤੋਂ ਸਾਫ਼ ਇਹ ਪਤਾ ਲੱਗ ਗਿਆ ਵੀ ਇਹਨਾਂ ਨੂੰ ਪੰਜਾਬ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਤੁਸੀਂ ਇਹ ਦੇਖੋ, ਸਾਰਿਆਂ ਨਾਲੋਂ ਪਹਿਲਾਂ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਸੈਸ਼ਨ ਬੁਲਾਣਾ ਹੈ, ਦੇਖੋ ਜਿਹੜੇ ਸਾਡੇ ਪੰਜਾਬ ਪ੍ਰੋਸੀਜਰ ਰੂਲਸ ਹੈਗੇ ਵਿਧਾਨ ਸਭਾ ਚਲਾਉਣ ਦੇ, ਉਹਦੇ ਵਿੱਚ ਕਿਤੇ ਵੀ ਕੋਈ ਨਹੀਂ ਲਿਖਿਆ ਵੀ ਤੁਸੀਂ ਕੌਨਫੀਡੈਂਸ ਮੋਸ਼ਨ ਲਿਆ ਸਕਦੇ ਹੋ। ਉਹਦੇ ਵਿੱਚ ਸਿਰਫ ਨੋ ਕੌਨਫੀਡੈਂਸ ਮੋਸ਼ਨ ਦੀ ਗੱਲ ਕੀਤੀ ਗਈ ਹੈ ਰੂਲ 58 ਸਬ ਕਲੌਜ਼ 1 ਦੇ ਵਿੱਚ। ਤਾਂ ਹੀ ਜਿਹੜੇ ਸਾਡੇ ਗਵਰਨਰ ਸਾਹਿਬ ਆ ਉਹਨਾਂ ਨੇ ਰੱਦ ਕੀਤਾ ਸੀ, ਕਿਉਂਕਿ ਇਹਦੇ ਵਿੱਚ ਕੋਈ ਲੋਕ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦੀ ਕੋਈ ਗੱਲ ਨਹੀਂ ਹੋਣੀ ਸੀ, ਇਹਦੇ ਵਿੱਚ ਕੁਝ ਨਹੀਂ ਸੀ। ਸਾਨੂੰ ਅੱਜ ਤੱਕ ਇਹ ਨਹੀਂ ਸਮਝ ਆਇਆ ਵੀ ਇਹ ਜਿਹੜਾ ਕੌਨਫੀਡੈਂਸ ਮੋਸ਼ਨ ਹੈ ਇਹ ਕਿਹਦੇ ਲਈ ਲੈ ਕੇ ਆ ਰਹੇ ਨੇ। ਕੀ ਭਗਵੰਤ ਮਾਨ ਨੂੰ ਆਪਣੇ ਜਿਹੜੇ 91 ਐਮਐਲਏ ਨੇ ਉਹਨਾਂ ਤੇ ਯਕੀਨ ਨਹੀਂ ਹੈ? ਕੀ ਸਿਰਫ ਇੱਕ ਇਹ ਡਰਾਮਾ ਕੀਤਾ ਗਿਆ ਲੋਕਾਂ ਦੇ ਕੋਲੋਂ, ਇੱਕ ਲੋਕਾਂ ਨੂੰ ਜਿਹੜੀ ਉਹਨਾਂ ਦੀ ਸੋਚ ਹੈ ਦੂਸਰੇ ਪਾਸੇ ਲੈ ਕੇ ਜਾਣ ਦੀ, ਵੀ ਲੋਕ ਉਹਨਾਂ ਦੇ ਕੋਲੋਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਪੂਰੇ ਨਹੀਂ ਕੀਤੇ, ਲੋਕ ਇਹਨਾਂ ਤੋਂ ਪੁੱਛਣ ਲੱਗ ਗਏ ਆ, ਇਹਨਾਂ ਦੇ ਐਮਐਲਏ ਦੇ ਪੋਸਟਰ ਲੱਗਣ ਲੱਗ ਗਏ ਨੇ ਵੀ ਉਹ ਆਪਣੇ ਹਲਕਿਆਂ ਦੇ ਵਿੱਚ ਨਹੀਂ ਵੜਦੇ, ਲੋਕ ਪਰੇਸ਼ਾਨ ਨੇ, ਸੜਕਾਂ ਤੇ ਉਤਰ ਆਏ ਨੇ। ਇਹ ਸਭ ਇੱਕ ਡਰਾਮਾ ਸੀ ਜਿਹੜਾ ਕਿ 16 ਸਤੰਬਰ ਨੂੰ ਹੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ, ਤੇ ਉਹਨਾਂ ਨੇ ਪਹਿਲਾਂ ਹੀ ਦੱਸਤਾ ਸੀ ਵੀ ਜਦੋਂ ਸੀਐਮ ਨੇ ਜਰਮਨੀ ਤੋਂ ਵਾਪਸ ਆਣਾ ਹੈ ਤੇ ਆਂਦੇ ਸਾਰੇ ਇਹਨਾਂ ਨੇ ਇਹ ਡਰਾਮਾ ਕਰਨਾ ਜਿਹੜਾ ਇਹਨਾਂ ਨੇ ਦਿੱਲੀ 'ਚ ਕੀਤਾ ਸੀ। ਤਾਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਜਿਹੜੀ ਰਾਜਪਾਲ ਨੂੰ ਨਹੀਂ ਦੱਸਿਆ ਗਿਆ ਇਸ ਬਾਰੇ, ਇਹ ਕੋਈ ਹੈ ਨਿਯਮਾਂ ਵਿੱਚ? ਦੇਖੋ ਜੀ, ਇਹ ਤਾਂ ਹੁਣ ਅੱਗੋਂ ਜਦੋਂ ਇਹਨਾਂ ਨੇ ਅੱਗੋਂ ਤੋਂ ਕੋਈ ਪਰਮਿਸ਼ਨ ਮੰਗਣੀ ਹੈ ਤਾਂ ਮੈਨੂੰ ਲੱਗਦਾ ਵੀ ਰਾਜਪਾਲ ਅੱਗੋਂ ਤੋਂ ਬੜੇ ਸੋਚ ਸਮਝ ਕੇ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਪਰਮਿਸ਼ਨ ਦਿਆ ਕਰਨਗੇ। ਪਰ ਇਹ ਸਿਰਫ ਪਰਮਿਸ਼ਨ ਦੀ ਗੱਲ ਨਹੀਂ, ਇਹ ਲੋਕਾਂ ਦਾ ਪੈਸਾ ਜਿਹੜਾ ਉਜਾੜਿਆ ਗਿਆ ਕਰੋੜਾਂ ਰੁਪਈਆ ਸਿਰਫ ਆਪਣੀ ਵਾਹਵਾਹੀ ਖੱਟਣ ਲਈ, ਔਰ ਲੋਕਾਂ ਦੇ ਮੁੱਦਿਆਂ ਦੇ ਨਾਮ ਦੇ ਨਾਲ ਜਿਹੜਾ ਮਖੌਲ ਕੀਤਾ ਗਿਆ। ਜੀਐਸਟੀ ਇਹਨਾਂ ਨੇ ਕਿਹਾ ਸੀ ਅਸੀਂ ਡਿਸਕਸ ਕਰਾਂਗੇ, ਪਰਾਲੀ ਦਾ ਮੁੱਦਾ ਹੋ ਗਿਆ, ਤੇ ਜਾਂ ਫਿਰ ਇਹਨਾਂ ਨੇ ਪਾਣੀਆਂ ਦਾ ਮੁੱਦਾ ਕਿਹਾ ਸੀ, ਉਹਦੇ ਤੇ ਕੀ ਡਿਸਕਸ਼ਨ ਹੋਈ ਹੈ? 1.5 ਘੰਟੇ ਦੇ ਵਿੱਚ ਮੈਨੂੰ ਲੱਗਦਾ ਇਹਨਾਂ ਨੇ ਜਿਹੜੇ ਹੈਗੇ 75 ਮਿੰਟ ਤਾਂ ਅਰਵਿੰਦ ਕੇਜਰੀਵਾਲ ਦੇ ਉੱਪਰ ਹੀ ਲਾਤੇ ਦਿਖਾਉਣ ਲਈ ਵੀ ਉਹ ਇੱਕ ਬੜਾ ਵਧੀਆ ਲੀਡਰ ਹੈ। ਲੋਕਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਚੁਣ ਕੇ ਭੇਜਿਆ, ਆਮ ਆਦਮੀ ਪਾਰਟੀ ਦੇ ਪ੍ਰਵਕਤਾ ਸ਼ਾਇਦ ਇੱਥੇ ਅੱਜ ਨਾ ਬੈਠਣ, ਪਰ ਜੇ ਬੈਠੇ ਤਾਂ ਉਹਨਾਂ ਕੋਲੋਂ ਇਹ ਸਵਾਲ ਜ਼ਰੂਰ ਪੁੱਛਣਾ ਵੀ 1.5 ਘੰਟੇ ਦੇ ਸੈਸ਼ਨ ਦੇ ਵਿੱਚ ਤੁਸੀਂ ਇੱਕ ਵੀ ਗੱਲ ਦੱਸ ਦਿਓ ਜਿਹੜੇ ਪੰਜਾਬ ਦੇ ਹਿੱਤਾਂ ਨੂੰ ਬਚਾਉਣ ਲਈ ਕੀਤੀ ਹੋਵੇ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਕੀਤੀ ਹੋਵੇ, ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੀ, ਨਸ਼ਿਆਂ ਦੇ ਅਗੇਂਸਟ ਕੀਤੀ ਹੋਵੇ, ਲੋਕਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਹੋਵੇ, ਸਾਡੀ ਭੈਣਾਂ ਨੂੰ ਜਿਹੜਾ 1000 ਰੁਪਇਆ ਦੇਣਾ ਉਹਦੇ ਤੇ ਕੋਈ ਗੱਲ ਕੀਤੀ ਹੋਵੇ, ਬੰਦੀ ਸਿੰਘਾਂ ਦੀ ਰਿਹਾਈ ਤੇ ਕੋਈ ਗੱਲ ਕੀਤੀ ਹੋਵੇ। ਇੱਕ ਵੀ ਮੁੱਦਾ ਦੱਸ ਦੇਣ ਵੀ ਜਿਹੜਾ ਇਹਨਾਂ ਨੇ ਕਰੋੜਾਂ ਰੁਪਇਆ ਖਰਚ ਕੇ ਸੈਸ਼ਨ ਬੁਲਾ ਕੇ ਪੰਜਾਬ ਦੇ ਲੋਕਾਂ ਲਈ ਗੱਲ ਕੀਤੀ ਹੋਵੇ।
ਬਿਲਕੁਲ ਤੇ ਇਸ ਬਾਰੇ ਕਿਤੇ ਨਾ ਕਿਤੇ ਇਹ ਜ਼ਰੂਰ ਕਿਹਾ ਗਿਆ ਕਿ ਅਸੀਂ ਜਿਹੜਾ ਹੈ ਮੁਲਤਵੀ ਇਸ ਕਰਕੇ ਕੀਤਾ ਹੈ ਕਿਉਂਕਿ ਹੋਰ ਜਿਹੜੇ ਮੁੱਦੇ ਉਹ ਵੀ ਡਿਸਕਸ ਕਰਨੇ ਆ, ਤਾਂ ਕਰਕੇ 3 ਅਕਤੂਬਰ ਦੇ ਜਿਹੜਾ ਸੈਸ਼ਨ ਹੈ ਮੁਲਤਵੀ ਕਰ ਦਿੱਤਾ ਗਿਆ ਹੈ। ਤੇ ਕਾਂਗਰਸ ਦੇ ਬੁਲਾਰੇ ਨੇ ਸਾਡੇ ਨਾਲ ਕੁਲਜੀਤ ਜੀ ਅੱਜ ਜੇਕਰ ਗੱਲ ਕੀਤੀ ਜਾਏ ਜਿਹੜੀ ਕਾਂਗਰਸ ਹੈ ਕਾਫੀ ਹੰਗਾਮਾ ਵੀ ਕੀਤਾ ਤੇ ਉਹਨਾਂ ਨੂੰ ਜਿਹੜਾ ਹੈ ਮਾਰਸ਼ਲ ਬੁਲਾ ਕੇ ਬਾਹਰ ਕੱਢਿਆ ਵੀ ਗਿਆ ਤੇ ਉਹਨਾਂ ਨੂੰ ਸਸਪੈਂਡ ਵੀ ਕਰਤਾ ਇੱਕ ਦਿਨ ਦੇ ਲਈ ਤੇ ਬਾਹਰ ਮੌਕ ਸੈਸ਼ਨ ਕੀਤਾ ਗਿਆ ਕਾਂਗਰਸ ਵੱਲੋਂ। ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਆਪਰੇਸ਼ਨ ਲੋਟਸ ਬਾਰੇ ਆਮ ਆਦਮੀ ਪਾਰਟੀ ਬੋਲ ਰਹੀ ਹੈ ਤੇ ਫਿਰ ਜਿਹੜੇ ਸੀਐਲਪੀ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਇੰਨਾ ਦੁੱਖ ਕਿਉਂ ਹੋ ਰਿਹਾ ਹੈ, ਉਹ ਕਿਉਂ ਜਿਹੜਾ ਸਪੋਰਟ ਕਰ ਰਹੇ, ਕਿਤੇ ਨਾ ਕਿਤੇ ਕਾਂਗਰਸ ਬੀਜੇਪੀ ਦੀ ਬੀ ਟੀਮ ਹੈ। ਇਹ ਬੜੀਆਂ ਦੇਖੋ ਹਾਸੋਹੀਣ ਜਿਹੜੀਆਂ ਗੱਲਾਂ ਕਰਦੇ ਰਹਿੰਦੇ ਆ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਏਡੀ ਵੱਡੀ ਪੋਸਟ ਦੇ ਉੱਤੇ ਬੈਠ ਕੇ ਜਿਹੜੀਆਂ ਬੇਤੁਕੀਆਂ ਗੱਲਾਂ ਕਰਦੇ ਆ। ਬੀ ਟੀਮ ਕਾਂਗਰਸ ਕਿੱਦਾਂ, ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਾਂਗਰਸ ਬੀ ਟੀਮ ਕਿੱਦਾਂ ਹੋ ਸਕਦੀ ਹੈ ਬੀਜੇਪੀ ਦੀ। ਕਾਂਗਰਸ ਜਿਹੜੀ ਦੇਸ਼ ਦੇ ਵਿੱਚ ਮੁੱਖ ਵਿਰੋਧੀ ਧਿਰ ਆ, ਜਿਹਦੀ ਬੀਜੇਪੀ ਨਾਲ ਹਮੇਸ਼ਾ ਮੁੱਦਿਆਂ ਦੀ ਲੜਾਈ ਚੱਲਦੀ ਰਹਿੰਦੀ ਹੈ, ਲੋਕਾਂ ਦੀ ਲੜਾਈ ਲੜਦੀ ਆ ਕਾਂਗਰਸ, ਉਹ ਕਿਵੇਂ ਬੀ ਟੀਮ ਹੋ ਜਾਊਗੀ। ਇਹ ਬੀ ਟੀਮ ਤਾਂ ਆਮ ਆਦਮੀ ਪਾਰਟੀ ਵਾਲੇ ਆ। ਇਹਨਾਂ ਨੂੰ ਅੰਨਾ ਹਜ਼ਾਰੇ ਅੰਦੋਲਨ ਚੱਲਿਆ ਸੀਗਾ, ਉਹ ਕਿਹਦੇ ਕਹਿਣ ਦੇ ਉੱਤੇ ਚੱਲਿਆ ਸੀ, ਕਿਹਦੇ ਇਸ਼ਾਰੇ ਤੇ ਚੱਲਿਆ ਸੀ ਤੇ ਕਿਹਨੇ ਉਹਨੂੰ ਫੰਡਿੰਗ ਕੀਤੀ ਸੀਗੀ। ਇਹਨਾਂ ਤੋਂ ਸਵਾਲ ਇਹ ਆਮ ਆਦਮੀ ਪਾਰਟੀਆਂ ਤੋਂ ਹੋਣਾ ਚਾਹੀਦਾ ਵਾ। ਤੇ ਸਾਨੂੰ ਕੋਈ ਦੁੱਖ ਨਹੀਂ ਹੈਗਾ ਇਹਨਾਂ ਨੂੰ ਬਈ ਬੀਜੇਪੀ ਜਿਹੜਾ ਆਪਰੇਸ਼ਨ ਲੋਟਸ ਦੀ ਗੱਲ ਕਰਦੇ, ਸਾਨੂੰ ਕੋਈ ਤਕਲੀਫ ਨਹੀਂ। ਅਸੀਂ ਤਾਂ ਇਹ ਕਹਿੰਦੇ ਆ ਵੀ ਲੋਕਾਂ ਦੇ ਮੂਹਰੇ ਸੱਚਾਈ ਕਿਉਂ ਨਹੀਂ ਲੈ ਕੇ ਆਉਂਦੇ। ਜੇ ਇਹਨਾਂ ਨੂੰ ਕਿਸੇ ਨੇ ਅਪਰੋਚ ਕੀਤੀ ਆ, ਇਹਨਾਂ ਨੂੰ ਖਰੀਦਣ ਦੀ ਗੱਲ ਕਰਦੇ ਆ, ਇਹ 25 ਕਰੋੜ ਰੁਪਏ 25 ਕਰੋੜ ਰੁਪਏ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ ਵੀ ਕੋਈ ਤੁਰਿਆ ਜਾਂਦਾ ਬੰਦਾ ਕਿਸੇ ਨੂੰ 25 ਕਰੋੜ ਰੁਪਇਆ ਦੇ ਜੂਗਾ, ਕੋਈ 5-10-20 ਰੁਪਏ ਦੀ ਗੱਲ ਨਹੀਂ ਹੈਗੀ। ਇਹ 25 ਕਰੋੜ ਜੇ ਕੋਈ ਦਊਗਾ ਤਾਂ ਪ੍ਰੋਪਰ ਕਿਸੇ ਬੰਦੇ ਨਾਲ ਕੋਈ ਮੀਟਿੰਗ ਕਰੂਗਾ, ਗੱਲ ਕਰੂਗਾ। ਤੇ ਇਹ ਹਾਲੇ ਤੱਕ ਇਹਨਾਂ ਨੇ FIR ਡੀਜੀਪੀ ਸਾਹਿਬ ਨੂੰ ਇੱਕ ਜਿਹੜੀ ਦਿੱਤੀ ਆ, ਦਰਖਾਸਤ ਦਿੱਤੀ ਆ, ਉਹਦੇ ਤੇ FIR ਵੀ ਨਾ ਤਾਂ ਉਹ ਕਿਸੇ ਬੰਦੇ ਦੇ ਬਾਈ ਨੇਮ ਹੋਈ ਆ, ਨਾ ਹਾਲੇ ਤੱਕ ਇਹਨਾਂ ਨੇ ਲੋਕਾਂ ਕੋਲ ਡਿਸਕਲੋਜ਼ ਕੀਤਾ ਵੀ ਕਿਹਨੇ ਸਾਨੂੰ ਅਪਰੋਚ ਕੀਤੀ ਆ। ਇਹਦਾ ਮਤਲਬ ਇਹ ਝੂਠ ਬੋਲ ਰਹੇ ਆ, ਇਹ ਸਰਾਸਰ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ। ਇਹਨਾਂ ਦੇ ਭਾਂਡੇ ਖਿਲਰੇ ਹੋਏ ਨੇ। ਇਹ ਸਿਰਫ ਤੇ ਸਿਰਫ ਗੁਜਰਾਤ ਤੇ ਜਿਹੜੀ ਹਿਮਾਚਲ ਦੀ ਇਲੈਕਸ਼ਨ ਆ, ਉੱਥੇ ਤੱਕ ਇਹਨਾਂ ਨੂੰ ਇਹ ਆ ਵੀ ਸਾਡਾ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਅੰਦਰ ਖਾਤੇ ਇਹਨਾਂ ਦਾ ਜਲੂਸ ਨਿਕਲ ਰਿਹਾ ਵਾ, ਉਹ ਕਿਤੇ ਨਾ ਕਿਤੇ ਸਾਡੀ ਜਿਹੜੀ ਅਫੈਕਟ ਨਾ ਕਰ ਦੇਵੇ ਸਾਡੀ ਇਲੈਕਸ਼ਨ ਕੰਪੇਨ ਨੂੰ। ਇਹ ਸਿਰਫ ਉਸੇ ਕਰਕੇ ਇਹ ਜਿਹੜਾ ਅੱਜ ਦਾ ਜਿਹੜਾ ਸੈਸ਼ਨ ਬੁਲਾਇਆ ਗਿਆ, ਇਹ ਕਿੱਦਾਂ ਮਿਸਲੀਡ ਕਰਕੇ ਗਵਰਨਰ ਨੂੰ ਤੇ ਪੰਜਾਬ ਦੀ ਆਵਾਮ ਨੂੰ ਕਿਵੇਂ ਮਿਸਲੀਡ ਕਰਕੇ ਇਹਨਾਂ ਨੇ ਬੁਲਾਇਆ। ਇਹਨਾਂ ਨੇ ਸਪੈਸ਼ਲੀ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਹੈਗਾ ਵੀ ਅਸੀਂ ਕੌਨਫੀਡੈਂਸ ਮੋਸ਼ਨ ਮੂਵ ਕਰਨਾ ਆ, ਉਹਦੇ ਉੱਤੇ ਅਸੀਂ ਉਹਦਾ ਰੈਜ਼ੋਲੂਸ਼ਨ ਲੈ ਕੇ ਆਉਣਾ। ਕਿਤੇ ਵੀ ਇਹਨਾਂ ਨੇ ਗੱਲ ਨਹੀਂ ਕਹੀ। ਇਹਨਾਂ ਨੇ ਇਹ ਗੱਲ ਕਹੀ ਅਸੀਂ GST ਦੇ ਮੁੱਦੇ ਤੇ ਗੱਲ ਕਰਨੀ ਆ, ਅਸੀਂ ਪਰਾਲੀ ਦੇ ਮੁੱਦੇ ਦੇ ਉੱਤੇ ਗੱਲ ਕਰਨੀ ਆ, ਅਸੀਂ ਪੰਜਾਬ ਦੇ ਬਾਕੀ ਮੁੱਦਿਆਂ ਤੇ ਬਿਜਲੀ ਦੇ ਮੁੱਦੇ ਤੇ ਗੱਲ ਕਰਨੀ ਆ। ਪਰ ਇੱਕ ਜਿਹੜਾ ਪਹਿਲਾਂ ਇਹਨਾਂ ਦਾ ਜਿਹੜਾ ਸੈਸ਼ਨ ਬੁਲਾਇਆ ਸੀ 21 ਤਰੀਕ ਨੂੰ, ਉਹ ਜਦੋਂ ਰੱਦ ਹੋਇਆ ਨਾ, ਇਹ ਇੱਕ ਇਹਨਾਂ ਨੂੰ ਬੜੀ ਅੰਦਰੋਂ ਅੰਦਰੀ ਆਪਦੀ ਬੇਇੱਜ਼ਤੀ ਮਹਿਸੂਸ ਹੋਈ। ਇੱਕ ਆਪਦੀ ਈਗੋ ਨੂੰ ਸੈਟੀਸਫਾਈ ਕਰਨ ਲਈ, ਇੱਕ ਆਪਦੀ ਜਿੱਦ ਪਕਾਉਣ ਵਾਸਤੇ ਇਹਨਾਂ ਨੇ ਦੁਬਾਰਾ ਸੈਸ਼ਨ ਪੰਜਾਬ ਦੇ ਮੁੱਦਿਆਂ ਦੇ ਉੱਤੇ ਉਹਦਾ ਨਾਮ ਵਰਤ ਕੇ ਗਵਰਨਰ ਨੂੰ ਮਿਸਲੀਡ ਕਰਕੇ ਬੁਲਾਇਆ ਗਿਆ। ਤੇ ਉਸ ਤੋਂ ਬਾਅਦ ਅੱਜ ਗੱਲ ਕੀ ਹੋਈ, ਅੱਜ ਫੇਰ ਹੋਈ। ਇਹ ਤਾਂ ਕਿਤੇ ਵਿਧਾਨ ਸਭਾ ਦੇ ਨਿਯਮਾਂ ਦੇ ਵਿੱਚ ਹੀ ਹੈ ਨਹੀਂ ਕਿ ਕੋਈ ਪ੍ਰੋਵੀਜ਼ਨ ਹੀ ਹੈ ਨਹੀਂ ਕੌਨਫੀਡੈਂਸ ਮੋਸ਼ਨ ਦੀ। ਨੋ ਕੌਨਫੀਡੈਂਸ ਮੋਸ਼ਨ ਦੀ ਹੈਗੀ ਆ, ਮਾਹਰਾਂ ਨੂੰ ਪੁੱਛ ਕੇ ਦੇਖੋ, ਬੁਲਾ ਕੇ ਦੇਖੋ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਵਾ। ਨੋ ਕੌਨਫੀਡੈਂਸ ਮੋਸ਼ਨ ਵੀ ਉਦੋਂ ਮੂਵ ਹੁੰਦਾ ਵਾ ਜਦੋਂ ਕੋਈ ਵਿਰੋਧੀ ਧਿਰ ਕਵੇ। ਇੱਕ ਦੋ ਸਰਕਾਰ ਆਪਦੇ ਆਪ ਹੀ ਕਹੀ ਜਾਂਦੀ ਆ ਵੀ ਅਸੀਂ ਤੁਹਾਨੂੰ ਤਾਂ ਲੋਕਾਂ ਨੇ ਬਹੁਮਤ ਦਿੱਤੀ, 92 MLA ਤੁਹਾਡੇ ਜਿਤਾਏ ਹੋਏ ਆ, ਫਿਰ ਤੁਹਾਨੂੰ ਡਰ ਕਾਹਦਾ, ਕਿਸ ਚੀਜ਼ ਦਾ ਡਰ ਆ। ਬਿਲਕੁਲ ਕਾਂਗਰਸ ਪ੍ਰਧਾਨ ਅਮਰਿੰਦਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਸਾਡੇ ਜਿਹੜੇ ਲੀਡਰ ਨੇ ਇਮਾਨਦਾਰ ਨੇ, ਫਿਰ ਤੁਹਾਨੂੰ ਡਰ ਕਿਉਂ ਲੱਗ ਰਿਹਾ ਵਾ, ਫਿਰ ਤੁਸੀਂ ਕਿਉਂ VOTING ਕਰਵਾ ਰਹੇ ਹੋ। ਫਿਰ ਤਾਂ ਕੋਈ ਮਾਇਨੇ ਨਹੀਂ ਰਹਿ ਜਾਂਦਾ ਜਦੋਂ ਤੁਹਾਨੂੰ ਆਪਦੇ ਬੰਦਿਆਂ ਦੇ ਉੱਤੇ ਭਰੋਸਾ ਵਾ। ਫਿਰ ਤੁਸੀਂ ਦੱਸ ਨਹੀਂ ਰਹੇ, ਦੱਸੋ ਲੋਕਾਂ ਨੂੰ, ਦੱਸੋ ਵੀ ਆਹ ਬੰਦੇ ਨੇ ਸਾਨੂੰ ਅਪਰੋਚ ਕੀਤੀ ਆ। ਕਿਉਂਕਿ ਇੱਕ ਸਿਰਫ ਫਿਲਮੀ ਸਕ੍ਰਿਪਟ ਆ, ਸਕ੍ਰਿਪਟ ਤੋਂ ਇਲਾਵਾ ਕੁਛ ਨਹੀਂ। ਆਪਦੀ ਛਵੀ ਬਚਾਉਣ ਦੇ ਲਈ, ਆਪਦੀ ਜਿਹੜੀ ਗੁਜਰਾਤ ਤੇ ਜਿਹੜੀ ਹਿਮਾਚਲ ਦੀ ਇਲੈਕਸ਼ਨ ਦੇ ਵਿੱਚ ਕੰਪੇਨ ਦੇ ਉੱਤੇ ਕੋਈ ਮਤਲਬ, ਕਿਉਂਕਿ ਪੰਜਾਬ ਦੇ ਲੋਕ ਤਾਂ 6 ਮਹੀਨਿਆਂ ਦੇ ਵਿੱਚ ਹੀ ਤਰ੍ਹਾਂ ਕਰਨ ਲਾ ਦਿੱਤੇ ਆ ਇਹਨਾਂ ਨੇ। ਪੰਜਾਬ ਦੇ ਲੋਕ ਇਹਨਾਂ ਦਾ ਜਲੂਸ ਕੱਢਦੇ ਆ, ਇਹਨਾਂ ਨੂੰ ਆਇਆ ਕਿਵੇਂ ਨਾ ਕਿਵੇਂ। ਬਾਕੀ ਜਿਹੜਾ ਇਹਨਾਂ ਦਾ ਗੁਜਰਾਤ ਤੇ ਜਿਹੜਾ ਹਿਮਾਚਲ ਇਲੈਕਸ਼ਨ ਦੇ ਵਿੱਚ ਇਹ ਬੀ ਟੀਮ ਕਾਂਗਰਸ ਦੀ ਗੱਲ ਕਰਦੇ ਵੀ ਕਾਂਗਰਸ ਬੀ ਟੀਮ ਆ, ਇਹ ਨੇ ਬੀ ਟੀਮ ਆਮ ਆਦਮੀ ਪਾਰਟੀ ਆ, BJP ਦੀ ਬੀ ਟੀਮ। ਕਿਉਂਕਿ BJP ਨੂੰ ਇਹ ਚੀਜ਼ ਦਾ ਪਤਾ ਵਾ ਵੀ ਐਤਕੀ ਗੁਜਰਾਤ ਵੀ ਹਾਰਨਾ ਤੇ ਹਿਮਾਚਲ ਵੀ ਹਾਰਨਾ। ਇਹ ਵੋਟ ਉੱਥੇ ਖਰਾਬ ਕਰਨ ਦੇ ਵਾਸਤੇ, ਕਾਂਗਰਸ ਦੀ ਵੋਟ ਖਰਾਬ ਕਰਨ ਦੇ ਵਾਸਤੇ ਇਹਨਾਂ ਦਾ ਜ਼ੋਰ ਲੱਗਿਆ ਹੋਇਆ। ਇਹ ਜਿਹੜੇ ਫਾਲਤੂ ਦੇ ਐਲੀਗੇਸ਼ਨ ਲਾਉਂਦੇ ਆ ਨਾ ਕਾਂਗਰਸ ਦੇ ਉੱਤੇ, ਇਹ ਜੇ ਇੰਨੀ ਇਹਨਾਂ ਨੂੰ ਹੈਗਾ ਵਾ ਵੀ ਕੌਨਫੀਡੈਂਸ ਚੈੱਕ ਕਰਨਾ ਆ, ਤਾਂ ਫਿਰ ਇਹ ਵਿਧਾਨ ਸਭਾ ਭੰਗ ਕਰਨ, ਦੁਬਾਰਾ ਇਲੈਕਸ਼ਨ ਕਰਾਉਣ।
ਨਾਲੇ ਕਾਂਗਰਸ ਦਾ ਇਹ ਜਿਹੜਾ ਵਾਰੀ-ਵਾਰੀ ਕਹਿੰਦੇ ਕਾਂਗਰਸ ਖਤਮ ਹੋ ਚੁੱਕੀ, ਇਹਨਾਂ ਨੇ ਕਾਂਗਰਸ ਦਾ ਪਤਾ ਲੱਗ ਜਾਊ, ਨਾਲੇ ਇਹਨਾਂ ਦਾ ਪਤਾ ਲੱਗ ਜਾਊ। ਇਹਨਾਂ ਤਾਂ 3 ਮਹੀਨੇ ਪਹਿਲਾਂ ਲੋਕਾਂ ਨੇ ਨਕਾਰਤਾ ਸੰਗਰੂਰ ਇਲੈਕਸ਼ਨ ਦੇ ਵਿੱਚ, ਹਲੇ 3 ਮਹੀਨੇ ਵੀ ਸਰਕਾਰ ਬਣੀ ਨੂੰ ਨਹੀਂ ਹੋਏ ਸੀਗੇ। ਇਹ ਗੱਲਾਂ ਕਰਦੇ ਆ ਕਾਂਗਰਸ ਦੀਆਂ। ਇਹ ਸਿਰਫ ਤੇ ਸਿਰਫ ਖਿਆਲੀ ਪਲਾਓ ਨੇ, ਝੂਠ। ਇੱਕ ਪਾਸੇ ਕਹੀ ਜਾਂਦੇ ਆ ਵੀ ਚੰਨੀ ਸਾਹਿਬ ਤੋਂ ਫਾਈਲਾਂ ਦੇ ਸਾਈਨ ਕਰਵਾਉਣੇ ਆ, ਸਾਈਨ ਕੀਤੀਆਂ ਫਾਈਲਾਂ ਦਾ ਪੁੱਛਣਾ ਵਾ ਵੀ ਆਹ ਕਿੱਦਾਂ ਆ, ਮੈਂ ਉਹਨਾਂ ਨੂੰ ਲੱਭਦਾ ਆ। ਇੱਕ ਪਾਸੇ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਕਹਿੰਦੇ ਸੀ ਵੀ ਚੰਨੀ ਸਾਹਿਬ ਨੇ ਤਾਂ ਕੁਝ ਕੀਤਾ ਹੀ ਨਹੀਂ, ਕੱਲੇ ਹੈਲੀਕਾਪਟਰ ਦੇ ਦੌਰਿਆਂ ਤੋਂ ਬਿਨਾਂ। ਸਿਰਫ ਝੂਠ ਦਾ ਪ੍ਰੋਪੋਗੰਡੇ ਦੀ ਰਾਜਨੀਤੀ ਕਰ ਰਹੀ ਆ ਆਮ ਆਦਮੀ ਪਾਰਟੀ। ਅੱਜ ਪਹਿਲੀ ਵਾਰੀ ਜਿਹੜੇ ਸਪੀਕਰ ਸਾਹਿਬ ਨੇ, ਸਪੀਕਰ ਸਾਹਿਬ ਵਿਧਾਨ ਸਭਾ ਦੇ ਕਸਟੋਡੀਅਨ ਹੁੰਦੇ ਆ, ਅੱਜ ਉਹਨਾਂ ਨੇ ਵੀ ਜਿਹੜੇ ਵਿਧਾਨ ਸਭਾ ਦੇ ਨਿਯਮ ਨੇ, ਕਾਨੂੰਨ ਨੇ, ਉਹਨਾਂ ਨੂੰ ਸਿੱਕੇ ਦੇ ਉੱਤੇ ਟੰਗ ਦਿੱਤਾ। ਇਸ ਕਰਕੇ ਜਿਹੜੀ ਕਾਂਗਰਸ ਨੂੰ ਬਾਹਰ ਵਿਧਾਨ ਸਭਾ ਤੋਂ ਆਪਦਾ ਜਿਹੜਾ ਵੱਖਰਾ ਸੈਸ਼ਨ ਚਲਾਉਣਾ ਪਿਆ। ਇਹ ਸਾਨੂੰ ਕੋਈ ਸ਼ੌਂਕ ਨਹੀਂ ਸੀ ਕਾਂਗਰਸ ਨੂੰ ਵੀ ਜਿਹੜਾ ਵੱਖਰਾ ਸੈਸ਼ਨ ਚਲਾਉਣਾ, ਇਹਨਾਂ ਨੇ ਮਜਬੂਰ ਕੀਤਾ ਕਿਉਂਕਿ ਕਾਂਗਰਸ ਮੁੱਦਿਆਂ ਦੇ ਉੱਤੇ ਡਿਬੇਟ ਕਰਨੀ ਚਾਹੁੰਦੀ ਆ। ਸਾਡੇ ਐਲਓਪੀ ਲੀਡਰ ਸਾਹਿਬ ਨੇ ਇਹਨਾਂ ਤੋਂ 0 ਆਵਰ ਦਾ ਟਾਈਮ ਮੰਗਿਆ, ਸਪੀਕਰ ਸਾਹਿਬ ਨੇ ਉਹ ਵੀ ਇਗਨੋਰ ਕਰ ਦਿੱਤਾ। ਇਹਦਾ ਪਹਿਲੀ ਗੱਲ ਸ਼ੁਰੂ ਹੀ ਕੌਨਫੀਡੈਂਸ ਤੋਂ ਕੀਤੀ ਆ। ਇਹਨਾਂ ਨੇ ਕਿੱਥੇ ਪਰਾਲੀ ਦੀ ਗੱਲ ਕੀਤੀ ਆ, ਇਹਨਾਂ ਨੇ ਕਿੱਥੇ ਬਿਜਲੀ ਦੀ ਗੱਲ ਕੀਤੀ ਆ, ਕਿੱਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਆ। ਇਹਨਾਂ ਨੂੰ ਗੱਲ ਕਰਨੀ ਚਾਹੀਦੀ ਆ। ਜਿਹੜਾ ਫੌਜਾ ਸਿੰਘ ਸਰਾਰੀ ਦੀ ਆਡੀਓ ਲੀਕ ਹੋਈ ਆ, ਉਹਦੇ ਤੇ ਜਵਾਬ ਦੇਣਾ ਚਾਹੀਦਾ ਸੀ। ਜਿਹੜਾ ਜਲੰਧਰ ਡੀਸੀਪੀ ਕੁੱਟਿਆ ਗਿਆ, ਉਹਦੇ ਤੇ ਜਵਾਬ ਦੇਣਾ ਚਾਹੀਦਾ ਸੀਗਾ। ਤੇ ਜਿਹੜੇ ਇਹਨਾਂ ਦੇ ਪਠਾਨ ਮਾਜਰੇ, ਹੋਰ ਪਤਾ ਨਹੀਂ ਕਿਹੜੇ ਕਿਹੜੇ ਮਾਜਰੇ, ਜਿਹੜੇ ਉਹਨਾਂ ਚੀਜ਼ਾਂ ਤੇ ਜਵਾਬ ਦੇਣ ਤੋਂ ਭੱਜਣ ਦੇ ਮਾਰਿਆਂ ਨੇ ਸਿਰਫ ਤਾਂ ਕਰਕੇ ਕਾਂਗਰਸ ਨੂੰ ਚੁਕਾ ਕੇ ਮਾਰਸ਼ਲਾਂ ਤੋਂ ਸਸਪੈਂਡ ਕਰਵਾ ਕੇ ਬਾਹਰ ਕਰਵਾਇਆ ਗਿਆ। ਹੋਰ ਇਹਦੇ ਵਿੱਚ ਕੁਝ ਨਹੀਂ ਹੈਗਾ। ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸਰਾਸਰ। ਠੀਕ ਹੈ। ਤੇ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਕਹਿੰਦੇ ਨੇ ਕਿ 420 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਬਿਲਕੁਲ ਹੋਣਾ ਚਾਹੀਦਾ। ਗਵਰਨਰ ਸਾਹਿਬ ਨੂੰ ਇਹਨਾਂ ਨੇ ਮਿਸਲੀਡ ਕੀਤਾ ਆ। ਪੰਜਾਬ ਦੀ ਇੱਕ ਛੋਟੀ ਮੋਟੀ ਗੱਲ ਨਹੀਂ ਹੈ ਕਿ ਇੱਕ ਐਡੀ ਵੱਡੀ ਪੋਸਟ ਦੇ ਉੱਤੇ ਬੈਠ ਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ, ਤੇ ਜਿਹੜਾ ਗਵਰਨਰ, ਜਿਹੜਾ ਪੂਰੀ ਸਰਕਾਰ ਦਾ ਹੈਡ ਮੰਨਿਆ ਜਾਂਦਾ ਵਾ, ਉਹਨੂੰ ਬੇਵਕੂਫ ਤੁਸੀਂ ਬਣਾ ਰਹੇ ਹੋ। ਕਿਤੇ ਸਪੀਕਰ ਸਾਹਿਬ ਦੇ ਨਾਲ ਐਲਓਪੀ ਸਾਹਿਬ ਦੀ ਗੱਲ ਹੋਈ ਆ, ਉਹ ਕਹਿੰਦੇ ਮੈਨੂੰ ਵੀ ਇਸ ਚੀਜ਼ ਦਾ ਨਹੀਂ ਪਤਾ ਵੀ ਇਹਨਾਂ ਨੇ ਆਹ ਚੀਜ਼ ਦੇ ਉੱਤੇ ਰੈਜ਼ੋਲੂਸ਼ਨ ਲੈ ਕੇ ਆਉਣਾ ਵਾ, ਕੌਨਫੀਡੈਂਸ ਮੋਸ਼ਨ ਦੇ ਉੱਤੇ ਰੈਜ਼ੋਲੂਸ਼ਨ ਲੈ ਕੇ ਆਉਣਾ। ਬਿਲਕੁਲ ਪਰਚਾ ਦਰਜ ਹੋਣਾ ਚਾਹੀਦਾ। ਇਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ। ਮੈਂ ਤਾਂ ਕਹਿੰਦਾ ਭਗਵੰਤ ਮਾਨ ਸਾਹਿਬ ਨੂੰ। ਬਿਲਕੁਲ। ਤੇ ਸਿਆਸਤ ਬਹੁਤ ਹੋਈ ਅੱਜ, ਹੰਗਾਮਾ ਵੀ ਬਹੁਤ ਹੋਇਆ, ਤੇ ਸਵਾਲ ਇਹੀ ਬਣ ਰਿਹਾ ਹੈ ਕਿ ਕੀ ਵਿਸ਼ਵਾਸ ਮਤਾ ਲਾਇਆ ਜਾ ਸਕਦਾ ਹੈ ਗਵਰਨਰ ਨੂੰ ਬਿਨਾਂ ਦੱਸੇ। ਤੇ ਸਾਡੇ ਨਾਲ ਭਾਜਪਾ ਜਿਹੜੇ ਬੁਲਾਰੇ ਨੇ ਚੇਤਨ ਜੋਸ਼ੀ ਜੀ, ਪੰਜਾਬ ਭਾਜਪਾ ਵੱਲੋਂ ਆ ਜਨਤਾ ਦੀ ਵਿਧਾਨ ਸਭਾ ਲਗਾਈ ਗਈ, ਮੁੱਦੇ ਚੁੱਕੇ ਗਏ ਜਨਤਾ ਦੇ, ਉੱਥੇ ਵੀ ਜਿਹੜਾ ਪ੍ਰਸਤਾਵ ਮਤੇ ਪਾਸ ਕੀਤੇ ਗਏ, ਨਿੰਦਾ ਪ੍ਰਸਤਾਵ, ਧੰਨਵਾਦ ਪ੍ਰਸਤਾਵ। ਸਭ ਤੋਂ ਪਹਿਲਾਂ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਧੰਨਵਾਦ ਪ੍ਰਸਤਾਵ ਰੱਖਿਆ ਗਿਆ ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੋਂ ਰੱਖਿਆ ਗਿਆ ਹੈ। ਹੋਰ ਵੀ ਕਾਫੀ ਮੁੱਦੇ ਜਿਹੜੇ ਹੈ ਚਰਚਾ ਹੋਈ ਉੱਥੇ, ਚਾਹੇ ਉਹ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵਿਚਕਾਰ ਗੱਲਾਂ ਬਾਤਾਂ ਨੂੰ ਲੈ ਕੇ, ਉਹ ਖਾਸ ਕਰ ਕੱਟੜ ਇਮਾਨਦਾਰ, ਆਪਰੇਸ਼ਨ ਲੋਟਸ, ਇਹਨਾਂ ਸਾਰੇ ਮੁੱਦਿਆਂ ਉੱਤੇ ਚਰਚਾ ਕੀਤੀ ਗਈ ਤੇ ਫਿਲਹਾਲ ਚੱਲ ਵੀ ਰਹੀ ਹੈ। ਲੇਕਿਨ ਸਵਾਲ ਇਹੀ ਹੈ ਕਿ ਵਿਸ਼ਵਾਸ ਮਤਾ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਲਾਇਆ ਗਿਆ, ਅਸਲ ਜਨਤਾ ਦੇ ਮੁੱਦੇ ਕਿਉਂ ਨਹੀਂ ਚੁੱਕੇ ਗਏ? ਪੂਜਾ ਜੀ ਅੱਜ ਭਗਵੰਤ ਮਾਨ ਸਾਹਿਬ, ਸਾਡੇ ਆਨਰੇਬਲ ਚੀਫ ਮਿਨਿਸਟਰ ਸਾਹਿਬ, ਮੇਰੀ ਆਵਾਜ਼ ਆ ਰਹੀ ਤੁਹਾਨੂੰ? ਜੀ ਬਿਲਕੁਲ। ਅੱਜ ਆਨਰੇਬਲ ਚੀਫ ਮਿਨਿਸਟਰ ਸਾਹਿਬ ਮੈਨੂੰ ਬੇਬਸ ਹੁੰਦੇ ਨਜ਼ਰ ਆਏ। ਇਦਾਂ ਲੱਗ ਰਿਹਾ ਸੀ ਕਿ ਜਦੋਂ ਇੱਕ ਸੈਸ਼ਨ ਖਤਮ ਹੋਇਆ, ਵਾਕਆਊਟ ਹੋਇਆ, ਉਸ ਤੋਂ ਬਾਅਦ ਦੁਬਾਰਾ ਜਦੋਂ ਸਤਿਕਾਰਯੋਗ ਸਪੀਕਰ ਸਾਹਿਬ ਨੇ ਦੁਬਾਰਾ ਸੈਸ਼ਨ ਨੂੰ ਸਟਾਰਟ ਕਰਵਾਇਆ, ਤੇ ਏਦਾਂ ਲੱਗਦਾ ਪਿਆ ਸੀ ਮੈਨੂੰ ਉਸ ਸਿਚੁਏਸ਼ਨ ਤੇ ਉਹ ਇੱਕ ਸ਼ਬਦ ਮੈਂ ਸੁਣੇ, ਦੇਖੇ, ਜਦੋਂ ਉਹਨਾਂ ਨੇ ਕਿਹਾ ਜੀ ਅਸੀਂ ਵਿਸ਼ਵਾਸ ਮਤ ਲੈ ਕੇ ਆਉਨੇ ਆ। ਪਹਿਲੀ ਗੱਲ ਤੇ ਇਹ ਸੀਗਾ ਬਈ ਚਲੋ ਉਹ ਬਾਕੀ ਗੱਲਾਂ ਬਾਅਦ ਚ, ਪਹਿਲਾਂ ਮੈਂ ਸਿਚੁਏਸ਼ਨ ਤੁਹਾਡੇ ਕੋਲ ਦੱਸ, ਸਿਚੁਏਸ਼ਨ ਕੀ ਸੀਗੀ ਜੀ, ਤੇ ਦੂਜੇ ਬੰਨੋਂ ਹਾਂਜੀ ਜੀ ਪਾਸ ਹੋ ਗਿਆ, ਤੇ ਫਿਰ ਭਗਵੰਤ ਮਾਨ ਸਾਹਿਬ ਬੋਲੇ ਕੁਛ ਨਹੀਂ। ਆਨਰੇਬਲ ਸਪੀਕਰ ਸਾਹਿਬ ਨੇ ਕਿਹਾ ਤੁਸੀਂ ਉਹ ਰਿਵਿਊ ਕਰਕੇ ਦੇਖੋ, ਰਿਵਾਈਂਡ ਕਰਕੇ ਦੇਖੋ, ਜੇ ਵੀਡੀਓ ਤੁਹਾਡੇ ਚੈਨਲ ਦੇ ਉੱਤੇ ਹੋਏਗੀ ਜ਼ਰੂਰ। ਉਹਨਾਂ ਨੇ ਸਪੈਸ਼ਲ ਕਿਹਾ ਕਿ ਸੀਐਮ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ। ਯਾਨੀ ਕਿ ਏਦਾਂ ਲੱਗ ਰਿਹਾ ਸੀ ਉੱਤੋਂ ਆਰਡਰ ਆਇਆ ਕਿ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਦੇ ਮੂੰਹੋਂ ਕੁਝ ਕਢਾਓ, ਔਰ ਜੋ ਉਹਨਾਂ ਨੇ ਗੱਲਾਂ ਕੀਤੀਆਂ ਮਤਲਬ ਏਦਾਂ ਲੱਗਦਾ ਸੀ ਕਿ ਪਤਾ ਨਹੀਂ ਕਿੰਨਾ ਕੁਝ ਬੋਲਣਗੇ। ਜਿੱਦਾਂ ਆਕੜ ਕੇ ਗੱਲਾਂ ਕਰਦੇ ਸੀਗੇ, ਸਾਡੇ ਵਿਧਾਇਕਾਂ ਨੂੰ ਖਰੀਦ ਲਿਆ ਜਾਂ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ, ਤੇ ਅੱਜ ਬਿਲਕੁਲ ਚੁੱਪ ਚਪੀਤੇ, ਜਿੱਦਾਂ ਉਹਨਾਂ ਦੀ ਇੱਕ ਤਰਸੀ ਆਵਾਜ਼ ਦੇ ਵਿੱਚ ਇੱਕ ਭਾਸ਼ਣ ਸੀ
ਤੇ ਮੈਨੂੰ ਪੰਜਾਬੀ ਦੀ ਉਹ ਲਾਈਨ ਯਾਦ ਆ ਗਈ ਆ, ਕਿਸੇ ਨੇ ਕਿਹਾ ਆਕੜ ਦਾ ਕਾਹਦੋਂ ਆ, ਕਹਿੰਦਾ ਸਾਂਢ ਦਾ ਬੱਚਾ, ਕਹਿੰਦਾ ਮੋਖ ਕਿਉਂ ਮਾਰਦਾ, ਕਹਿੰਦਾ ਗਾਂ ਦਾ ਜਾਇਆ। ਅੱਜ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਦਾ ਇੱਕ ਅੰਦਰੂਨੀ ਦਰਦ ਵੀ ਨਜ਼ਰ ਆਇਆ। ਏਦਾਂ ਲੱਗਦਾ ਪਿਆ ਸੀਗਾ ਕਿ ਉਹ ਕੇਜਰੀਵਾਲ ਸਾਹਿਬ ਨੂੰ ਪਸੰਦ ਨਹੀਂ ਕਰਦੇ। ਏਦਾਂ ਲੱਗਦਾ ਪਿਆ ਸੀ ਕਿ ਕੇਜਰੀਵਾਲ ਸਾਹਿਬ ਦਾ ਸਪੈਸ਼ਲੀ ਨਾਮ ਦਵਾਇਆ ਜਾ ਰਿਹਾ, ਲੇਕਿਨ ਭਗਵੰਤ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਜਿਹੜਾ ਦਰਦ ਸੀ ਉਹ ਸਾਫ਼ ਨਜ਼ਰ ਆ ਰਿਹਾ ਸੀ। ਮੈਨੂੰ ਏਦਾਂ ਲੱਗਦਾ ਪਿਆ ਸੀਗਾ ਕਿ ਸ਼ਾਇਦ ਭਗਵੰਤ ਮਾਨ ਸਾਹਿਬ ਕੁਛ ਦਿਨਾਂ ਦੇ ਵਿੱਚ ਕਿਤੇ ਰਾਜਨੀਤੀ ਤੋਂ ਇੱਕ ਸਾਈਡ ਤੇ ਨਾ ਹੋ ਜਾਣ। ਅੱਜ ਉਹਨਾਂ ਨੇ ਜਿੱਦਾਂ ਦੀ ਸਾਡੇ ਸਾਬਕਾ ਸੀਐਮ ਸਾਹਿਬ ਆਨਰੇਬਲ ਚੰਨੀ ਸਾਹਿਬ, ਉਹਨਾਂ ਵੱਲੋਂ ਬਲੇਮ ਲਾਏ ਗਏ ਜੀ, ਉਹਨਾਂ ਨੇ ਫਾਈਲਾਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਪਾਸ ਕੀਤੀਆਂ ਨੇ, ਉਹ ਕਿੱਥੇ ਗਏ ਨੇ। ਇਹਦਾ ਮਤਲਬ ਇਹ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਹੋਣੀ ਕਾਬਲ ਚੀਫ ਮਿਨਿਸਟਰ ਨਹੀਂ ਹੈਗੇ। ਇਹ ਅੱਜ ਉਹਨਾਂ ਨੇ ਪ੍ਰੂਫ ਦੇ ਦਿੱਤਾ ਆਪਣਾ, ਔਰ ਨਾਲ ਇਹ ਪ੍ਰੂਫ ਦੇ ਦਿੱਤਾ ਕਿ ਉਹਨਾਂ ਦੇ ਕੋਲ ਜਿਹੜੇ ਵੀ ਆਫੀਸਰ ਸਾਹਿਬਾਨ ਕੰਮ ਕਰਦੇ ਪਏ ਨੇ, ਉਹਨਾਂ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੂੰ ਸਮਝਾਈਏ ਕਿੱਦਾਂ। ਉਹ ਸਮਝਾਉਣਗੇ ਕਿੱਦਾਂ? ਤੁਸੀਂ ਤੇ ਪਹਿਲੋਂ ਚੇਂਜ ਕਰ ਲਿਆ, ਉਹਨਾਂ ਦੇ ਨਾਲ ਨੌਲੇਜ ਸ਼ੇਅਰ ਦੇ ਵਿੱਚ ਸਮਝੌਤੇ ਕਰ ਲਏ ਦਿੱਲੀ ਸਰਕਾਰ ਦੇ ਨਾਲ। ਮਨੋਬਲ ਟੁੱਟਿਆ ਹੋਇਆ ਪੰਜਾਬ ਦੇ ਅਧਿਕਾਰੀਆਂ ਦਾ, ਉਹ ਕੀ ਸਲਾਹ ਦੇਣਗੇ? ਕਹਿੰਦੇ ਨੇ ਕਿ ਜੇਕਰ ਜੇ ਮਤਲਬ ਸੁਣਨ ਚ ਆਇਆ, ਉਹ ਰੱਬ ਜਾਣੇ ਸੱਚ ਕੀ ਝੂਠ ਕੀ ਆ, ਵੀ ਸਲਾਹ ਦੇਣ ਕਿਹਨੂੰ? ਰਾਘਵ ਚੱਡਾ ਜੀ ਨੂੰ ਦੇਣ ਜਾਂ ਭਗਵੰਤ ਮਾਨ ਜੀ ਨੂੰ ਦੇਣ? ਇਸ ਟਾਈਮ ਪੰਜਾਬ ਇੱਕ ਐਸੀ ਸਥਿਤੀ ਦੇ ਵਿੱਚੋਂ ਗੁਜ਼ਰਦਾ ਪਿਆ ਵਾ ਕਿ ਲੋਕਾਂ ਨੇ ਜਿਹੜਾ ਗੁੱਸਾ ਜ਼ਾਹਰ ਕੀਤਾ ਸੀ ਵੀ ਅਸੀਂ ਤੁਹਾਨੂੰ ਵੋਟ ਨਹੀਂ ਪਾਉਂਦੇ ਪਾਰਟੀਆਂ ਨੂੰ, ਅਸੀਂ ਨਵੀਂ ਪਾਰਟੀ ਨੂੰ ਮੌਕਾ ਦਿੰਨੇ ਆ, ਉਹ ਮੌਕਾ ਘੱਟ ਸੀ, ਮੌਕਾ ਤਾਂ ਦੇਤਾ, ਪਰ ਇਹ ਤੁਹਾਨੂੰ ਨਹੀਂ ਲੱਗਦਾ ਕਿਤੇ ਧੋਖਾ ਦੇਣ ਦੇ ਨੇ ਜਨਤਾ ਨੂੰ? ਅੱਜ ਦੇ ਸੈਸ਼ਨ ਦੀ ਕਿਹੜੀ ਚਲਾਕੀ ਵਰਤੀ ਇਹਨਾਂ ਨੇ, ਪਰ ਵਰਤਣ ਦੀ ਲੋੜ ਕੀ ਸੀ? ਜਾਂ ਤੁਸੀਂ 92 MLA ਹੋ ਔਰ ਤੁਸੀਂ ਧੋਖਾ ਦੇ ਦਿੱਤਾ ਸਿੱਧਾ। ਆਨਰੇਬਲ ਮਹਾਮਹਿਮ ਜੀ ਨੂੰ ਕਿਹਾ ਕੁਛ ਤੇ ਕੀਤਾ ਕੁਛ, ਆਖਰ ਜਿਹੜੇ ਮਤੇ ਪਾਸ ਦੀ ਗੱਲ ਕੀਤੀ ਉਹਦਾ ਜਲੂਸ ਨਿਕਲਿਆ। ਸਾਰਾ ਪੰਜਾਬ ਨਹੀਂ ਬਣ ਕੇ ਪੂਰੀ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਰਹਿਣ ਵਾਲੇ ਪੰਜਾਬੀ ਨੇ, ਚਾਹੇ ਉਹਨਾਂ ਟੀਵੀ ਚੈਨਲਾਂ ਦੇ ਰਾਹੀਂ, ਚਾਹੇ ਸੋਸ਼ਲ ਮੀਡੀਆ ਦੇ ਰਾਹੀਂ, ਚਾਹੇ ਵੱਖ-ਵੱਖ IT ਪਲੇਟਫਾਰਮਸ ਦੇ ਰਾਹੀਂ, YouTube ਦੇ ਰਾਹੀਂ, Facebook ਦੇ ਰਾਹੀਂ, ਨਾ ਜਾਣੇ ਉਹਨਾਂ ਨੇ ਕੀ ਅੱਜ ਵੇਖਿਆ ਹੋਏਗਾ। ਤੇ ਸਾਫ਼ ਨਜ਼ਰ ਆ ਰਿਹਾ ਸੀ ਵੀ ਭਗਵੰਤ ਮਾਨ ਹੋਣੀ ਕਰਦੇ ਕੀ ਪਏ ਨੇ। ਅੱਜ ਭਗਵੰਤ ਮਾਨ ਸਾਹਿਬ ਦੀ ਜਿਹੜੀ ਬੇਬਸੀ ਨਜ਼ਰ ਆਈ ਸਾਨੂੰ, ਏਦਾਂ ਨਜ਼ਰ ਆ ਰਿਹਾ ਸੀਗਾ ਕਿ ਭਗਵੰਤ ਮਾਨ ਸਾਹਿਬ ਨੂੰ ਕਿਹਾ ਜਾ ਰਿਹਾ ਸੀਗਾ ਤੁਸੀਂ ਇਹ ਗੱਲਾਂ ਕਹੋ। ਜਦ ਇੱਕ ਗੱਲ ਹੋ ਗਈ ਜੀ ਸਾਡੀ, ਅਸੀਂ ਇੱਕ ਵਾਂ ਜੀ, ਮੈਂ ਕਹਤਾ ਜੀ ਇੱਕ ਵਾਂ ਸੀ ਸਾਰੇ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਤੁਸੀਂ ਕਹਿਣਾ ਜੀ ਆਪਣੀ ਏਕਤਾ ਦੇ ਉੱਤੇ ਕੁਝ ਕਹਿਣਾ ਚਾਹੁੰਦੇ ਹੋ। ਏਕਤਾ ਤੇ ਏਕਤਾ ਹੀ ਹੁੰਦੀ, ਯੂਨਿਟੀ। ਬਿਲਕੁਲ। ਫਿਰ ਤੁਸੀਂ ਉਹਨੂੰ ਲੈਬੋਰੇਟ ਕਰਨਾ ਸ਼ੁਰੂ ਕੀਤਾ, ਔਰ ਲੈਬੋਰੇਸ਼ਨ ਦੇ ਵਿੱਚ ਇੱਕ ਤਰ੍ਹਾਂ ਦਾ ਸਰਕਾਰ ਦਾ ਨਿਕੰਮਾਪਨ ਨਜ਼ਰ ਆਇਆ। ਤੁਸੀਂ ਇਹਨਾਂ ਨੇ ਅਮਰੀਕਾ ਦੀ ਪਾਵਰ ਚੇਂਜ ਦੀ ਗੱਲ ਕੀਤੀ। ਮੈਂ ਜੇ ਇੱਕ ਚੀਜ਼ ਦਾ ਬੜੇ ਧਿਆਨ ਨਾਲ ਸੋਚਦਾ ਪਿਆ ਸੀਗਾ ਕਿ ਪੰਜਾਬ ਦੇ ਲੋਕਾਂ ਨੇ ਤੇ ਆਪਣੀ ਜਿੱਦ ਪੂਰੀ ਕਰ ਲਈ। ਔਰ ਦੇਖੋ, ਜਦੋਂ ਜਨਤਾ ਇਲੈਕਸ਼ਨ ਲੜਦੀ ਹੈ ਨਾ, ਉਦੋਂ ਜਨਤਾ ਦੇ ਮੈਂਡੇਟ ਦਾ ਸਵਾਗਤ ਕਰਨਾ ਚਾਹੀਦਾ। ਜਨਤਾ ਨੂੰ ਕੋਸਣਾ ਨਹੀਂ ਚਾਹੀਦਾ। ਜਨਤਾ ਖੁਦ ਮਹਿਸੂਸ ਕਰਦੀ ਪਈ ਆ ਹੁਣ ਵੀ ਇਹ ਹੋ ਕੀ ਰਿਹਾ ਸਾਡੇ ਨਾਲ। ਜਦੋਂ ਇੰਨੀ ਗੱਲ ਕਹਿਤੀ ਬਈ ਸਾਡੇ ਕੋਲ ਰੋਡ ਮੈਪ ਹੀ ਬੜੇ ਤਗੜੇ ਨੇ ਇਨਕਮ ਦੇ, ਤੇ ਸਾਨੂੰ ਸੈਂਟਰ ਵੱਲ ਜਾਣ ਦੀ ਲੋੜ ਹੀ, ਤੇ ਪੰਜਾਬੀਆਂ ਨੇ ਆਪਣੀ ਪੰਜਾਬੀਅਤ ਨੂੰ ਜਗਾਇਆ ਸੀਗਾ ਜੀ। ਉਹਨਾਂ ਨੂੰ ਇਹ ਨਹੀਂ ਸੀ ਪਤਾ ਹਫ਼ਤੇ ਬਾਅਦ 50,000 ਕਰੋੜ ਮੰਗਣ ਤੁਰ ਪੈਣਾ ਸੈਂਟਰ ਤੋਂ। ਔਰ ਅੱਜ ਜੋ ਉਹਨਾਂ ਨੇ ਚੰਨੀ ਸਾਹਿਬ ਦੇ ਵਾਸਤੇ ਗੱਲਾਂ ਕਹੀਆਂ, ਦੇਖੋ ਇੱਕ ਤਾਂ ਤੁਸੀਂ ਕਸਮ ਚੁੱਕਦੇ ਜੇ ਗੋਪਨੀਯਤਾ ਦੀ। ਦੇਖੋ ਇਹਨਾਂ ਦੀ ਇਹੋ ਪ੍ਰੋਬਲਮ ਆ ਸਭ ਤੋਂ ਵੱਡੀ ਨਾ ਆਮ ਆਦਮੀ ਪਾਰਟੀ ਦੀ, ਕਿ ਇਹਨਾਂ ਨੂੰ ਤਜਰਬੇ ਦੀ ਕਮੀ ਆ। ਇਹ ਸੰਵਿਧਾਨਕ ਚੀਜ਼ਾਂ ਨੂੰ ਵੀ ਜੱਗ ਜ਼ਾਹਿਰ ਕਰ ਦਿੰਦੇ ਆ। ਸਿੱਧੂ ਮੂਸੇਵਾਲਾ ਦੀ ਜਿਸ ਤਰ੍ਹਾਂ, ਜਾਂ ਉਹਨਾਂ ਦੇ ਨਾਲ ਰਲਦੇ ਸਾਡੇ ਜਿੰਨੇ ਵੀ ਉਹ ਲੋਕ ਜਿਨ੍ਹਾਂ ਨੇ ਸਰਕਾਰਾਂ ਦੇ ਵਿੱਚ ਕੰਮ ਕੀਤਾ, ਔਰ ਜਦੋਂ ਕੰਮ ਕਰਦੇ ਸਰਕਾਰਾਂ ਦੇ ਵਿੱਚ, ਉਹਨਾਂ ਕੋਲ ਕੁਝ ਫੈਸਲੇ ਹੁੰਦੇ ਨੇ ਜੋ ਕਿਸੇ ਦੀ ਫੇਵਰ 'ਚ ਜਾਂਦੇ ਨੇ, ਕਿਸੇ ਦੀ ਅਗੇਂਸਟ ਜਾਂਦੇ ਨੇ, ਔਰ ਜ਼ਿਆਦਾਤਰ ਉਹਨਾਂ ਦੇ ਅਗੇਂਸਟ ਜਾਂਦੇ ਨੇ ਜਿਹੜੇ ਕ੍ਰਾਈਮ ਸੋਚ ਵਾਲੇ ਬੰਦੇ ਹੋਣ। ਔਰ ਜਦੋਂ ਉਹਨਾਂ ਨੂੰ ਪਤਾ ਲੱਗ ਜਾਏ ਕਿ ਫਲਾਣਾ ਬੰਦਾ ਰਿਟਾਇਰ ਹੋ ਗਿਆ ਜਾਂ ਉਹਦੀ ਸਿਕਿਉਰਿਟੀ ਐਸਨ ਰਿਡਿਊਸ ਹੋ ਗਈ ਹੈ, ਤੇ ਕਿਤੇ ਨਾ ਕਿਤੇ ਬਦਲੇ ਦੀ ਭਾਵਨਾ ਦੇ ਨਾਲ ਉਹਦਾ ਪੁਰਾਣਾ ਗੁੱਸਾ ਜਾਗਦਾ, ਕਿਉਂਕਿ ਕੁਝ ਫੈਸਲੇ ਉਹਨਾਂ ਦੇ ਅਗੇਂਸਟ ਗਏ ਹੁੰਦੇ ਨੇ। ਤੇ ਤੁਸੀਂ ਲੋਕਾਂ ਨੇ ਉਹਨਾਂ ਦੀ ਜੇ ਸਿਕਿਉਰਿਟੀ ਨੂੰ ਜੱਗ ਜ਼ਾਹਿਰ ਕਰਾਤਾ, ਇਹਦਾ ਮਤਲਬ ਕਿੱਡੀ ਵੱਡੀ ਇਮੈਚੁਰ ਗੱਲ ਆ। ਔਰ ਅੱਜ ਤੁਸੀਂ ਫਾਈਲਾਂ ਦੀ ਗੱਲ ਕਰਤੀ, ਇਹਦਾ ਮਤਲਬ ਉਹ ਸਾਰੇ ਹੀ ਆਫੀਸਰ, ਚਾਹੇ ਉਹ IAS ਹੋਣ, ਚਾਹੇ PCS ਹੋਣ, ਚਾਹੇ ਉਹ ਕਲੈਰੀਕਲ ਸਟਾਫ ਦੇ ਹੋਣ, ਚਾਹੇ ਕਲਾਸ 1 ਗਸਟਡ ਅਫਸਰ ਹੋਣ, ਫਿਰ ਤੇ ਉਹ ਸਾਰੇ ਡਿਸਮਿਸ ਹੋਣੇ ਚਾਹੀਦੇ ਨੇ। ਤੁਸੀਂ ਦੇਖੋ ਨਾ, ਚੀਫ ਮਿਨਿਸਟਰ ਨੇ ਫਾਈਲ ਤੇ ਸਾਈਨ ਕਰਨੇ, ਥੱਲਿਓਂ ਪਹਿਲੋਂ ਫਾਈਲਸ ਓਕੇ ਹੋ ਕੇ ਆਉਂਦੀ, ਫਿਰ
ਜੀ ਅੱਜ ਉਹਨਾਂ ਨੇ ਇੱਕ ਤਰ੍ਹਾਂ ਦਾ ਇਹ ਇਲਜ਼ਾਮ ਲਾਤਾ ਵੀ ਤੁਸੀਂ ਫਾਈਲਾਂ ਹੀ ਗਲਤ ਸਾਈਨ ਕਰਕੇ ਗਏ ਜੇ, ਤੇ ਲਓ ਨਾ ਫਿਰ ਐਕਸ਼ਨ ਉਹਨਾਂ ਅਫਸਰਾਂ ਦੇ ਖਿਲਾਫ, ਉਹਨਾਂ ਮੁਲਾਜ਼ਮਾਂ ਦੇ ਖਿਲਾਫ। ਉਹਨਾਂ ਨੂੰ ਨਾਲ ਹਿੱਕ ਨਾਲ ਲਾ ਕੇ ਕਿਉਂ ਰੱਖਿਆ ਇਹਨਾਂ ਨੇ? ਔਰ ਦੂਜੀ ਗੱਲ, ਇੰਨੀ ਗੱਲ ਕਹਿਣੀ ਜੀ ਤੁਸੀਂ ਸਾਨੂੰ ਆ ਕੇ ਦੱਸੋ ਇਹ ਫਾਈਲਾਂ ਨੂੰ ਕਿੱਦਾਂ ਪਾਸ ਕੀਤਾ। ਅੱਜ ਤੁਹਾਡੀ ਸਿਆਣਪ ਕਿੱਥੇ ਗਈ ਆ? ਜਿਹੜੇ ਤੁਹਾਡੇ ਪ੍ਰਵਕਤਾ ਵੀ ਭੁੜਕ ਕੇ ਟੀਵੀ ਚੈਨਲ ਤੇ ਬੋਲਦੇ ਸੀਗੇ ਕੇਜਰੀਵਾਲ ਸਾਹਿਬ ਨੇ ਏਦਾਂ ਕਰ ਦੇਣਾ, ਕੇਜਰੀਵਾਲ ਸਾਹਿਬ ਨੇ ਉਦਾਂ ਕਰ ਦੇਣਾ, ਅੱਜ ਕੀ ਗੱਲ ਉਹ ਦਿੱਲੀ ਦੇ ਵੀ ਅਫਸਰ ਫੇਲ ਹੋ ਗਏ ਨੇ? ਯਾਨੀ ਕਿ ਤੁਸੀਂ ਗੋਪਨੀਤਾ ਇੱਕ ਤੁਸੀਂ ਵੀ ਕਿਸੇ ਚੈਨਲ ਤੇ ਕੰਮ ਕਰਦੇ ਹੋ ਪੂਜਾ ਜੀ, ਤੁਸੀਂ ਵੀ ਸਾਡੇ ਨਾਲ ਜਦੋਂ ਸਵਾਲ ਜਵਾਬ ਕਰਨੇ ਸਾਨੂੰ ਸਵਾਲ ਨਹੀਂ ਦੱਸਦੇ ਤੁਸੀਂ। ਗੋਪਨੀयता ਹੁੰਦੀ ਹੈ, ਇੱਕ ਸੀਕ੍ਰੇਸੀ ਹੁੰਦੀ ਆ, ਇੱਕ ਧਰਮ ਹੁੰਦਾ ਜਰਨਲਿਸਟ ਦਾ। ਜਰਨਲਿਸਟ ਨੇ ਆਪਣੇ ਧਰਮ ਦਾ ਪਾਲਣ ਕਰਨਾ ਕਿ ਮੈਂ ਉਹ ਸਵਾਲ ਕਰਨੇ ਆ ਜਿਹੜੇ ਅੱਜ ਦੇ ਮੇਰੇ, ਤੁਸੀਂ ਇੱਕ ਟੌਪਿਕ ਦਿੰਦੇ ਹੋ ਸਾਨੂੰ ਸਵਾਲ ਨਹੀਂ ਦਿੰਦੇ ਜੀ, ਕਿਉਂਕਿ ਤੁਸੀਂ ਆਪਣੇ ਧਰਮ ਦੀ ਪਾਲਣਾ ਕਰਦੇ ਹੋ ਨਾ। ਅਸੀਂ ਕੀ ਗੱਲਾਂ ਕਹਿਣੀਆਂ ਨੇ, ਅਸੀਂ ਆਪਣੇ ਧਰਮ ਦਾ ਪਾਲਣ ਕਰਦੇ ਪਏ ਆ। ਮੇਰੇ ਵਾਸਤੇ ਕੁਲਜੀਤ ਗੱਗੀ ਮੇਰਾ ਵੀਰ ਆ, ਐਡਵੋਕੇਟ ਪਰਮਵੀਰ ਸਿੰਘ ਮੇਰਾ ਵੀਰ ਆ, ਲੇਕਿਨ ਮੇਰੇ ਵਾਸਤੇ ਜੇ ਇੱਥੇ ਆਪ ਵਾਲਾ ਵੀ ਕੋਈ ਸੱਜਣ ਆਇਆ ਹੋਊਗਾ ਤੇ ਉਹ ਵੀ ਮੇਰੇ ਭਰਾਵਾਂ ਵਾਂਗੂ ਮੇਰਾ ਪੰਜਾਬੀ ਵੀਰ ਆ। ਅਸੀਂ ਇੱਕ ਆਪਣਾ ਧਰਮ ਦੀ ਪਾਲਣਾ ਕਰਦੇ ਆ। ਲੇਕਿਨ ਇਹ ਕਿੱਦਾਂ ਦਾ ਧਰਮ ਆ ਕਿ ਤੁਸੀਂ ਅੱਜ ਵਿਧਾਨ ਸਭਾ ਦੇ ਵਿੱਚ ਉਸ ਗੋਪਨੀयता ਨੂੰ ਵੀ ਇਗਨੋਰ ਕਰਦੇ ਪਏ ਹੋ। ਯਾਨੀ ਕਿ ਕਿਤਨਾ ਕਿਤੇ ਭਗਵੰਤ ਸਿੰਘ ਮਾਨ ਹੋਣਾ ਨੂੰ ਅੱਜ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਅਸੀਂ ਜਨਤਾ ਦੀ ਵਿਧਾਨ ਸਭਾ ਲਗਾਈ ਆ, ਉਸ ਵਿਧਾਨ ਸਭਾ ਦੇ ਵਿੱਚ ਸਾਰੇ ਉਹ ਮੁੱਦੇ ਡਿਸਕਸ ਕੀਤੇ ਗਏ ਜੋ ਪੰਜਾਬ ਦੇ ਵਿੱਚ ਚੱਲਦਾ ਪਿਆ। ਠੀਕ ਹੈ। ਪ੍ਰੀ ਇਲੈਕਸ਼ਨ ਵੀ ਜੋ ਇਹਨਾਂ ਨੇ ਵਾਅਦੇ ਕੀਤੇ ਤੇ ਪੋਸਟ ਇਲੈਕਸ਼ਨ ਜੋ ਨਤੀਜੇ ਆਏ। ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਇਹਨਾਂ ਨੇ ਉਦੋਂ ਗੱਲਾਂ ਕਰਕੇ ਲੋਕਾਂ ਨੂੰ ਭਟਕਾਇਆ, ਇੱਕ ਇਮੋਸ਼ਨਲ ਕਰਪਸ਼ਨ ਕੀਤੀ ਲੋਕਾਂ ਦੇ ਨਾਲ। ਲੋਕਾਂ ਨੂੰ ਮੁੱਦਿਆਂ ਤੋਂ ਭਟਕਾਉਣਾ ਵੀ ਬਹੁਤ ਵੱਡਾ ਗੁਨਾਹ ਹੁੰਦਾ ਵਾ। ਕਿਸੇ ਨੂੰ ਗਲਤ ਰਾਏ ਦੇਣੀ ਵੀ ਬੜੀ ਵੱਡੀ ਗੁਨਾਹ ਹੁੰਦੀ ਹੈ। ਜਨਤਾ ਨਾਲ ਝੂਠੇ ਵਾਅਦੇ ਕੀਤੇ, ਜੇ ਤੁਸੀਂ ਉਹਨਾਂ ਵਾਅਦਿਆਂ ਤੇ ਖਰੇ ਅੱਜ ਨਹੀਂ ਉਤਰਦੇ ਪਏ, ਹੁਣ ਇਹਨਾਂ ਨੂੰ ਲੋਕ ਪਿੰਡਾਂ 'ਚ ਨਹੀਂ ਜਾਣ ਦੇ ਰਹੇ। ਅੱਜ ਇਹਨਾਂ ਦੇ ਐਮਐਲਏਜ਼ ਦੀ ਜਿੱਦਾਂ ਦੀਆਂ ਵੌਇਸ ਕੁਆਲਿਟੀ ਦੀਆਂ ਜਿਹੜੀਆਂ ਆਡੀਓਜ਼ ਵਾਇਰਲ ਹੋ ਰਹੀਆਂ ਨੇ, ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਜਾਂ ਜਿਹੜੇ ਕਹਿੰਦੇ ਸੀ ਅਸੀਂ ਆਮ ਆਦਮੀ ਆ, ਇੱਕ ਆਨਰੇਬਲ ਡਿਪਟੀ ਕਮਿਸ਼ਨਰ ਉਹ ਵੀ ਫੀਮੇਲ ਹੋਵੇ ਫਰੀਦਕੋਟ ਦੀ, ਤੇ ਬਾਬਾ ਫਰੀਦ ਜੀ ਦੇ ਮੇਲੇ ਦੇ ਪਵਿੱਤਰ ਦਿਹਾੜੇ ਦੇ ਉੱਤੇ ਜੇਕਰ ਪ੍ਰੋਗਰਾਮ 'ਚ ਉਹ ਆਪਣੀਆਂ ਸਹੇਲੀਆਂ ਨੂੰ ਸੀਟ ਨਹੀਂ ਮਿਲੀ, ਜਿਹੜੇ ਨਾਲ ਆਏ ਸੀ ਲੋਕ ਉਹਨਾਂ ਦੇ, ਇੱਕ ਆਨਰੇਬਲ ਡਿਪਟੀ ਕਮਿਸ਼ਨਰ ਨੂੰ ਤੁਸੀਂ ਇੰਨੀ ਗੱਲ ਕਹਿਤੀ, ਤੇ ਇਹਦੇ ਪਿੱਛੇ ਮਗਰ ਰਹਿ ਕੀ ਗਿਆ? ਇੱਕ ਮਾਲਕ ਹੁੰਦਾ ਉਹ ਡਿਪਟੀ ਕਮਿਸ਼ਨਰ ਪੂਰੇ ਜ਼ਿਲ੍ਹੇ ਦਾ। ਮੈਨੂੰ ਯਾਦ ਆ ਇੱਕ ਵਾਰੀ ਸੁੱਚਾ ਸਿੰਘ ਲਗਾ ਹੋਣਾ ਕੋਈ ਛੋਟੀ ਜਿੰਨੀ ਗੱਲ ਨਿਕਲੀ ਸੀ, ਚਾਹੇ ਉਹ ਹਲਕੀ ਜਿਹੀ ਲੂਜ਼ ਟਾਕ ਸੀ, ਲੇਕਿਨ ਜਦੋਂ ਮੁੱਦਾ ਪ੍ਰਕਾਸ਼ ਸਿੰਘ ਜੀ ਬਾਦਲ ਹੋਣਾ ਕੋਲ ਗਿਆ, ਮੈਂ ਤੇ ਉਹਨਾਂ ਨੂੰ ਪੰਜਾਬ ਦੀ ਸਿਆਸਤ ਦਾ ਯੁੱਗ ਪੁਰਸ਼ ਕਹਿਣਾ, ਜਦੋਂ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਨੇ ਬਾਅਦ ਚੋਂ ਮਾਫੀ ਮੰਗੀ ਕਿ ਮੈਮ ਸੌਰੀ ਜੇ ਮੇਰੇ ਗੱਲ ਕਹਿਣਾ ਤੁਹਾਡੇ ਥੋੜੇ ਇਮੋਸ਼ਨਸ ਵੀ ਹਰਟ ਹੋਏ ਹੋਣ, ਮੇਰਾ ਮਕਸਦ ਇਹ ਨਹੀਂ ਸੀ। ਇਹ ਗੱਲ ਬੜੀ ਮਸ਼ਹੂਰ ਹੋਈ ਸੀ ਉਸ ਟਾਈਮ ਵੀ ਇੱਕ ਆਈਐਸ ਨੂੰ ਲੰਗਾ ਸਾਹਿਬ ਨੇ ਗੱਲ ਕਹਿਤੀ, ਬਾਅਦ ਚੋਂ ਮਾਫੀ ਮੰਗਣੀ ਪਈ। ਅੱਜ ਉਸ ਐਮਐਲਏ ਦੀ ਪਹਿਲੀ ਗੱਲ ਤੇ ਉਹਦੀ ਵਾਈਫ ਦਾ ਪ੍ਰੋਟੋਕੋਲ ਕੀ ਹੈ? ਠੀਕ ਹੈ, ਵਿਧਾਨ ਸਭਾ ਦੇ ਵਿੱਚ ਉਹਦੇ ਹਸਬੰਡ ਜਾਂਦੇ ਨੇ ਨਾ, ਵਾਈਫ ਤੇ ਨਹੀਂ ਜਾਂਦੀ। ਔਰ ਆਨਰੇਬਲ ਆਈਐਸ ਆਫੀਸਰ, ਇੱਕ ਤੁਸੀਂ ਦੱਸੋ ਆਈਐਸ ਆਫੀਸਰ ਨੇ ਜਦੋਂ ਇੱਕ ਤਿਆਰੀ ਕਰਨੀ ਹੁੰਦੀ ਆ, ਕਿੱਦਾਂ ਉਹਨਾਂ ਦੀ ਪੜ੍ਹਾਈ ਚੱਲਦੀ ਆ, ਕਿੱਦਾਂ ਉਹਨਾਂ ਨੂੰ ਤਪੱਸਿਆ ਕਰਨੀ ਪੈਂਦੀ ਆ, ਕਿਹੜੇ ਦੌਰਾਂ ਚੋਂ ਨਿਕਲ ਕੇ ਇੰਟਰਵਿਊਜ਼ ਦੇ, ਟੈਸਟ ਦੇ, ਮੇਨ ਦੇ, ਪ੍ਰੀ ਦੇ, ਫਿਰ ਕਿਤੇ ਜਾ ਕੇ ਸੁਸ਼ੋਭਿਤ ਹੁੰਦੇ ਨੇ ਉਸ ਚੇਅਰ ਦੇ ਉੱਤੇ, ਤੇ ਤੁਸੀਂ ਉਸ ਆਈਐਸ ਦੀ ਮਰਿਆਦਾ ਵੀ ਨਹੀਂ ਰੱਖੀ। ਯਾਨੀ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਪੂਜਾ ਜੀ? ਅੱਜ ਜੇ ਭਾਰਤੀ ਜਨਤਾ ਪਾਰਟੀ ਨੇ ਜਨਤਾ ਦੀ ਵਿਧਾਨ ਸਭਾ ਲਾਈ ਹੈ ਨਾ, ਤੇ ਅਸੀਂ ਇਹਨੂੰ ਜਨ ਦੇ ਵਿੱਚ ਲੈ ਕੇ ਜਾਵਾਂਗੇ। ਇਹ ਇਕੱਲੀ ਇੱਕ ਨਹੀਂ ਲੱਗੀ, ਇਹ ਹੁਣ ਲੋਕ ਸਭਾ ਸਾਡੀਆਂ ਵਿਧਾਨ ਸਭਾ ਲੱਗਦੀਆਂ ਰਹਿਣਗੀਆਂ। ਅਸੀਂ ਜਨਤਾ ਦੇ ਵਿੱਚ ਜਾਵਾਂਗੇ, ਜਨਤਾ ਦੇ ਵਿੱਚ ਪਰਦਾ ਫਾਸ਼ ਕਰਾਂਗੇ, ਝੂਠੇ ਤਿਲਸਮ ਨੂੰ ਲੈ ਕੇ ਆਵਾਂਗੇ ਕਿ ਆਮ ਆਦਮੀ ਪਾਰਟੀ ਬੇਸਿਕਲੀ ਕਰਦੀ ਕੀ ਪਈ ਆ, ਕਿਆ ਕੀ ਸੀ ਤੇ ਨਤੀਜਾ ਕੀ ਨਿਕਲਦਾ ਪਿਆ। ਕਦੀ ਤੁਸੀਂ ਕਹਿੰਦੇ ਚੰਨੀ ਸਾਹਿਬ ਨਹੀਂ ਬਾਹਰੋਂ ਆਂਡੇ, ਕਦੀ ਕਹਿੰਦੇ ਬੀਜੇਪੀ ਸਾਡੇ ਬੰਦਿਆਂ ਨੂੰ ਮੁੱਲ ਖਰੀਦਣ ਦੀ ਆ। ਗਵਾਹ ਤੁਹਾਡੇ ਕੋਲ ਹੈ ਕੋਈ ਨਹੀਂ ਆ, ਸਬੂਤ ਤੁਹਾਡੇ ਕੋਲ ਹੈ ਹੀ ਨਹੀਂ ਆ। ਆਪੇ ਨਹੀਂ ਮੈਂ ਰੱਜੀ ਪੁੱਜੀ, ਆਪੇ ਨਹੀਂ ਮੇਰੇ ਬੱਚੇ ਜੀ ਨੇ, ਆਪੇ 25 ਕਰੋੜ ਰੁਪਇਆ ਮੁੱਲ ਪਾ ਕੇ ਬਹਿ ਗਏ ਆ। ਇੱਕ ਦੂਜੇ ਨੂੰ ਪੁੱਛਦੇ ਪਏ ਤੈਨੂੰ ਮਿਲਿਆ, ਮਤਲਬ ਕੋਈ ਗੱਲ ਥੋੜੀ ਬਣਦੀ ਆ। ਇਹ ਲੋਕਤੰਤਰ ਆ। ਬਾਕੀ ਮੈਂ ਜ਼ਿਆਦਾ ਸਮਾਂ ਨਹੀਂ ਦਵਾਂਗਾ, ਅੱਗੇ ਮੇਰੇ ਦੂਸਰੇ ਸੱਜਣਾਂ ਨੇ ਵੀ ਗੱਲ ਕਰਨੀ ਹੋਣੀ ਆ। ਉਹ ਮੇਰਾ ਖਿਆਲ ਹੈ ਕਿ ਮੇਰੇ ਮਨ ਦੀ ਭਾਵਨਾ ਵਾ, ਤੁਸੀਂ ਸਮਝ ਗਏ ਹੋ। ਚੇਤਨ ਜੀ ਤੁਸੀਂ ਸੀਐਮ ਭਗਵੰਤ ਮਾਨ ਦੀ ਪੂਰੀ ਸਪੀਚ ਸੁਣੀ ਹੋਣੀ। ਉਹਨਾਂ ਨੇ ਇਹ ਵੀ ਕਿਹਾ ਕਿ ਭਾਜਪਾ ਖਿਆਲੀ ਪਲਾਓ ਜਿਹੜੀ ਹੈ ਉਹ ਬਣਾ ਰਹੀ ਹੈ। ਸਾਡੇ ਜਿਹੜੇ ਮੇਰੇ ਸਿਪਾਹੀ ਨੇ, ਸੱਚੇ ਸਿਪਾਹੀ ਨੇ, ਮੇਰੇ ਨਾਲ ਨੇ ਤੇ ਮੇਰੇ ਨਾਲ ਹੀ ਰਹਿਣਗੇ, ਇਸ ਕਰਕੇ ਮੈਂ ਵਿਸ਼ਵਾਸ ਮਤਾ ਲੈ ਕੇ ਆ ਰਿਹਾ। ਹਾਲਾਂਕਿ ਵੋਟਿੰਗ ਜਿਹੜੀ ਹੈ ਉਹ 3 ਅਕਤੂਬਰ ਨੂੰ ਤੁਸੀਂ ਦੱਸੋ ਪੂਜਾ ਜੀ, ਮੈਂ ਤੁਹਾਡੀ ਇਸ ਗੱਲ ਦਾ ਜਵਾਬ ਦਿੰਦਾ ਬੜੀ ਇਮਾਨਦਾਰੀ ਦੇ ਨਾਲ। ਅਸੀਂ ਕਿਹਾ ਕਿ ਤੁਹਾਡੇ ਸਿਪਾਹੀ ਵਿਕਦੇ ਪਏ ਨੇ? ਇੱਕ ਸੋਚਣ ਵਾਲੀ ਗੱਲ ਆ। ਮੈਂ ਛੋਟੀ ਜਿਹੀ ਗੱਲ ਕਹਿ ਦੇਣਾ, ਪਲੀਜ਼ ਇਹਨੂੰ ਸੀਰੀਅਸ ਲੈ ਲਿਓ, ਨਹੀਂ ਇੱਕ ਸਿੰਬੋਲਿਕ ਵਾਕਿਆ ਲਿਓ ਜੋ ਮੈਂ ਤੁਹਾਨੂੰ ਕਹਿਣ ਲੱਗਾ। ਮੈਂ ਕਹਿੰਦਾ ਤੁਸੀਂ ਬੀਜੇਪੀ ਵਾਸਤੇ ਕੰਮ ਕਰਦੇ ਪਏ ਜੇ, ਵਿਕੇ ਪਏ ਜੇ, ਸੱਚਾਈ ਹੈ ਇਸ ਗੱਲ 'ਚ ਕੋਈ? ਮੈਂ ਕਹਿ ਦਿੰਦਾ ਵਾ ਪੰਜਾਬ ਟੂਡੇ ਨੂੰ ਅਸੀਂ ਕਹਿੰਦੇ ਸਾਡੇ ਵੱਲ ਦੀਆਂ ਗੱਲਾਂ ਕਰਿਆ ਕਰ,
ਇਹ ਗੱਲ 'ਚ ਸੱਚਾਈ ਹੈ ਕੁਛ? ਨਹੀਂ ਨਾ ਹੈਗੀ। ਜੀ ਯਾਨੀ ਕਿ ਮੈਂ ਆਪਣੇ ਆਪ ਨੂੰ ਕਹੀ ਜਾਵਾਂ, ਖੁਸ਼ ਕਰੀ ਜਾਵਾਂ, ਆਪਣੇ ਆਪ ਹੀ ਮੈਂ ਤੁਹਾਡੇ ਤੇ ਬਲੇਮ ਲਾ ਦਾਂ, ਆਪਣੇ ਆਪ ਹੀ ਮੈਂ ਕਹਦਾ ਸਾਨੂੰ ਤੁਹਾਡੀ ਕੋਈ ਜ਼ਰੂਰਤ ਨਹੀਂ ਹੈਗੀ, ਆਪਣੇ ਆਪ ਦੀ ਵਡਿਆਈ ਕਰਾਂ, ਤੇ ਤੁਸੀਂ ਕਿਤੇ ਨਾ ਕਿਤੇ ਮਹਿਸੂਸ ਕਰੋਗੇ ਕਿ ਦਿਮਾਗ ਹਿਲ ਗਿਆ ਇਸ ਬੰਦੇ ਦਾ। ਮੈਨੂੰ ਅੱਜ ਇਹੋ ਲੱਗਦਾ ਪਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸੀਐਮ ਸਾਹਿਬ ਨੇ, ਕਿਸੇ ਟਾਈਮ ਸੁਖਬੀਰ ਸਿੰਘ ਜੀ ਬਾਦਲ ਹੋਣਾ ਨੂੰ ਮੰਦਬੁੱਧੀ ਕਹਿੰਦੇ ਹੁੰਦੇ ਸੀ, ਉਹ ਤੇ ਇੱਕ ਸੰਘਰਸ਼ ਦੇ ਦੌਰ ਚੋਂ ਨਿਕਲਦੇ ਪਏ ਸੀਗੇ। ਇੱਕ ਸੰਘਰਸ਼ ਦਾ ਦੌਰ ਆ, ਅਸੀਂ ਤੇ ਕਹਿੰਦੇ ਪਏ ਆ ਸੰਘਰਸ਼ਾਂ ਦੇ ਵਿੱਚੋਂ ਲੀਡਰ ਨਿਕਲਦੇ ਨੇ। ਉਹਨਾਂ ਨੂੰ ਤੁਸੀਂ ਮੰਦਬੁੱਧੀ ਕਹਿ ਕੇ ਤੇ ਥਾਂ ਥਾਂ ਤੇ ਬੋਲਦੇ ਸੀ। ਅੱਜ ਭਗਵੰਤ ਸਿੰਘ ਜੀ ਮਾਨ ਹੋਣਾ ਦੀ ਬੁੱਧੀ ਕਿੱਥੇ ਗਈ ਆ? ਅੱਜ ਇਹ ਪ੍ਰਸ਼ਨ ਕਰਦਾ ਪਿਆ ਪੰਜਾਬ। ਤੁਸੀਂ, ਮੈਂ ਪਿਛਲੇ ਵੀ ਤੁਹਾਡੀ ਡਿਬੇਟ ਤੇ ਗੱਲ ਕੀਤੀ ਸੀ ਕਿ ਪੰਜਾਬ ਨੇ ਬਰਗਾੜੀ ਕਾਂਡ ਦੇ ਵਾਸਤੇ ਇੱਕ IPS ਆਫੀਸਰ ਨੂੰ ਜਿਤਾਤਾ, ਜਿਹਦਾ ਪੰਜਾਬੀ ਤੇ ਪੰਜਾਬ ਨਾਲ ਸਿਰਫ ਇੰਨਾ ਗਵਾਹ ਵਾਸਤਾ ਸੀ ਕਿ ਉਹਨੇ ਜੌਬ ਕੀਤੀ ਸੀ ਇੱਥੇ, ਤੇ ਉਹਨੇ ਕਿਹਾ ਕਿ ਬਰਗਾੜੀ ਕਾਂਡ ਦਾ ਸੱਚ ਦਬਾਇਆ ਜਾ ਰਿਹਾ। ਅੱਜ ਕੀ ਗੱਲ, ਕੁੰਵਰ ਵਿਜੇ ਪ੍ਰਤਾਪ ਸਿੰਘ ਅਸਤੀਫਾ ਦੇਣਗੇ? ਅੱਜ ਲੈ ਕੇ ਆਉ ਨਾ ਕਿ ਬਰਗਾੜੀ ਤੇ ਬਹਿਬਲ ਕਲਾਂ ਦਾ ਸੱਚ ਕੀ ਆ। ਯਾਨੀ ਕਿ ਆਮ ਆਦਮੀ ਪਾਰਟੀ ਨੇ ਏਦਾਂ ਦੀਆਂ ਗੱਲਾਂ ਕਰਕੇ ਲੋਕਾਂ ਦੇ ਵਿੱਚ ਭਰਮ ਪਾਤਾ ਕਿ ਸਾਨੂੰ ਜਨਤਾ ਦੀ ਵਿਧਾਨ ਸਭਾ ਲਾਉਣੀ ਪਈ। ਔਰ ਮੈਂ ਸ਼ਾਬਾਸ਼ ਸਲੂਟ ਕਰਦਾ ਪੂਰੇ ਮੀਡੀਆ ਦਾ, ਮੈਂ ਸਲੂਟ ਕਰਦਾ ਵਾਂ ਪੂਰੀ ਭਾਰਤੀ ਜਨਤਾ ਪਾਰਟੀ ਦਾ, ਮੈਂ ਸਲੂਟ ਕਰਦਾ ਉਹਨਾਂ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਪਹਿਲੀ ਵਾਰੀ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਇਹ ਚੀਜ਼ ਨੂੰ ਲੋਕਾਂ ਅੱਗੇ ਲੈ ਕੇ ਆਂਦਾ ਕਿ ਹਾਂ, ਆਹ ਜਨਤਾ ਦੀ ਵਿਧਾਨ ਸਭਾ ਵਾ, ਇਹਦੇ ਵਿੱਚ ਜਿਹੜੇ ਮੁੱਦੇ ਡਿਸਕਸ ਹੋਏ ਨੇ ਇਹ ਪੰਜਾਬ ਦੇ ਅਸਲ ਮੁੱਦੇ ਨੇ। ਇਹ ਮੁੱਦਾ ਨਹੀਂ ਹੈ ਕਿ ਮਤਾ ਲੈ ਆਉਣ ਤੁਸੀਂ। ਇਹ ਮੁੱਦਾ ਤੇ ਇਲੈਕਸ਼ਨ ਤੋਂ ਪਹਿਲਾਂ ਹੀ ਹੋ ਗਿਆ ਸੀਗਾ ਵੀ ਚੰਨੀ ਸਾਹਿਬ ਕੀ ਕਰਦੇ ਪਏ ਨੇ। ਇਹ ਅੱਜ ਚੰਨੀ ਸਾਹਿਬ ਦੀ ਗੱਲ ਕਰਨੀ ਨਹੀਂ ਬਣਦੀ, ਅੱਜ ਚੰਨੀ ਸਾਹਿਬ ਤੇ ਇਲਜ਼ਾਮ ਲਾਉਣਾ ਨਹੀਂ ਬਣਦਾ, ਅੱਜ ਇਲਜ਼ਾਮ ਲਾਉਣਾ ਨਹੀਂ ਬਣਦਾ। ਅੱਜ ਇਹ ਦੱਸਣਾ ਬਣਦਾ ਵਾ ਕਿ ਹੁਣ ਮੈਂ ਕੀ ਕਵਾਂ, ਬਾਰ-ਬਾਰ ਵੀ 1000 ਰੁਪਇਆ ਭੈਣਾਂ ਨੂੰ ਕਦੋਂ ਮਿਲਣਾ, ਮੈਂ ਕੀ ਕਵਾਂ ਕਿ ਮਾਸਟਰ ਟੈਂਕੀਆਂ ਤੇ ਚੜੇ ਨੇ, ਮੈਂ ਕੀ ਕਵਾਂ ਕਿਸਾਨਾਂ ਨੂੰ ਡਾਂਗਾ ਵੱਜੀਆਂ ਨੇ ਲੰਬੀ ਚ, ਮੈਂ ਕੀ ਕਵਾਂ ਅਸਿਸਟੈਂਟ ਪ੍ਰੋਫੈਸਰਾਂ ਨੂੰ ਕੁੱਟ ਪਈ ਹੈ, ਮੈਂ ਹੋਰ ਕੀ ਕਵਾਂ ਕਿ ਇਹਨਾਂ ਦੇ ਜਿਹੜੇ ਮੰਤਰੀ ਨੇ, MLA ਨੇ ਇੱਕ ਔਰਤ ਜਿਹੜੀ ਚਲਾਉਂਦੀ ਪਈ ਆ ਆਪਣਾ ਇਮੀਗ੍ਰੇਸ਼ਨ ਦਾ ਸੈਂਟਰ, ਉਹਨੂੰ ਕੋਲ ਬੁਲਾ ਕੇ ਕੀ ਕਹਿੰਦੇ ਨੇ, ਕੀ ਗੱਲਾਂ ਵੀਡੀਓ ਦੀ ਕੀ ਵਾਇਰਲ ਕਰੀਏ, ਕੀ ਮਤਲਬ ਵਿਜੇ ਸਿੰਗਲਾ ਵੱਲੋਂ ਗੱਲ ਕਰੀਏ। ਹੁਣ ਤਾਂ ਏਦਾਂ ਲੱਗਦਾ ਪਿਆ ਕਿ ਆਮ ਆਦਮੀ ਪਾਰਟੀ ਇੱਕ ਭ੍ਰਿਸ਼ਟ ਆਦਮੀਆਂ ਦੀ ਪਾਰਟੀ ਬਣਦੀ ਗਈ ਆ, ਕਿਉਂਕਿ ਲੋਕਾਂ ਨੇ ਇਹਨਾਂ ਨੂੰ ਲਿਆਂਦਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ, ਔਰ ਜਨਤਾ ਆਮ ਆਦਮੀ ਪਾਰਟੀ ਦੀ ਹਰ ਚੀਜ਼ ਬਰਦਾਸ਼ਤ ਕਰ ਰਹੀ ਆ, ਭ੍ਰਿਸ਼ਟਾਚਾਰ ਨਹੀਂ ਬਰਦਾਸ਼ਤ ਕਰੇਗੀ। ਬਦਤਮੀਜ਼ ਤੇ ਹੋ ਹੀ ਗਏ ਨੇ, ਬੋਲਣ ਦੀ ਜਾਚ ਭੁੱਲ ਗਈ ਆਮ ਆਦਮੀ ਪਾਰਟੀ ਵਾਲਿਆਂ ਨੂੰ, ਮਰਿਆਦਾਵਾਂ ਭੁੱਲ ਗਈਆਂ ਨੇ, ਸ਼ਬਦਾਵਲੀ। ਹੁਣ ਮੈਂ ਪੂਜਾ ਜੀ ਕਵਾਂਗਾ, ਮੈਡਮ ਕਵਾਂਗਾ, ਠੀਕ ਆ, ਮੈਂ ਪੂਜਾ ਨਹੀਂ ਕਹੂੰਗਾ, ਮੈਂ ਤੁਹਾਨੂੰ ਵਰਮਾ ਨਹੀਂ ਕਹੂੰਗਾ। ਦੇਖੋ ਇੱਕ ਤਹਿਜ਼ੀਬ ਹੁੰਦੀ ਆ, ਤੁਸੀਂ ਤਹਿਜ਼ੀਬ ਦੀਆਂ ਸਾਰੀਆਂ ਸੀਮਾਵਾਂ ਹੀ ਲੰਘ ਗਏ ਜੇ, ਤੁਹਾਨੂੰ ਪਤਾ ਹੀ ਨਹੀਂ ਵਿਧਾਨ ਸਭਾ ਇੱਕ ਮੁਕੱਦਸ ਥਾਂ ਵਾ, ਇੱਕ ਪਵਿੱਤਰ ਥਾਂ ਵਾ, ਤੁਸੀਂ ਉੱਥੇ ਕਿਹੜੇ ਸ਼ਬਦਾਂ ਦੀ ਵਰਤੋਂ ਕਰਨੀ ਆ। ਸੋ ਇਹ ਅੱਜ ਵਿਚਾਰ ਕਰਨ ਵਾਲੀ ਗੱਲ ਆ। ਜਨਤਾ ਸੜਕਾਂ ਤੇ ਨਾ ਆ ਜੇ। ਮੈਨੂੰ ਇਹ ਡਰ ਆ ਕਿ 125-150 ਬੰਦਿਆਂ ਦੀ ਪੁਲਿਸ ਜਿਹੜੀ ਥਾਣੇ ਨੂੰ ਕੰਟਰੋਲ ਕਰਦੀ ਆ, 2-2 ਲੱਖ ਬੰਦੇ ਵਾਲੀ ਕੌਂਸਟੀਚੁਐਂਸੀ ਨੂੰ ਸੰਭਾਲਦੀ ਆ, ਜੇ ਜਨਤਾ 'ਚ ਵਿਦਰੋਹ ਆ ਗਿਆ, ਆਮ ਆਦਮੀ ਪਾਰਟੀ ਦੇ ਸੱਤਾ ਤੋਂ ਲਾਜੂ ਖਮਿਆਜ਼ਾ ਸਾਰੇ ਪੰਜਾਬ ਨੂੰ ਭੁਗਤਣਾ ਪੈਣਾ ਉਹਦਾ। ਬਿਲਕੁਲ। ਤੇ ਪਰਮਵੀਰ ਜੀ, ਅਸੀਂ ਅੱਜ ਦੇਖਿਆ ਕਿ ਜਦ ਮਤਾ ਪਾਸ ਹੋਇਆ, ਜਦ CM ਦੀ ਸਪੀਚ ਸੀਗੀ, ਤੇ ਉਸ ਵੇਲੇ ਆਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਸੀਗਾ, ਕਿਉਂਕਿ ਆਪਰੇਸ਼ਨ ਲੋਟਸ ਨੂੰ ਲੈ ਕੇ ਅਸ਼ਵਨੀ ਸ਼ਰਮਾ ਜਿਹੜੇ ਕਿ MLA ਨੇ ਤੇ ਭਾਜਪਾ ਪ੍ਰਧਾਨ ਵੀ ਨੇ, ਉਹਨਾਂ ਨੇ ਬਾਇਕਾਟ ਕੀਤਾ। ਅਕਾਲੀ ਦਲ ਪਹਿਲਾਂ ਹੀ ਜਿਹੜਾ ਬਾਹਰ ਪ੍ਰਦਰਸ਼ਨ ਕਰਕੇ ਉਹਨਾਂ ਨੇ ਆਲਰੇਡੀ ਬਾਇਕਾਟ ਕੀਤਾ ਹੋਇਆ ਸੀ। ਕਾਂਗਰਸ ਨੇ ਜਦ ਵਿਸ਼ਵਾਸ ਮਤਾ ਲਾਇਆ ਗਿਆ, ਉਹਨਾਂ ਨੇ ਵੀ ਬਾਇਕਾਟ ਕਰਤਾ ਤੇ ਉਹਨਾਂ ਨੂੰ 1 ਦਿਨ ਦੇ ਲਈ ਸਸਪੈਂਡ ਕੀਤਾ ਗਿਆ। ਇਸ ਤਰੀਕੇ ਦੇ ਨਾਲ ਵਿਧਾਨ ਸਭਾ ਚਲਾਉਣਾ ਕਿੱਦਾਂ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦੇ ਮੁੱਦੇ ਕਿਵੇਂ ਜਿਹੜਾ ਹੈ ਚੁੱਕੇ ਜਾਣਗੇ ਜਦ ਕੋਈ ਆਪੋਜੀਸ਼ਨ ਹੀ ਨਹੀਂ ਹੋਏਗਾ ਤੁਹਾਡੇ ਸਾਹਮਣੇ, ਕਿ ਜੋ ਸਵਾਲ ਚੁੱਕ ਸਕੇ, ਜੋ ਸਵਾਲ ਕਰ ਸਕੇ, ਜਿਹੜੇ ਤੁਹਾਡੀ ਗੱਲਾਂ ਉੱਤੇ ਤੁਹਾਨੂੰ ਸੁਝਾਅ ਵੀ ਦੇ ਸਕੇ। ਸਿਰਫ ਕ੍ਰਿਟਿਸਾਈਜ਼ ਕਰਨਾ ਨਹੀਂ ਹੁੰਦਾ, ਸੁਝਾਅ ਦੇਣਾ ਵੀ ਹੁੰਦਾ, ਲੇਕਿਨ ਬਿਨਾਂ ਆਪੋਜੀਸ਼ਨ ਤੇ ਸਰਕਾਰ ਚਲਾਉਣਾ ਕਿੰਨਾ ਕਿ ਜ਼ਿਆਦਾ ਤੁਹਾਨੂੰ ਲੱਗਦਾ ਹੈ ਕਿ ਜ਼ਰੂਰੀ ਹੈ ਇੱਕ ਆਪੋਜੀਸ਼ਨ ਵੀ, ਲੇਕਿਨ ਉਹ ਭੂਮਿਕਾ ਇੱਥੇ ਨਿਭਾਉਣੀ ਨਹੀਂ ਦਿੱਤੀ ਜਾ ਰਹੀ ਜਾਂ ਨਿਭਾ ਨਹੀਂ ਪਾ ਰਿਹਾ ਆਪੋਜੀਸ਼ਨ? ਦੇਖੋ ਜੀ ਪੂਜਾ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੇ ਆਪੋਜੀਸ਼ਨ ਆ ਉਹ ਆਪਣਾ ਰੋਲ ਜਿਹੜਾ ਐਕਟਿਵਲੀ ਪਲੇ ਨਹੀਂ ਕਰ ਰਹੇ, ਤਾਂ ਮੈਂ ਇੱਥੇ ਤੁਹਾਨੂੰ ਦੱਸ ਦਵਾਂ ਵੀ ਅਸੀਂ ਤਾਂ ਪਹਿਲੇ ਦਿਨ ਤੋਂ ਇਹ ਕਹਿ ਰਹੇ ਹਾਂ ਵੀ ਜਿਹੜਾ ਆਪਰੇਸ਼ਨ ਲੋਟਸ ਹੈ, ਸ਼੍ਰੋਮਣੀ ਅਕਾਲੀ ਦਲ ਨੇ ਖੁਦ ਕੰਪਲੇਂਟ ਫਾਈਲ ਕੀਤੀ SSP ਆਫਿਸ ਦੇ ਵਿੱਚ ਵੀ ਇਹਦੀ ਜਾਂਚ ਕੀਤੀ ਜਾਵੇ। ਅਗਰ ਇਹਦੇ ਵਿੱਚ ਜਿਹੜੀ ਵੀ ਪਾਰਟੀ ਦਾ ਨਾਮ ਆਮ ਆਦਮੀ ਪਾਰਟੀ ਲੈ ਰਹੀ ਹੈ, ਅਗਰ ਉਹਨਾਂ ਦਾ ਕਿਸੇ ਦਾ ਵੀ ਰੋਲ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਤੇ ਜੇ ਆਮ ਆਦਮੀ ਪਾਰਟੀ ਦੇ ਐਲੀਗੇਸ਼ਨ ਝੂਠ ਨਿਕਲਦੇ ਆ ਤਾਂ ਆਮ ਆਦਮੀ ਪਾਰਟੀ ਦੇ ਖਿਲਾਫ ਗੱਲ ਕੀਤੀ ਜਾਵੇ। ਹੁਣ ਦੇਖੋ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਆਪੋਜੀਸ਼ਨ, ਦੇਖੋ ਆਪੋਜੀਸ਼ਨ ਦਾ ਕੰਮ ਹੈ ਵੀ ਲੋਕਾਂ ਨੂੰ ਸੁਚੇਤ ਕਰਨਾ, ਸਰਕਾਰ ਨੂੰ ਸੁਚੇਤ ਕਰਨਾ ਵੀ ਲੋਕਾਂ ਦੇ ਨਾਲ ਜਿਹੜੇ ਤੁਸੀਂ ਵਾਅਦੇ ਕੀਤੇ ਹੈ
ਉਹਨਾਂ ਵਾਅਦਿਆਂ ਦੇ ਉੱਪਰ ਤੁਸੀਂ ਸੈਸ਼ਨ ਬੁਲਾਓ। ਉਹ ਜਿਹੜੇ ਅੱਜ ਦੇ ਜਿਹੜੇ ਦੌਰ ਦੇ ਵਿੱਚ ਪੰਜਾਬ ਜਿਹੜਾ ਲੰਘ ਰਿਹਾ, ਚਾਹੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋ ਜਾਵੇ, ਚਾਹੇ ਸਾਡੇ ਪਾਣੀ ਦੀ ਸਿਚੁਏਸ਼ਨ ਹੋ ਜਾਵੇ ਜਿਹੜਾ ਡੇ ਬਾਏ ਡੇ ਪਾਣੀ ਥੱਲੇ ਜਾ ਰਿਹਾ, ਚਾਹੇ ਸਾਡੇ ਪਾਣੀਆਂ ਤੇ ਡਾਕਾ ਪੈ ਰਿਹਾ, SYL ਦੀ ਗੱਲ ਹੋਵੇ, ਚਾਹੇ BBM ਦਾ ਮੁੱਦਾ ਹੋਵੇ, ਚਾਹੇ ਸਾਡੇ ਬੇਰੋਜ਼ਗਾਰ ਜਿਹੜੇ ਟੀਚਰਸ ਨੇ, ਮੈਂ ਕਹਾਂ ਇਲੈਕਟ੍ਰਿਸਿਟੀ ਲਾਈਨਮੈਨ ਨੇ, ਜਾਂ ਹੋਰ ਕਿੱਤਿਆਂ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੂੰ ਸੜਕਾਂ ਤੇ ਡਾਂਗਾ ਦੀ ਵਰਖਾ ਕੀਤੀ ਜਾ ਰਹੀ ਹੈ, ਜਿਨ੍ਹਾਂ ਤੇ ਉਹਨਾਂ ਦੇ ਮੁੱਦੇ ਹੋਣ, ਸਾਡੀਆਂ ਭੈਣਾਂ ਦੀ 1000 ਰੁਪਏ ਦਾ ਮੁੱਦਾ ਹੋਵੇ। ਕਿੰਨੇ ਕੁ ਮੁੱਦੇ ਆ ਜਿਹੜੇ ਕਿ ਇਹਨਾਂ ਨੇ ਆਪ ਖੜੇ ਕੀਤੇ ਸੀ, ਲੋਕਾਂ ਨੂੰ ਯਕੀਨ ਦਿਵਾਇਆ ਸੀ ਵੀ ਅਸੀਂ ਆਉਂਦੇ 24 ਘੰਟਿਆਂ ਦੇ ਵਿੱਚ, ਇੱਕ ਹਫ਼ਤੇ ਦੇ ਵਿੱਚ ਸਾਰਾ ਕੁਝ ਕਰਾਂਗੇ। ਜਦੋਂ ਆਪੋਜੀਸ਼ਨ ਇਸ ਗੱਲਾਂ ਨੂੰ ਲੈ ਕੇ ਇਹਨਾਂ ਨੂੰ ਸੁਚਾਰੂ ਢੰਗ ਨਾਲ ਇਹਨਾਂ ਨੂੰ ਦੱਸਦੀ ਹੈ ਤਾਂ ਇਹਨਾਂ ਦੇ ਕੋਲ ਇੱਕੋ ਗੱਲ ਹੁੰਦੀ ਹੈ ਜੀ ਵੀ ਜਿਹੜੀ ਆਪੋਜੀਸ਼ਨ ਹੈ ਇਹ ਸਾਨੂੰ ਕੰਮ ਨਹੀਂ ਕਰਨ ਦੇ ਰਹੀ। ਪਿਛਲੇ 6 ਮਹੀਨਿਆਂ ਤੋਂ ਸਰਕਾਰ ਆਈ ਹੈ ਤੇ 6 ਮਹੀਨਿਆਂ ਦੇ ਵਿੱਚੋਂ ਇਹਨਾਂ ਨੇ ਇੱਕ ਵੀ ਕੰਮ ਦੱਸ ਦਿਓ ਜਿਹੜਾ ਪੰਜਾਬ ਦੇ ਹਿੱਤਾਂ ਲਈ ਇਹਨਾਂ ਨੇ ਕੀਤਾ ਹੋਵੇ। ਇਹਨਾਂ ਨੇ ਕੰਮ ਕੀਤਾ ਹੈ, ਆਮ ਆਦਮੀ ਪਾਰਟੀ ਨੇ ਸਿਰਫ ਪੰਜਾਬ ਦੇ ਲੋਕਾਂ ਦਾ ਜਿਹੜਾ ਪੈਸਾ ਉਹਨੂੰ ਉਜਾੜਿਆ, ਚਾਹੇ ਉਹ ਐਡਵਰਟੀਜ਼ਮੈਂਟ ਦੇ ਹੋ ਜਾਵੇ। ਜਿਹੜਾ ਪੰਜਾਬ ਦੇ ਉੱਪਰ ਪੈਸਾ ਲੱਗਣਾ ਚਾਹੀਦਾ ਸੀ, ਅੱਜ ਗੁਜਰਾਤ ਤੇ ਹਿਮਾਚਲ ਦੀਆਂ ਅਖਬਾਰਾਂ ਦੇ ਵਿੱਚ ਐਡਵਰਟੀਜ਼ਮੈਂਟ ਆ ਰਹੀ ਹੈ। 1 ਰੁਪਏ ਦਾ ਕੰਮ ਨਹੀਂ ਹੁੰਦਾ ਤੇ ਕਰੋੜਾਂ ਰੁਪਏ ਦੀ ਐਡਵਰਟੀਜ਼ਮੈਂਟ ਅਖਬਾਰਾਂ 'ਚ ਦਿੱਤੀ ਜਾ ਰਹੀ ਹੈ। ਮੈਂ ਥੋੜੀ ਦੇਰ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਵੀ ਜਿਹੜੀ ਲੇਟੈਸਟ RTI ਆਈ ਹੈ ਉਹਦੇ ਵਿੱਚ ਦੱਸਿਆ ਗਿਆ ਹੈ ਵੀ ਫ੍ਰੀ ਬਿਜਲੀ ਦੀ ਜਿਹੜੀ ਐਡਵਰਟੀਜ਼ਮੈਂਟ ਆ ਉਹਦਾ ਖਰਚਾ ਪੰਜਾਬ ਸਰਕਾਰ ਨੇ 5 ਕਰੋੜ ਤੇ 60 ਲੱਖ ਰੁਪਇਆ ਉਹਦੀ ਐਡਵਰਟੀਜ਼ਮੈਂਟ ਤੇ ਖਰਚਿਆ। ਤੇ ਜੇ ਤੁਸੀਂ ਇਹਨਾਂ ਕੋਲੋਂ ਡਾਟਾ ਮੰਗ ਲਵੋ ਨਾ ਤਾਂ ਮੈਨੂੰ ਲੱਗਦਾ ਵੀ 5 ਕਰੋੜ ਲੋਕਾਂ ਨੂੰ ਤਾਂ ਛੱਡੋ, ਕਿਉਂਕਿ ਆਬਾਦੀ 3.5 ਕਰੋੜ ਹੈ, ਵੀ ਇਹ 50 ਬੰਦਿਆਂ ਦਾ ਵੀ ਨਾਮ ਦੱਸ ਦੇਣ, 50 ਪਰਿਵਾਰਾਂ ਦਾ ਜਿਨ੍ਹਾਂ ਨੂੰ ਇਹਦਾ ਲਾਭ ਮਿਲਿਆ ਹੋਵੇ। ਉਸ ਤੋਂ ਬਾਅਦ ਤੁਸੀਂ ਜੇ ਪਰਮਵੀਰ ਜੀ, ਮੈਂ ਤੁਹਾਨੂੰ ਰੋਕ ਰਹੀ ਹਾਂ ਵਿੱਚ, ਲੇਕਿਨ ਇਸ ਨੂੰ ਲੈ ਕੇ CM ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਚੰਗੇ ਕੰਮ ਕਰ ਰਹੇ ਤੇ ਅਸੀਂ ਜ਼ਰੂਰ ਉਸ ਚੀਜ਼ ਬਾਰੇ ਦੱਸਣਾ ਚਾਹਾਂਗੇ ਦੂਜੇ ਸੂਬਿਆਂ ਦੇ ਵਿੱਚ। ਦੂਜੇ ਪਾਸੇ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੀ ਅਜਿਹੇ ਕਈ ਵਿਰੋਧੀ ਨੇਤਾ ਨੇ, ਆਗੂ ਨੇ ਜਿਹੜੇ ਕਿ ਜਾਣਦੇ ਕਿ ਅਸੀਂ ਚੰਗਾ ਕੰਮ ਕਰ ਰਹੇ ਤੇ ਤਾਰੀਫਾਂ ਕਰਦੇ ਵੀ ਹੈ, ਲੇਕਿਨ ਉਹਨਾਂ ਨੂੰ ਰੋਕਿਆ ਜਾਂਦਾ ਹੈ, ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤਾਰੀਫਾਂ ਨਹੀਂ ਕਰਨੀ ਹੈ। ਪੂਜਾ ਜੀ, ਮੈਂ ਤੁਹਾਡੇ ਕੋਲ ਇੱਕ ਛੋਟਾ ਜਿਹਾ ਕੁਐਸਚਨ ਪੁੱਛਦਾ। ਦੇਖੋ, ਪੰਜਾਬ ਦੇ ਵਿੱਚ ਇੱਕ ਵਿਜੀਲੈਂਸ ਦਾ ਨੰਬਰ ਦਿੱਤਾ ਗਿਆ ਕੰਪਲੇਂਟ ਕਰਨ ਲਈ ਜੀ। ਗੁਜਰਾਤ ਦੇ ਵਿੱਚ ਉਹ ਨੰਬਰ ਲਾਗੂ ਹੋਏਗਾ ਕਿ ਹਿਮਾਚਲ ਦੇ ਵਿੱਚ ਉਹ ਨੰਬਰ ਲਾਗੂ ਹੋਏਗਾ? ਪੰਜਾਬ ਵਿੱਚ ਇਹ ਦੱਸਣ ਨਾ ਸਾਡੇ ਭਗਵੰਤ। ਫੇਰ ਤੇ ਉਹ ਪੰਜਾਬ ਦੇ ਲੋਕਾਂ ਦਾ ਪੈਸਾ ਕਰੋੜਾਂ ਰੁਪਈਆ ਗੁਜਰਾਤ ਦੇ ਵਿੱਚ ਤੇ ਹਿਮਾਚਲ 'ਚ ਕਿਉਂ ਲਾਇਆ ਜਾ ਰਿਹਾ? ਦੇਖੋ, ਜਿਹੜੀ ਫ੍ਰੀ ਬਿਜਲੀ ਮਿਲਣੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਤਾਂ ਪੂਰੇ ਵਰਗਾਂ ਨੂੰ ਤੁਸੀਂ ਦਿੱਤੀ ਨਹੀਂ। ਕੀ ਉਹ ਹਿਮਾਚਲ ਦੇ ਵਿੱਚ ਫ੍ਰੀ ਬਿਜਲੀ ਦੇਣਗੇ ਕਿ ਗੁਜਰਾਤ ਦੇ ਵਿੱਚ ਫ੍ਰੀ ਬਿਜਲੀ ਦੇਣਗੇ? ਜਿਹੜੇ ਤੁਸੀਂ ਸੁਵਿਧਾ ਸੈਂਟਰ ਜਿਨ੍ਹਾਂ ਨੂੰ ਬੰਦ ਕਰਤਾ ਤੇ ਉਹਨਾਂ ਦੇ ਉੱਪਰ ਤੁਸੀਂ ਮੁਹੱਲਾ ਕਲੀਨਿਕ ਬਣਾਏ ਆ, ਔਰ ਮੁਹੱਲਾ ਕਲੀਨਿਕ ਖੁੱਲੇ ਨੂੰ 1 ਹਫ਼ਤਾ ਨਹੀਂ ਹੋਇਆ, 50% ਮੁਹੱਲਾ ਕਲੀਨਿਕ ਬੰਦ ਹੋਣ ਦੀ ਕਗਾਰ ਤੇ ਆ ਗਏ, ਕਿਉਂਕਿ ਜਿਹੜੇ ਇਹਨਾਂ ਨੇ ਕੰਟਰੈਕਟਸ ਤੇ ਡਾਕਟਰ ਰੱਖੇ ਸੀ ਉਹ 50% ਡਾਕਟਰ ਦਾ ਕੰਟਰੈਕਟ ਆਪਣਾ ਤੋੜ ਕੇ ਜਾ ਚੁੱਕੇ ਨੇ। ਇਹਨਾਂ ਦੇ ਮੁਹੱਲਾ ਕਲੀਨਿਕ ਦੇ ਵਿੱਚ ਤੁਸੀਂ ਹਰ ਰੋਜ਼ ਤੁਹਾਡੇ ਮੀਡੀਆ ਤੇ ਰਿਪੋਰਟ ਆਉਂਦੀ ਹੈ ਲੋਕਾਂ ਨੂੰ ਕੋਈ ਦਵਾਈ ਨਹੀਂ ਮਿਲ ਰਹੀ। ਸੁਵਿਧਾ ਸੈਂਟਰ ਦੇ ਵਿੱਚ ਲੋਕੀ ਰਾਤ ਨੂੰ 12 ਵਜੇ ਉੱਠ ਕੇ ਘਰੋਂ ਆ ਕੇ ਲਾਈਨਾਂ ਦੇ ਵਿੱਚ ਖੜ ਜਾਂਦੇ ਆ ਤਾਂ ਕਿ ਸਾਨੂੰ ਟੋਕਨ ਮਿਲ ਸਕੇ ਤੇ ਸਾਡਾ ਕੰਮ ਹੋ ਸਕੇ। ਇਹ ਸੁਵਿਧਾ ਜਿਹੜੀਆਂ ਦੇ ਰਹੇ ਨੇ, ਇਸੇ ਕਰਕੇ ਆਪੋਜੀਸ਼ਨ ਬਾਰ-ਬਾਰ ਕਹਿ ਰਿਹਾ ਵੀ ਤੁਸੀਂ ਜੋ ਵੀ ਕਰਨਾ ਹੈ ਤੁਸੀਂ ਉਹਦੀ, ਅਸੀਂ ਤਾਂ ਆਪ ਕਹਿੰਦੇ ਆ ਤੁਸੀਂ ਸੈਸ਼ਨ ਬੁਲਾਓ, ਇਸ ਮੁੱਦਿਆਂ ਦੇ ਉੱਪਰ ਗੱਲ ਕਰੋ, ਲੋਕਾਂ ਨੂੰ ਦੱਸੋ ਤਾਂ ਸਹੀ ਤੁਸੀਂ ਕੀਤਾ ਕੀ ਹੈ। ਹੁਣ ਦੇਖੋ, ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ। ਇਹ ਬਾਰ-ਬਾਰ ਕਹਿ ਰਹੇ ਆ ਜੀ ਵੀ ਆਪਰੇਸ਼ਨ ਲੋਟਸ। ਜਦੋਂ ਦਾ ਆਪਰੇਸ਼ਨ ਲੋਟਸ ਦਾ ਨਾਮ ਆਇਆ, ਇਹਨਾਂ ਦੇ 4 ਮੰਤਰੀਆਂ ਨੇ 4 ਵਾਰੀ ਪ੍ਰੈਸ ਕਾਨਫਰੰਸ ਕਰ ਚੁੱਕੇ ਆ। ਇੱਕ ਵਾਰੀ ਤਾਂ ਇਹ ਵੀ ਪ੍ਰੈਸ ਕਾਨਫਰੰਸ ਕਰਤੀ ਵੀ ਆਹ ਦੇਖੋ ਜੀ ਸਾਡਾ MLA ਪਿੱਛੇ ਖੜਾ ਹੈ ਤੇ ਇਹਨੂੰ ਕਾਲਸ ਆ ਰਹੀਆਂ ਵੀ ਅਗਰ ਤੂੰ BJP 'ਚ ਨਾ ਗਿਆ ਤੇ ਤੇਰੇ ਨਾਲ ਅਸੀਂ ਇੱਦਾਂ ਕਰਾਂਗੇ। ਅਸੀਂ ਕਿਹੜੇ ਯੁੱਗ 'ਚ ਰਹਿ ਰਹੇ ਹਾਂ? ਅੱਜ ਕੱਲ ਤਾਂ ਫੋਨ ਦੇ ਵਿੱਚ ਟੈਕਨੋਲੋਜੀ ਇੰਨੀ ਕੁ ਆ ਗਈ ਹੈ ਵੀ 2 ਮਿੰਟ 'ਚ ਟਰੂ ਕਾਲਰ ਤੇ ਪਤਾ ਲੱਗ ਜਾਂਦਾ ਵੀ ਤੁਹਾਨੂੰ ਕਿਹੜਾ ਬੰਦਾ ਫੋਨ ਕਰ ਰਿਹਾ। ਤੇ ਆਮ ਆਦਮੀ ਪਾਰਟੀ ਨੂੰ ਪੁੱਛਣ ਵਾਲਾ ਹੋਵੇ, 4 ਤੁਸੀਂ ਪ੍ਰੈਸ ਕਾਨਫਰੰਸਾਂ ਕਰਤੀਆਂ, 90 ਲੱਖ ਰੁਪਏ ਅੱਜ ਤੁਸੀਂ ਪੰਜਾਬ ਦੇ ਲੋਕਾਂ ਦਾ ਉਜਾੜਤਾ। ਤੁਸੀਂ ਦੱਸੋ ਅੱਜ ਦੇ ਸੈਸ਼ਨ ਦੇ ਵਿੱਚ ਇਹਨਾਂ ਨੇ ਕਿਹੜੇ ਇੱਕ ਬੰਦੇ ਦਾ ਨਾਮ ਲਿੱਤਾ? ਕਿਹੜਾ ਇਹਨਾਂ ਨੇ ਇੱਕ ਮੋਬਾਈਲ ਨੰਬਰ ਦੱਸਿਆ? ਅਸੀਂ ਤਾਂ ਆਪ ਕਹਿੰਦੇ ਆ ਵੀ ਤੁਸੀਂ ਲੋਕਾਂ ਦੇ ਨਾਮ ਜੱਗ ਜ਼ਾਹਿਰ ਕਰੋ, ਤੁਸੀਂ ਸਾਰਾ ਕੁਝ ਕਰੋ, ਅਕਾਲੀ ਦਲ ਤੁਹਾਡੇ ਨਾਲ ਖੜਾ ਹੈ। ਪਰ ਜੇ ਤੁਸੀਂ ਡਰਾਮਾ ਕਰੋਗੇ, ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕਰੋਗੇ, ਪੰਜਾਬ ਦੇ ਲੋਕਾਂ ਦਾ ਜਿਹੜਾ ਪੈਸਾ ਉਹਨਾਂ ਦੇ ਉੱਪਰ ਲੱਗਣਾ ਸੀ ਉਹਦੀ ਆਪਣੀ ਵਾਹਵਾਹੀ ਦੇ ਉੱਪਰ ਤੇ ਆਪਣੇ ਆਕਾ ਕੇਜਰੀਵਾਲ ਦੀ ਵਾਹਵਾਹੀ ਉੱਪਰ ਲੱਗਣ ਦੋਗੇ ਤੇ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਇਸ ਚੀਜ਼ ਨੂੰ ਸਵੀਕਾਰ ਨਹੀਂ ਕਰੇਗਾ। ਤੇ ਪੂਰਾ ਦ੍ਰਿੜ ਨਿਸ਼ਚੇ ਕਰਕੇ ਚਾਹੇ ਸਾਨੂੰ ਜਿੰਨਾ ਮਰਜ਼ੀ ਸੰਘਰਸ਼ ਕਰਨਾ ਪਵੇ, ਅਸੀਂ ਪੂਰਾ ਸੰਘਰਸ਼ ਕਰਾਂਗੇ, ਪਰ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਠੱਗੀ ਨਹੀਂ ਮਾਰਨ ਦੇਵਾਂਗੇ। ਠੀਕ ਹੈ।
ਤੇ ਇਹ ਸਾਰੀ ਚੀਜ਼ਾਂ ਹੋਈਆਂ, ਲੇਕਿਨ ਇਸ ਤੋਂ ਇਲਾਵਾ ਅਮਰਿੰਦਰ ਰਾਜਾ ਵੜਿੰਗ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਨੇ ਕਿਹਾ ਕਿ ਫਿਰ ਤੋਂ ਫਰੈਸ਼ ਇਲੈਕਸ਼ਨਸ ਕਰਵਾਉਣ ਦੀ ਲੋੜ ਹੈ। ਤੇ ਕੁਲਜੀਤ ਜੀ, ਤੁਸੀਂ ਦੇਖਿਆ ਕਿ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਕਾਫੀ ਕੁਝ ਕਿਹਾ ਗਿਆ। ਸੀਐਮ ਭਗਵੰਤ ਮਾਨ ਨੇ ਆਪ ਆਪਣੀ ਸਪੀਚ ਤੇ ਕਿਹਾ, ਜਦ ਉਹਨਾਂ ਨੇ ਆਪਣਾ ਜਦ ਭਾਸ਼ਣ ਦੇ ਰਹੇ ਸੀਗੇ ਤੇ ਉਸ ਵਿੱਚ ਜ਼ਿਕਰ ਕੀਤਾ ਗਿਆ ਕਿ ਆਖਿਰ ਉਹ ਕਿੱਥੇ ਗਏ, ਕਾਂਗਰਸ ਵਿਧਾਇਕਾਂ ਤੋਂ ਪੁੱਛਿਆ। ਦੇਖੋ, ਮੈਂ ਉਹੀ ਗੱਲ ਪਹਿਲਾਂ ਵੀ ਕਹੀ ਹੈ ਕਿ ਇਹਨਾਂ ਦਾ ਝੂਠ ਤਾਂ ਇਸੇ ਗੱਲ ਤੋਂ ਹੀ ਫੜਿਆ ਜਾ ਰਿਹਾ। ਇਹ ਕਹਿ ਰਿਹਾ ਵੀ ਚੰਨੀ ਸਾਹਿਬ ਤੋਂ ਮੈਂ ਜਿਹੜੀਆਂ ਸਾਈਨ ਕੀਤੀਆਂ ਹੋਈਆਂ ਫਾਈਲਾਂ ਨੇ ਉਹਨਾਂ ਬਾਰੇ ਪੁੱਛਣਾ ਚਾਹੁੰਦਾ ਆ ਜੀ। ਤੇ ਇੱਕ ਪਾਸੇ ਇਹ ਰੌਲਾ ਪਾਉਂਦੇ ਸੀ ਵੀ ਚੰਨੀ ਸਾਹਿਬ ਨੇ 3 ਮਹੀਨਿਆਂ 'ਚ ਕੀਤਾ ਹੀ ਕੱਖ ਨਹੀਂ ਹੈ। ਉਹ ਤਾਂ ਬਸ ਕੱਲੇ ਹੈਲੀਕਾਪਟਰਾਂ ਤੇ ਗੇੜੇ ਕੱਢਦੇ ਰਹੇ ਆ ਜਾਂ ਉਹ ਕਰਦੇ ਰਹੇ ਆ। ਤੇ ਚੰਨੀ ਸਾਹਿਬ ਕਿਹੜਾ ਕਿਤੇ ਚਲੇ ਗਏ ਆ, ਇੱਥੇ ਆਪਦਾ ਫੈਮਿਲੀ ਟੂਰ ਤੇ ਗਏ ਹੋਏ ਆ, ਮੁੜ ਆਉਣਗੇ। ਜਿਹੜਾ ਕੁਝ ਤੁਸੀਂ ਪੁੱਛਣਾ ਉਹਨਾਂ ਨੂੰ ਪੁੱਛ ਲਿਓ। ਇਹ ਲੋਕਾਂ ਨੂੰ ਜਿਹੜਾ ਤੁਸੀਂ ਬੇਵਕੂਫ ਬਣਾ ਰਹੇ ਹੋ, ਕਦੇ ਕਿਸੇ ਦਾ ਨਾਮ ਲੈ ਕੇ, ਕਦੇ ਕਿਸੇ ਨਾਲ ਵੈਂਡਾਟਾ ਕਰਕੇ, ਝੂਠੇ ਕੇਸਾਂ 'ਚ ਫਸਾ ਕੇ, ਤੇ ਜਿਹੜੀ ਤੁਹਾਡੀ ਬਾਡੀ ਲੈਂਗੁਏਜ ਆ ਤੁਹਾਡੇ ਭਾਸ਼ਣਾਂ ਦੇ ਵਿੱਚੋਂ ਸਾਫ਼ ਦਰਸਾ ਰਿਹਾ ਕਿ ਤੁਸੀਂ ਤੁਹਾਡਾ ਹੰਕਾਰ ਕਿੱਦਾਂ ਸਿਰ ਚੜ ਕੇ ਬੋਲ ਰਿਹਾ। ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਆ ਕਿ ਜਿਹੜੀਆਂ ਸਰਕਾਰਾਂ ਨੇ ਸਦਾ ਲਈ ਨਹੀਂ ਰਹਿੰਦੀਆਂ ਹੁੰਦੀਆਂ। ਇਹ 5 ਸਾਲ ਜੇ ਅੱਜ ਸਾਡੇ 18 ਨੇ, ਪਿਛਲੀ ਵਾਰੀ ਤੁਹਾਡੇ ਵੀ 18 ਹੀ ਸੀਗੇ। ਇਹ ਪਤਾ ਨਹੀਂ ਵੀ ਕਦੋਂ ਕਿਹਦੀ ਸਰਕਾਰ ਕਿਤੇ ਆ ਜਾਵੇ। ਤੇ ਜਿਹੜੀ ਗੱਲ ਤੁਸੀਂ ਕਰਦੇ ਸੀਗੇ ਕਿ ਲੋਕਾਂ ਦੇ ਮੁੱਦੇ ਕਿੱਦਾਂ ਹੱਲ ਹੋਣਗੇ, ਦੇਖੋ ਜਿਹੜਾ ਸੈਸ਼ਨ ਹੁੰਦਾ ਉਹਦੇ ਵਿੱਚ ਵਿਰੋਧੀ ਧਿਰ ਦੀ ਕੀ ਭੂਮਿਕਾ ਹੁੰਦੀ ਆ। ਇਹ ਪਹਿਲੀ ਗੱਲ ਤਾਂ ਇਹਨਾਂ ਨੂੰ ਨਾ ਤਾਂ ਵਿਧਾਨ ਸਭਾ ਦੇ ਨਿਯਮਾਂ ਦਾ ਪਤਾ, ਨਾ ਇਹਨਾਂ ਨੂੰ ਵਿਧਾਨ ਸਭਾ ਦੀ ਮਰਿਆਦਾ ਦਾ ਪਤਾ। ਇਹ ਸਾਰੇ ਖੁੱਲੇ ਹੋਏ ਸੰਗਲ ਖਲਾ ਕੇ ਖੁੱਲੇ ਸਾਨਾਂ ਵਾਂਗੂ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਆ। ਇੱਕ ਦੂਜੇ ਤੋਂ ਵੱਧ ਇਹਨਾਂ ਦਾ ਹੰਕਾਰ ਇੱਕ ਸਿਰ ਚੜ ਕੇ ਬੋਲਦਾ ਵੀ ਪਤਾ ਨਹੀਂ ਅਸੀਂ ਕਿੱਡਾ ਕਿਲਾ ਫਤਿਹ ਕਰ ਲਿਆ। ਚਲੋ ਤੁਹਾਨੂੰ ਲੋਕਾਂ ਨੇ ਮਾਣ ਸਤਿਕਾਰ ਦਿੱਤਾ, ਤੁਹਾਨੂੰ ਤੁਹਾਡੇ ਤੇ ਵਿਸ਼ਵਾਸ ਕੀਤਾ, ਤੁਸੀਂ ਲੋਕਾਂ ਨੂੰ ਝੂਠ ਬੋਲ ਕੇ ਸਰਕਾਰ ਬਣਾਈ, ਤੁਹਾਨੂੰ ਏਡਾ ਵੱਡਾ ਮੈਂਡੇਟ ਦੇ ਕੇ ਤੁਹਾਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਤੁਸੀਂ ਲੋਕਾਂ ਨੂੰ ਕੁਝ ਕਰਕੇ ਤਾਂ ਦਿਖਾਓ। ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਨੇ ਲੋਕ ਸਰਕਾਰ ਦੀਆਂ ਜਿਹੜੀਆਂ ਕਮੀਆਂ ਹੁੰਦੀਆਂ, ਖਾਮੀਆਂ ਹੁੰਦੀਆਂ, ਉਹ ਗਿਣਾਉਣੀਆਂ ਹੁੰਦੀਆਂ ਨੇ। ਸਰਕਾਰ ਦੇ ਕੰਮਾਂ ਦੇ ਉੱਤੇ ਜਿੱਥੇ ਕਿਤੇ ਕੁਝ ਲੱਗਦਾ ਹੁੰਦਾ ਵੀ ਇੱਥੇ ਕੋਈ ਘਾਟ ਆ, ਲੋਕਾਂ ਨੂੰ ਇਹ ਚੀਜ਼ ਪ੍ਰੋਵਾਈਡ ਨਹੀਂ ਹੋ ਰਹੀ, ਲੋਕਾਂ ਦੇ ਹੱਕ 'ਚ ਫੈਸਲੇ ਨਹੀਂ ਹੋ ਰਹੇ, ਵਿਰੋਧੀ ਧਿਰ ਨੇ ਉਸ ਚੀਜ਼ ਦੀ ਆਵਾਜ਼ ਚੱਕਣੀ ਹੁੰਦੀ ਆ। ਸਰਕਾਰ ਨੂੰ ਉਹਨਾਂ ਚੀਜ਼ਾਂ ਦੇ ਪ੍ਰਤੀ ਜਾਣੂ ਕਰਵਾਉਣਾ ਹੁੰਦਾ। ਤੇ ਸਰਕਾਰ ਦਾ ਕੰਮ ਕੀ ਹੁੰਦਾ, ਉਹ ਚੀਜ਼ਾਂ ਦੇ ਉੱਤੇ ਵਰਕਿੰਗ ਕਰਕੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਕਰਨਾ ਹੁੰਦਾ। ਪਰ ਇੱਥੇ ਤਾਂ ਦੇਖੋ ਇਹਨਾਂ ਦੀ ਤਾਨਾਸ਼ਾਹੀ ਦੇਖੋ, ਸਰਕਾਰ ਵਿਰੋਧੀ ਧਿਰ ਨੂੰ ਤਾਂ ਕਿਸੇ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਇਹ ਤਾਂ ਇੱਕੋ ਹੀ ਚੀਜ਼ ਦੇਖੋ, ਇਹ ਕਹਿੰਦੇ ਵੀ ਸਾਡਾ ਅਸੀਂ ਚੰਗੇ ਕੰਮ ਕਰ ਰਹੇ ਤਾਂ ਸਾਨੂੰ ਲੋਕ ਸਲਾਉਂਦੇ ਆ। ਚੰਗਾ ਕੰਮ ਇੱਕ ਗਣਵਾਓ ਦਾ ਸੀ, ਤੁਸੀਂ ਕਿਹੜਾ ਕੀਤਾ ਆ ਚੰਗਾ ਕੰਮ ਤੁਹਾਡਾ? ਤੁਸੀਂ ਰੇਤਾ ਪਾਲਿਸੀ, ਮਾਈਨਿੰਗ ਪਾਲਿਸੀ ਲੈ ਕੇ ਆਏ, ਤੁਹਾਡੀ ਉਹ ਹਾਈ ਕੋਰਟ ਨੇ ਸਟੇ ਕਰਤੀ। ਤੁਸੀਂ ਆਟਾ ਦਾਲ ਸਕੀਮ ਦੀ ਜਿਹੜੀ ਪਾਲਿਸੀ ਸੀਗੀ ਉਹ ਲੈ ਕੇ ਆਏ, ਉਹ ਸਟੇ ਹੋ ਗਈ। ਤੁਹਾਡੇ ਐਮਐਲਏ ਸ਼ਰੇਆਮ ਫੋਨਾਂ ਦੇ ਉੱਤੇ ਤੁਹਾਡੇ ਮੰਤਰੀ ਕਰਪਸ਼ਨ ਮੰਗ ਰਹੇ ਆ। ਤੁਸੀਂ ਵਿਜੇ ਇੰਦਰ ਸਿੰਗਲਾ ਨੂੰ ਇੱਕ ਪਤਾ ਨਹੀਂ ਉਹ ਰਿਕਾਰਡਿੰਗ ਵਾਇਰਲ ਹੋਈ ਕਿ ਨਹੀਂ ਹੋਈ, ਉਹ ਤੁਹਾਡੇ ਕੋਲੇ ਆਈ ਆ, ਵਾਇਰਲ ਕਿਤੇ ਨਹੀਂ ਹੋਈ, ਕਿਸੇ ਕੋਲੇ ਮਤਲਬ ਪਬਲਿਕ ਡੋਮੇਨ ਦੇ ਵਿੱਚ ਕਿਤੇ ਵੀ ਨਹੀਂ ਗਈ। ਤੁਸੀਂ ਉਹਦੇ ਉੱਤੇ ਕਾਰਵਾਈ ਕਰਤੀ ਕਿਉਂਕਿ ਉਹ ਇਲੈਕਸ਼ਨ ਸੀਗੀ ਸੰਗਰੂਰ ਦੀ। ਪਰ ਇੱਕ ਜਿਹੜੀ ਹੁਣ ਆਡੀਓ ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋ ਰਹੀ ਆ, ਉਹਦੇ ਤੇ ਕੋਈ ਹਾਲੇ ਤੱਕ ਤੁਸੀਂ ਇਨਵੈਸਟੀਗੇਸ਼ਨ ਨਹੀਂ ਕੀਤੀ, ਤੁਸੀਂ ਉਹਨੂੰ ਕਲੀਨ ਚਿੱਟਾਂ ਦੇਈ ਜਾ ਰਹੇ ਹੋ। ਹਾਲਾਂਕਿ ਫੌਜਾ ਸਿੰਘ ਸਰਾਰੀ ਖੁਦ ਮੰਨ ਰਿਹਾ ਕਿ ਉਹ ਮੇਰੀ ਰਿਕਾਰਡਿੰਗ ਆ, ਉਹ ਖੁਦ ਮੰਨ ਰਹੇ ਆ। ਤੇ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਵਾ, ਲਾਅ ਐਂਡ ਆਰਡਰ ਦੀ ਸਥਿਤੀ ਦਾ ਤੁਸੀਂ ਹਾਲਾਤ ਦੇਖੋ। ਡੀਸੀਪੀ ਨੂੰ ਕੁੱਟਮਾਰ ਕੀਤੀ ਜਾ ਰਹੀ ਆ, ਸਿਵਲ ਹਸਪੀਟਲ ਜਾ ਕੇ ਐਮਐਲਏ ਦੇ ਭਰਾ ਵੱਲੋਂ ਭੰਨਤੋੜ ਕੀਤੀ ਜਾ ਰਹੀ ਆ, ਡੀਸੀ ਨੂੰ ਧਮਕਾਇਆ ਜਾ ਰਿਹਾ ਵਾ, ਮਹਿਲਾ ਅਫਸਰਾਂ ਨੂੰ ਧਮਕਾਇਆ ਜਾ ਰਿਹਾ ਵਾ। ਇਹ ਸਰਕਾਰ ਦੇ ਚੰਗੇ ਕੰਮ ਨੇ? ਤੁਸੀਂ ਕਹਿੰਦੇ ਹੋ ਅਸੀਂ ਬਿਜਲੀ ਦੇ ਜਿਹੜੇ ਲੋਕਾਂ ਦੇ ਬਿੱਲ ਮਾਫ ਕੀਤੇ ਆ, ਉਹ ਜਿਹੜੇ ਪਹਿਲਾਂ ਤੋਂ ਚੱਲਦੇ ਆ ਰਹੇ ਬਿੱਲ ਸੀਗੇ, ਜਿਹੜੇ ਗਰੀਬ ਪਰਿਵਾਰਾਂ ਨੂੰ ਛੋਟਾਂ ਮਿਲਦੀਆਂ ਸੀ, ਰਿਆਇਤਾਂ ਮਿਲਦੀਆਂ ਸੀ, ਤੁਸੀਂ ਉਹਦੀ 1 ਮਹੀਨੇ ਦੇ ਵਿੱਚ 6 ਕਰੋੜ ਰੁਪਏ ਦੀ ਐਡ ਕਰ ਰਹੇ ਹੋ। ਤੁਸੀਂ ਕਹਿ ਰਹੇ ਹੋ ਵੀ ਜੇ ਚੰਗਾ ਕੰਮ ਕਰਾਂਗੇ ਤਾਂ ਦੱਸਾਂਗੇ। ਪਹਿਲਾਂ ਤਾਂ ਤੁਸੀਂ ਇਹ ਕਹਿ ਰਹੇ ਸੀ ਵੀ ਚੰਗਾ ਜਿਹੜਾ ਕੰਮ ਕਰਦਾ ਉਹਨੂੰ ਦੱਸਣਾ ਨਹੀਂ ਪੈਂਦਾ। ਜੇ ਤੁਸੀਂ ਚਲੋ ਐਡ ਕਰਨੀ ਹੋਵੇ, ਤੁਸੀਂ ਕੋਈ ਕੰਮ ਕੀਤਾ ਵਾ, ਤੁਸੀਂ ਪੰਜਾਬ ਦੇ ਵਿੱਚ ਕਰੋ, ਤੁਸੀਂ ਬਾਹਰਲੀਆਂ ਸਟੇਟਾਂ 'ਚ ਕਿਉਂ ਕਰ ਰਹੇ ਹੋ? ਬਾਹਰਲੀਆਂ ਸਟੇਟਾਂ 'ਚ ਤੁਸੀਂ ਕਰਨੀ ਆ, ਤੁਸੀਂ ਆਪਦੇ ਪਾਰਟੀ ਦੇ ਫੰਡ ਦੇ ਨਾਲ ਕਰੋ। ਤੁਹਾਡਾ ਕੋਈ ਹੱਕ ਨਹੀਂ ਪੰਜਾਬ ਦੇ ਲੋਕਾਂ ਦਾ ਪੈਸਾ ਏਦਾਂ ਆਪਦੀ ਇਲੈਕਸ਼ਨ ਕੈਂਪੇਨ ਵਾਸਤੇ ਯੂਜ਼ ਕਰਨ ਦਾ। ਸੋ ਗੱਲਾਂ ਸਰਕਾਰ ਹਰ ਜਿਹੜਾ ਫਰੰਟ ਆ ਹਰੇਕ ਮੁੱਦੇ ਦੇ ਉੱਤੇ ਫੇਲ ਆ। ਨਾ ਇਹਨਾਂ ਤੋਂ SYL ਦਾ ਮੁੱਦਾ ਹੋਣਾ, ਇਹ ਕਹਿੰਦੇ ਸੀ 24 ਘੰਟਿਆਂ ਦੇ ਵਿੱਚ, ਕੇਜਰੀਵਾਲ ਸਾਹਿਬ ਕਹਿੰਦੇ ਸੀ ਨੀਅਤ ਸਾਫ਼ ਚਾਹੀਦੀ ਆ, 24 ਘੰਟਿਆਂ ਦੇ ਵਿੱਚ ਅਸੀਂ ਬਰਗਾੜੀ ਦਾ ਇਨਸਾਫ ਦਵਾਵਾਂਗੇ। ਹੁਣ ਗੱਲ ਨਹੀਂ ਕਰਦੇ ਬਰਗਾੜੀ ਦੀ। ਗੱਲ ਤਾਂ ਇਹ ਆ ਨਾ, ਜਿਹੜੇ ਆ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ। ਭਗਵੰਤ ਮਾਨ ਸਾਹਿਬ ਜਿਹੜਾ ਜਰਮਨ ਦੇ ਦੌਰੇ ਦਾ ਇਹਨਾਂ ਦਾ ਇੰਨਾ ਰੌਲਾ ਪਿਆ ਸੀਗਾ, ਪਹਿਲਾਂ BMW ਦੀ ਗੱਲ ਕੀਤੀ, ਬਾਅਦੋਂ ਜਿਹੜੀ ਆਲਰੇਡੀ ਐਸਟੈਬਲਿਸ਼ ਹੈਗੀ ਆ ਪੰਜਾਬ ਦੇ ਵਿੱਚ ਜਿਹੜੀ ਸਾਈਕਲ ਕੰਪਨੀ, ਫਿਰ ਉਹਦੇ ਤੇ ਆ ਗਏ। ਉਦੋਂ ਬਾਅਦ ਜਿਹੜਾ ਇਹਨਾਂ ਦੇ ਕਿਰਦਾਰ ਦੇ ਉੱਤੇ, ਇਹਨਾਂ ਦਾ ਕਰੈਕਟਰ ਦੇ ਉੱਤੇ ਜਿਹੜੀ ਉਂਗਲ ਉੱਠੀ, ਲੋਕਾਂ ਦੇ ਵਿੱਚ ਰੌਲਾ ਪਿਆ, ਉਹਦੇ ਤੇ ਕਿਉਂ ਨਹੀਂ ਜਵਾਬ ਦਿੰਦੇ? ਗੱਲ ਤਾਂ ਇਹ ਆ, ਜਵਾਬ ਤੁਸੀਂ ਲੋਕ ਤੁਹਾਤੋਂ ਜਵਾਬ ਮੰਗ ਰਹੇ, ਤੁਸੀਂ ਜਵਾਬ ਦੇ ਨਹੀਂ ਰਹੇ। ਹਾਲਾਂਕਿ ਜਿਹੜਾ ਤੁਸੀਂ ਇੱਕ ਜਿੱਦ ਪਕਾਉਣ ਵਾਸਤੇ
ਤੁਸੀਂ ਪਹਿਲਾਂ ਸਿੱਧਾ ਉਹ ਸੈਸ਼ਨ ਮੰਗਿਆ ਸੀਗਾ ਆਪਦਾ ਕੌਨਫੀਡੈਂਸ ਦਿਖਾਉਣ ਵਾਸਤੇ ਆਪਦੇ ਐਮਐਲਏਆਂ ਦਾ, ਮੁੜ ਕੇ ਤੁਹਾਡਾ ਉਹ ਰੱਦ ਹੋ ਗਿਆ, ਤੁਸੀਂ ਹੁਣ ਟੇਢੇ ਪਾਸੇ ਨੂੰ ਤੁਰ ਪਏ। ਗੱਲ ਫੇਰ ਹੋਈ ਹੈ, ਪੰਜਾਬ ਦਾ ਮੁੱਦਾ ਤਾਂ ਤੁਸੀਂ ਕੋਈ ਡਿਸਕਸ ਹੀ ਨਹੀਂ ਕਰ ਰਹੇ, ਪੰਜਾਬ ਦੇ ਮੁੱਦੇ ਦੇ ਉੱਤੇ ਤਾਂ ਤੁਸੀਂ ਕੋਈ ਬਹਿਸ ਹੀ ਨਹੀਂ ਕਰ ਰਹੇ, ਕਿਉਂਕਿ ਤੁਹਾਡੀ ਨੀਅਤ ਨਹੀਂ ਸਾਫ਼ ਹੈਗੀ। ਤੁਹਾਨੂੰ ਆਇਆ ਵੀ ਪੰਜਾਬ 'ਚ ਸਰਕਾਰ ਬਣ ਗਈ, ਹੁਣ ਪੰਜਾਬ ਵਾਲੇ ਪੈਸੇ ਦੇ ਉੱਤੇ, ਪੰਜਾਬ ਦੇ ਲੋਕਾਂ ਦੇ ਪੈਸੇ ਦੇ ਉੱਤੇ ਕਿਵੇਂ ਅਸੀਂ ਗੁਜਰਾਤ ਜਿੱਤ ਲਈਏ, ਕਿਵੇਂ ਹਿਮਾਚਲ ਜਿੱਤ ਲਈਏ। ਪੰਜਾਬ ਦੇ ਲੋਕ ਜਜ਼ਬਾਤੀ ਨੇ, ਜਜ਼ਬਾਤਾਂ ਦੇ ਵਹਿਣ ਦੇ ਵਿੱਚ ਬੈਠ ਕੇ ਤੁਹਾਨੂੰ ਵੋਟ ਪਾ ਚੁੱਕੇ ਨੇ। ਲੋਕਾਂ ਨੂੰ ਪਤਾ ਲੱਗ ਗਿਆ 6 ਮਹੀਨਿਆਂ ਦੇ ਵਿੱਚ, ਕਦੇ ਨਹੀਂ ਪਹਿਲਾਂ ਇਹ ਹੋਇਆ ਸੀਗਾ ਵੀ 6 ਮਹੀਨਿਆਂ ਦੇ ਵਿੱਚ ਲੋਕ ਸਰਕਾਰ ਤੋਂ ਕਿਸੇ ਤੋਂ ਅੱਕਦੇ ਹੁੰਦੇ ਸੀ। ਪਹਿਲੀ ਸਰਕਾਰ ਆ, 3 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਨਤੀਜਾ ਭੁਗਤਣਾ ਪਿਆ ਵਾ ਸੰਗਰੂਰ ਇਲੈਕਸ਼ਨ ਦੇ ਵਿੱਚ। ਸੋ ਇਹ ਜਿਹੜਾ ਇਹ ਕਰਦੇ ਆ 92 ਦੀ ਗੱਲ ਕਰਦੇ ਆ ਵੀ ਸਾਨੂੰ ਪੂਰਾ ਵਿਸ਼ਵਾਸ ਆ ਕਿ ਸਾਡੇ ਦਾ ਆਮ ਘਰਾਂ ਪਰਿਵਾਰਾਂ ਦੇ ਵਿੱਚ ਉੱਠੇ ਹੋਏ ਆ। ਮੈਂ ਦੱਸ ਦੇਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ, 50 ਤੋਂ ਜਿਹੜੇ 60 ਤੁਹਾਡੇ ਐਮਐਲਏ ਨੇ ਉਹ ਸਾਡੀਆਂ ਕਾਂਗਰਸ ਅਕਾਲੀ ਬੀਜੇਪੀ ਜੋ ਗਏ ਹੋਏ ਆ ਤੁਹਾਡੇ ਵੱਲ। ਜਿਹੜਾ ਸ਼ੀਤਲ ਉਂਗਰਾਲ ਆ ਜਲੰਧਰ ਤੋਂ ਤੁਹਾਡਾ ਐਮਐਲਏ ਕਹਿ ਰਿਹਾ ਵਾ ਵੀ ਮੈਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹ ਬੰਦਾ ਇਹ 25 ਕਰੋੜ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਵੀ ਉਹ 25 ਲੱਖ ਦੇ ਵੀ ਲਾਇਕ ਨਹੀਂ ਹੈਗਾ। ਉਹਦੇ ਤੇ ਤੁਸੀਂ ਚਾਰਜਸ ਦੇਖੋ ਕਿਹੜੇ ਕਿਹੜੇ ਲੱਗੇ ਹੋਏ ਆ। ਜੂਆ ਖੇਡਣ ਦਾ ਚਾਰਜ ਉਹਦੇ ਤੇ ਲੱਗਿਆ ਹੋਇਆ, ਦਾਰੂ ਵੇਚਣ ਦਾ ਚਾਰਜ ਉਹਦੇ ਤੇ ਲੱਗਿਆ ਹੋਇਆ, ਮਾਈਨਰ ਕੁੜੀ ਨੂੰ ਕਿਡਨੈਪਿੰਗ ਕਰਨ ਦਾ ਚਾਰਜ ਉਹਦੇ ਤੇ ਲੱਗਿਆ ਹੋਇਆ, 307 ਦਾ ਚਾਰਜ। ਹੁਣ ਤੁਸੀਂ ਦੱਸੋ ਵੀ ਉਹਦੀ ਇਮਾਨਦਾਰੀ ਕੀ ਇਮਾਨਦਾਰੀ ਰਹੇਗੀ? ਜਿਹੜਾ ਬੰਦਾ ਜੂਆ ਖੇਡਦਾ ਕੀ ਸਾਡੇ ਜਿਹੜਾ ਸਮਾਜ ਨੂੰ ਜਾਂ ਆਪਦੇ ਹਲਕੇ ਦੇ ਲੋਕਾਂ ਨੂੰ ਕੀ ਸੇਧ ਦਊਗਾ ਜਿਹੜਾ ਉਂਗਰਾਲ ਸ਼ੀਤਲ ਉਂਗਰਾਲ ਆ? ਸੋ ਲੋਕਾਂ ਨੂੰ ਬੇਵਕੂਫ ਨਾ ਬਣਾਓ। ਪੰਜਾਬ ਪਹਿਲਾਂ ਹੀ ਤਰਾਸਦੀ ਦੇ ਵਿੱਚ ਗੁਜ਼ਰ ਰਿਹਾ ਵਾ। ਪੰਜਾਬ ਇਹੋ ਜਿਹੇ ਮਾਹੌਲ ਦੇ ਵਿੱਚੋਂ ਗੁਜ਼ਰ ਰਿਹਾ ਕਿ ਪੰਜਾਬ ਨੂੰ ਆਪਾਂ ਅੱਗੇ ਲੈ ਕੇ ਜਾਣ ਦੀ ਗੱਲ ਕਰੀਏ, ਨਾ ਕਿ ਸਿਰਫ ਆਪਦੀ ਸ਼ੌਹਰਤ ਵਾਸਤੇ, ਆਪਦੀ ਪਾਰਟੀ ਦੀ ਸਟੈਬਲਿਸ਼ਮੈਂਟ ਵਾਸਤੇ ਪੰਜਾਬ ਦੇ ਪੈਸੇ ਨੂੰ ਵਰਤੀਏ। ਇਹ ਗੱਲ ਬਿਲਕੁਲ ਲੋਕ ਪੰਜਾਬ ਦੇ ਬਰਦਾਸ਼ਤ ਨਹੀਂ ਕਰਨਗੇ। ਤੇ ਤੁਹਾਨੂੰ ਆਉਣ ਵਾਲੀਆਂ ਜਿਹੜੀਆਂ ਚੋਣਾਂ ਆਉਣੀਆਂ ਨੇ, ਚਾਹੇ ਉਹ ਕਾਰਪੋਰੇਸ਼ਨ ਦੀਆਂ ਨੇ, ਚਾਹੇ ਐਮਪੀ ਇਲੈਕਸ਼ਨ ਆ, ਚਾਹੇ ਜਿਹੜੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਸਰਪੰਚ ਦੀਆਂ ਇਲੈਕਸ਼ਨਾਂ ਨੇ, ਤੁਹਾਨੂੰ ਮੂੰਹ ਦੀ ਖਾਣੀ ਪੈਣੀ। ਤੁਹਾਨੂੰ ਬੰਦੇ ਨਹੀਂ ਲੱਭਣੇ ਖੜਾਉਣ ਨੂੰ, ਆਪਦੇ ਕੈਂਡੀਡੇਟ ਨਹੀਂ ਤੁਹਾਨੂੰ ਮਿਲਣੇ ਹੈਗੇ। ਇਹ ਗੱਲ ਤੁਸੀਂ ਲੜ ਨਾਲ ਬੰਨ ਲਓ। ਲੋਕਾਂ ਨੇ ਤੁਹਾਡੇ ਤੇ ਇੱਕ ਵਾਰ ਵਿਸ਼ਵਾਸ ਕਰਕੇ ਦੇਖ ਲਿਆ, ਲੋਕ ਹੁਣ ਤੁਹਾਡੇ ਤੇ ਦੁਬਾਰਾ ਵਿਸ਼ਵਾਸ ਨਹੀਂ ਕਰਨਗੇ। ਤੁਹਾਨੂੰ ਮੂੰਹ ਦੀ ਖਾਣੀ ਪੈਣੀ ਆ। ਤੇ ਤੁਸੀਂ ਦੇਖੋਗੇ, ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਜਿਹੜੇ ਹੰਕਾਰ ਨਾਲ ਇਹ ਗੱਲਾਂ ਕਰਦੇ ਆ ਨਾ ਵੀ ਕਾਂਗਰਸ ਖਤਮ ਹੋ ਰਹੀ ਹੈ, ਕਾਂਗਰਸ ਕਦੇ ਨਹੀਂ ਖਤਮ ਹੋਊਗੀ, ਕਾਂਗਰਸ ਨੂੰ ਬੜੇ ਖਤਮ ਕਰਨ ਵਾਲੇ ਚਲੇ ਗਏ, ਬਹੁਤ ਆਏ। ਕੋਈ ਗੱਲ ਨਹੀਂ, ਮਾੜਾ ਚੰਗਾ ਸਮਾਂ ਜਿਹੜਾ ਪਾਰਟੀਆਂ ਤੇ ਚੱਲਦਾ ਰਹਿੰਦਾ ਵਾ, ਇਹ ਵੀ ਨਿਕਲ ਜਾਣਾ ਵਾ। ਕੋਈ ਗੱਲ ਨਹੀਂ, ਤੁਹਾਨੂੰ ਗਾਹ ਪਤਾ ਲੱਗ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਇਹ ਝੂਠੀ ਰਾਜਨੀਤੀ ਕਰਕੇ, ਝੂਠੀ ਸ਼ੌਹਰਤ ਦੀ ਰਾਜਨੀਤੀ ਕਰਕੇ ਅੱਜ ਕਿਸੇ ਨੂੰ ਕਿਸਾਨ ਮੇਲਾ ਲੁਧਿਆਣੇ ਲੱਗਦਾ ਵਾ, ਜਿਹੜਾ ਲੱਗਦਾ ਹੀ ਕਿਸਾਨਾਂ ਵਾਸਤੇ, ਉੱਥੇ ਕਿਸਾਨਾਂ ਨੂੰ ਵੜਨ ਨਹੀਂ ਦਿੱਤਾ ਗਿਆ। ਇਹ ਪਹਿਲੀ ਵਾਰ ਹੋਇਆ। ਇਹ ਸੀਐਮ ਜਿਹੜਾ ਕਹਿੰਦਾ ਸੀ ਮੈਂ ਆਮ ਲੋਕਾਂ ਦਾ ਸੀਐਮ, ਇਹਦੀ ਸਿਕਿਉਰਿਟੀ ਦੇ ਰੀਜ਼ਨਸ ਕਰਕੇ ਉਹਦੇ ਕਿਸਾਨਾਂ ਨੂੰ ਨਹੀਂ ਵੜਨ ਦਿੱਤਾ। ਜਗ੍ਹਾ ਜਗ੍ਹਾ ਤੇ ਇਹਨਾਂ ਦਾ ਵਿਰੋਧ ਹੋ ਰਿਹਾ ਵਾ। ਜਿਹੜੇ ਮੁਲਾਜ਼ਮ ਆਪਦਾ ਪ੍ਰੋਟੈਸਟ ਕਰਦੇ ਆ, ਉਹਨਾਂ ਤੇ ਡਾਂਗਾਂ ਭਰਾਈਆਂ ਜਾ ਰਹੀਆਂ ਨੇ। ਟੈਂਕੀਆਂ ਤੋਂ ਬਥੇਰਾ ਉਤਾਰਦੇ ਸੀ ਜਾ ਕੇ ਚੂੜੀਆਂ ਵਾਲੀਆਂ ਭੈਣਾਂ ਨੂੰ ਜਾ ਕੇ, ਹੁਣ ਉਹਨਾਂ ਤੇ ਡਾਂਗਾ ਫੇਰੀਆਂ ਜਾ ਰਹੀਆਂ ਨੇ। ਉਹ ਵੀ ਜਿਹੜੇ ਪੁਲਿਸ ਜਿਹੜੇ ਆਦਮੀ ਨੇ, ਜਿਹੜੇ ਮਤਲਬ ਮੇਰਾ ਕਹਿਣ ਦਾ ਮਤਲਬ ਜਿਹੜੇ ਲੇਡੀਜ਼ ਪੁਲਿਸ ਜਿੱਥੇ ਲੇਡੀਜ਼ ਨਾਲ ਡੀਲ ਕਰਦੀ ਆ, ਇੱਥੇ ਇਹਨਾਂ ਦੇ ਜਿਹੜੇ ਬੰਦੇ ਪੁਲਿਸ ਵਾਲੇ ਨੇ ਨਾ, ਉਹ ਲੇਡੀਜ਼ ਨੂੰ ਕੁੱਟ ਰਹੇ ਆ। ਇਸ ਤੋਂ ਬਾਅਦ ਹੁਣ ਇਹਨਾਂ ਦੇ ਜਿਹੜੇ ਲੋਕਤੰਤਰ ਦਾ ਜਲੂਸ ਹੈ ਕੀ ਕੱਢ ਸਕਦੇ ਆ, ਕੱਢ ਰਹੇ ਆ। ਲੋਕ ਦੇਖ ਰਹੇ ਆ ਸਾਰਾ ਕੁਝ, ਲੋਕਾਂ ਤੋਂ ਕੁਝ ਨਹੀਂ ਛੁਪਿਆ। ठीक है, तो बिल्कुल ये गल सच भी है क्योंकि किसान खासकर क्योंकि 2 दिन जी बरसात हुई, मीह पिया, तो किसान उम्मीद कर रहे थे कि मुआवजे बारे इस बारे जिक्र किया जाएगा। चेतन जी, जनता दी विधान सभा की ये भी 3 तारीख तक चलेगी, जिवें कि पैरलर विधान सभा चल रही है, तो उस विच किसानी दी गल नहीं हुई। अज किसान उम्मीद लगा के बैठे सी कि सरकार गल करेगी। ਲਈ ਅਸੀਂ ਇਹਨੂੰ ਕੀਤਾ ਹੋਇਆ ਵਾ। ਮੁੱਦੇ ਇੱਕ ਦਿਨ ਦੇ ਵਿੱਚ ਨਹੀਂ ਸਾਰੇ ਡਿਸਕਸ ਕੀਤੇ ਜਾਂਦੇ ਪੂਜਾ ਜੀ, ਕਿਉਂਕਿ ਅੰਦਾਜ਼ੇ ਗਲਤ ਹੋ ਸਕਦੇ ਨੇ, ਤਜਰਬੇ ਗਲਤ ਨਹੀਂ ਹੁੰਦੇ। ਅੰਦਾਜ਼ੇ ਸਾਡੇ ਮਨ ਦੇ, ਸਾਡੀ ਕਲਪਨਾਵਾਂ ਦੇ ਹੁੰਦੇ ਨੇ, ਸਾਡੀ ਸੋਚ ਦੇ ਹੁੰਦੇ ਨੇ। ਤਜਰਬੇ ਜਿਹੜੇ ਹੁੰਦੇ ਨੇ ਨਾ, ਉਹ ਸਾਨੂੰ ਜੀਵਨ ਦੀਆਂ ਸਿੱਖਿਆਵਾਂ ਤੋਂ ਮਿਲਦੇ ਨੇ। ਔਰ ਕਿਸਾਨੀ ਇੱਕ ਐਸੀ ਸਿੱਖਿਆ ਵਾ, ਇੱਕ ਐਸਾ ਸਬਜੈਕਟ ਆ, ਇੱਕ ਐਸਾ ਵਿਸ਼ੇ ਆ, ਉਹਨੂੰ ਜੇ ਡਿਸਕਸ ਕੋਈ ਨਹੀਂ ਕਰੇਗਾ ਤੇ ਉਹ ਸਰਕਾਰ ਨੂੰ ਮੈਂ ਜਨਤਾ ਦੀ ਸਰਕਾਰ ਨਹੀਂ ਮੰਨਦਾ। ਅੱਜ ਕਿਸਾਨੀ ਦੇ ਮੁੱਦੇ ਡਿਸਕਸ ਹੋਏ ਨੇ ਸਾਡੇ। ਏਦਾਂ ਕਦੀ ਨਹੀਂ ਹੋ ਸਕਦਾ ਕਿ ਤੁਸੀਂ ਪੰਜਾਬੀਅਤ ਦੀ ਗੱਲ ਕਰੋ, 5 ਕੱਕਿਆਂ ਦੀ ਗੱਲ ਕਰੋ। ਵਿਧਾਨ ਸਭਾ ਦੀ ਗੱਲ ਕਰ ਰਹੀ ਹਾਂ ਸਰ, ਮੈਂ ਜਨਤਾ ਦੀ ਵਿਧਾਨ ਸਭਾ ਦੀ ਗੱਲ ਨਹੀਂ ਕਰ ਰਹੀ, ਮੈਂ ਉੱਥੇ ਦੀ ਗੱਲ ਕਰ ਰਹੀ ਹਾਂ। ਅੱਛਾ, ਪੰਜਾਬ ਵਿਧਾਨ ਸਭਾ ਦੀ ਜੀ। ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਮੈਂ ਹੁਣ ਤੁਹਾਨੂੰ ਕੀ ਕਹਾਂ ਪੂਜਾ ਜੀ,
24 ਘੰਟੇ ਵੀ ਨਿੰਦਣਾ ਚੰਗਾ ਨਹੀਂ ਹੁੰਦਾ, ਠੀਕ ਹੈ ਜੀ, ਕਿਉਂਕਿ ਇੰਨਾ ਕੀ ਨਿੰਦੀਏ। ਮੈਂ ਨਾ ਹੁਣ ਇੱਕ ਮਿਰਜ਼ਾ ਗਾਲਿਬ ਦਾ शेर आखे रंज से गुदर हुआ इंसान तो मिट जाता है रंज, मुश्किलें इतनी पड़ी गालिब के आसान हो गई। एक वक्त तो बाद जिदा मुश्किलां आसान हो जांदियां ने, मुश्किल लगदी नहीं। इदां ही जे ਅਸੀਂ ਨਿੰਦਿਆ ਕਰਦੇ ਰਹਿੰਦੇ, ਇੱਕ ਟਾਈਮ ਤੋਂ ਬਾਅਦ ਸਾਡਾ ਨਿੰਦਿਆ ਕਰਨ ਨੂੰ ਤਾਂ ਜੀ ਨਹੀਂ ਕਰਦਾ, ਕਿਉਂਕਿ ਉਹ ਹੈ ਹੀ ਮਤਲਬ ਉਹਨਾਂ ਵੱਲ ਵੇਖ ਕੇ ਹੀ ਉਹ ਨਿੰਦਿਆ ਸ਼ਬਦ ਅੱਖਾਂ ਅੱਗੇ ਆ ਜਾਂਦੀ ਹੈ। ਅੱਜ ਕਿਸਾਨੀ ਦਾ ਮੁੱਦਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਨਾ ਡਿਸਕਸ ਹੋਣਾ, ਇਥੋਂ ਸਾਫ਼ ਨਜ਼ਰ ਆਉਂਦਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਮਾਨਸਿਕਤਾ ਹੈਗੀ ਆ ਉਹ ਕਿੱਧਰ ਨੂੰ ਜਾ ਰਹੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਨਾ ਕਿ ਉਹਨਾਂ ਨੇ ਜਿਹੜੇ ਸ਼ਬਦ ਵਰਤਦੇ ਹੁੰਦੇ ਸੀ ਕਿ ਮੰਦਬੁੱਧੀ ਬਾਲਕ, ਸੁਖਬੀਰ ਜੀ ਨੂੰ ਕਹਿੰਦੇ ਸੀ ਕਦੀ ਕਿਸੇ ਨੂੰ ਕੋਈ ਏਦਾਂ ਦੇ ਸ਼ਬਦ ਨਹੀਂ ਬੋਲਣੇ ਚਾਹੀਦੇ। ਅੱਜ ਭਗਵੰਤ ਮਾਨ ਜੀ ਦੇ ਉੱਤੇ ਲਾਗੂ ਹੋ ਰਹੇ ਨੇ ਉਹ। ਤੁਸੀਂ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਕਰਦੇ ਪਏ ਜੇ, ਤੁਹਾਨੂੰ ਇਹ ਨਹੀਂ ਪਤਾ ਕਿਸਾਨਾਂ ਦੇ ਕਰਜ਼ੇ ਕੀ ਨੇ, ਤੁਹਾਨੂੰ ਇਹ ਨਹੀਂ ਪਤਾ ਕਿ ਮੈਂ ਕੱਲ ਕਿਸੇ ਫੰਕਸ਼ਨ ਤੇ ਗਿਆ, ਉੱਥੇ ਬੋਰ ਕਰਨ ਵਾਲੇ ਮੈਨੂੰ ਇੱਕ ਪਰਮਜੀਤ ਸਿੰਘ ਸਹਿਗਲ ਮਿਲੇ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਜੀ ਤੁਸੀਂ ਕਿੰਨਾ ਬੋਰ ਕਰਦੇ ਜੇ? ਉਹ ਕਹਿੰਦੇ ਜੀ ਅਸੀਂ 800 ਤੋਂ ਲੈ ਕੇ 1200 ਫੁੱਟ ਤੱਕ। ਮੈਂ ਕਿਹਾ 800 ਤੋਂ ਲੈ ਕੇ 1200 ਫੁੱਟ ਮਤਲਬ ਇੰਨਾ ਲੰਮਾ? ਐਵਰੇਜ ਕਿੰਨਾ? ਕਹਿੰਦੇ ਐਵਰੇਜ ਤੇ 140 ਤੋਂ 160 ਤੇ ਪਾਣੀ ਆ ਜਾਂਦਾ, ਪਰ ਚੰਗਾ ਪਾਣੀ ਜਿਹੜਾ ਹੈਗਾ ਨਾ 800 ਤੋਂ ਬਾਅਦ ਸ਼ੁਰੂ ਹੁੰਦਾ। ਯਾਨੀ ਕਿ ਅੱਜ ਸਾਡੇ ਕੋਲ ਜਿਹੜੇ ਮਤਲਬ ਜ਼ਮੀਨ ਦਾ ਪਾਣੀ ਦਾ ਸਤਰ ਏਦਾਂ ਡਿੱਗਦਾ ਜਾ ਰਿਹਾ ਵਾ, ਉਹਦੇ ਉੱਤੇ ਇਹਨਾਂ ਕੋਈ ਗੱਲ ਨਹੀਂ ਹੈਗੀ। ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ 6 ਸੁਹਾਗਾ ਖੇਤੀ ਸ਼ੁਰੂ ਹੋਈ ਆ। ਕਦੀ ਆਪਣੇ ਕੈਮਰਾ ਔਰ ਆਪਣੀ ਟੀਮ ਨੂੰ ਤੁਸੀਂ ਭੇਜੋ ਔਰ ਕੋਸ਼ਿਸ਼ ਕਰਿਓ, ਤੁਸੀਂ ਵੀ ਆਪ ਜਾ ਕੇ ਵੇਖੋ ਫਗਵਾੜੇ ਲਾਗੇ, ਉੱਥੇ ਖੇਤੀ ਚੱਲਦੀ ਪਈ ਆ। 25-30 ਸਾਲਾਂ ਦੇ ਵਿੱਚ ਉਹਨਾਂ ਨੇ ਜ਼ਮੀਨ ਦਾ ਵਾਟਰ ਲੈਵਲ ਠੀਕ ਕਰ ਲੈਣਾ। ਏਦਾਂ ਦੇ ਲੈਵਲ ਦਾ ਵੀ ਕੰਮ ਪੰਜਾਬ ਚੱਲਦਾ ਪਿਆ, ਲੇਕਿਨ ਪੰਜਾਬ ਸਰਕਾਰ ਨੇ ਇਹਦੀ ਗੱਲ ਕਰਨੀ। ਕਿਉਂ ਨਹੀਂ ਗੱਲ ਕਰਨੀ? ਕਿਉਂਕਿ ਇਹਨਾਂ ਨੂੰ ਕੀ ਚਾਹੀਦਾ ਵਾ, ਅਸੀਂ ਆਪਣੀ ਪਬਲਿਸਿਟੀ ਕਰੀਏ, ਕਰੋੜਾਂ ਰੁਪਏ ਲਾਈਏ, ਤਾਂ ਕਿ ਦੂਸਰੇ ਸਟੇਟਸ ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਦੱਸਿਆ ਜਾਵੇ। ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ, ਗਲਤੀ ਨਾਲ ਜੇ ਕਿਤੇ 2 ਮਹੀਨੇ ਇਲੈਕਸ਼ਨ ਲੇਟ ਹੋ ਗਈ ਤੇ ਪੰਜਾਬ ਦੀ ਜਿੰਨੀ ਵੀ ਥੋੜੀ ਬਹੁਤੀ ਆਮਦਨ ਆ ਰਹੀ ਆ ਉਹ ਸਾਰੀ ਇਹਨਾਂ ਦੀ ਐਡਵਰਟਾਈਜ਼ਮੈਂਟ ਤੇ ਲੱਗ ਜਾਣੀ ਹੈ। ਤੁਸੀਂ ਦੇਖੋ ਨਾ, ਪੰਜਾਬ ਵਿਧਾਨ ਸਭਾ ਦੇ ਵਿੱਚ ਤੁਸੀਂ ਕਿਹਾ ਅਸੀਂ ਇਸ ਮੁੱਦੇ ਉੱਤੇ ਇਜਲਾਸ ਸੱਦਣਾ, ਫਿਰ ਤੁਸੀਂ ਮੁੜ ਘੁੜ ਉੱਥੇ ਹੀ ਆ ਗਏ। ਤੁਸੀਂ ਇਹਦਾ ਮਤਲਬ ਤੁਸੀਂ ਕੀ ਕੀਤਾ? ਤੁਸੀਂ ਤੋਹੀਨ ਕੀਤੀ ਹੈ। ਰਾਜਪਾਲ ਦੀ ਤੋਹੀਨ ਨਹੀਂ ਕੀਤੀ, ਰਾਜਪਾਲ ਦੇ ਡੈਕੋਰਮ ਦੀ ਤੋਹੀਨ ਕੀਤੀ ਹੈ। ਮੈਂ ਕਹਿੰਦਾ ਤੁਸੀਂ ਉਹਨਾਂ ਦੇ ਨਾਮ ਦੀ ਤੋਹੀਨ ਨਹੀਂ ਕੀਤੀ, ਉਸ ਨਾਮ ਦੇ ਪਿੱਛੇ ਜਿਹੜਾ ਡੈਕੋਰਮ ਹੈ, ਜਿਹੜਾ ਕਿ ਅਸ਼ੋਕਾ ਦੇ ਨਿਸ਼ਾਨ ਦਾ ਹੈ ਔਰ ਜਿਹੜਾ ਕਿ ਭਾਰਤ ਸਰਕਾਰ ਦਾ ਨਿਸ਼ਾਨ ਹੈ, ਤੁਸੀਂ ਉਹਨੂੰ ਤੋਹੀਨ ਕੀਤੀ ਹੈ। ਕੀ ਇੰਨਾ ਕੀ ਚਾਅ ਚੜਿਆ ਸੀ ਇਹਨਾਂ ਨੂੰ ਮਤੇ ਦੀ ਗੱਲ ਕਰਨੀ? ਹੁਣ ਬੰਦਾ ਪੁੱਛੇ ਵੀ ਹੁਣ ਤੁਹਾਡੀ ਸਰਕਾਰ ਬਚ ਗਈ ਹੈ ਜਾਂ ਪਹਿਲਾਂ ਸਰਕਾਰ ਤੁਹਾਡੀ ਟੁੱਟਣ ਦੀ ਸੀਗੀ? ਮਤਲਬ ਤੁਸੀਂ ਇਹ ਦੇਖੋ ਨਾ ਵੀ ਇਹ ਕਰਦੇ ਕੀ ਪਏ ਨੇ। ਆਮ ਆਦਮੀ ਪਾਰਟੀ ਦਾ ਇਜਲਾਸ ਹੋਵੇ, ਤੁਸੀਂ ਕਿਹਾ ਬਿਜਲੀ ਦੇ ਸਮਝੌਤਿਆਂ ਦੀ ਉੱਤੇ ਗੱਲ ਕਰਨੀ ਆ, ਪਰਾਲੀ ਦੀ ਗੱਲ ਕਰਨੀ ਆ, ਹਾਂਜੀ, ਤੇ ਤੁਸੀਂ ਗੱਲ ਕੀ ਕਰਦੇ ਪਏ ਜੇ? ਫਿਰ ਇੱਕ ਲਾਈਨ 'ਚ ਬੋਲਿਆ ਜੀ ਅਸੀਂ ਇੱਕ ਵਾਂ, ਤੇ ਦੂਜੇ ਨੇ ਉਹਦਾ ਹੁੰਗਾਰਾ ਭਰਤਾ ਤੇ ਆਨਰੇਬਲ ਸਪੀਕਰ ਸਾਹਿਬ ਨੇ ਕਿਹਾ ਜੀ ਸੀਐਮ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਬੋਲਿਆ ਤਾਂ ਵੀ ਨਹੀਂ ਗਿਆ ਸੀਐਮ ਸਾਹਿਬ ਦੇ ਕੋਲ। ਉਹ ਦੁਖੀ ਨਜ਼ਰ ਆਏ ਉਸ ਬੋਲ ਦੇ ਵਿੱਚ ਵੀ ਬੋਲਣ ਕੀ। ਅਸੀਂ ਜਦ ਤੁਹਾਡੇ ਕੋਲ, ਮੈਂ ਹੀ ਨਹੀਂ ਮੰਗਦਾ ਪਿਆ, ਮੇਰੀ ਪਾਰਟੀ ਨਹੀਂ ਮੰਗਦੀ ਪਈ, ਆਪੋਜੀਸ਼ਨ ਦੀਆਂ ਸਾਰੀਆਂ ਪਾਰਟੀਆਂ ਤੁਹਾਡੇ ਕੋਲ ਚੀਜ਼ ਨਹੀਂ ਮੰਗਦੀਆਂ ਪਈਆਂ, ਤੁਸੀਂ ਆਪ ਹੀ ਕਹਿੰਦੇ ਨਹੀਂ ਅਸੀਂ ਆਪਣੇ ਆਪ ਦੀ ਪਰਖ ਕਰਨੀ ਆ। ਬਈ ਜਿੱਥੇ ਇੱਕ ਨਾ ਪੰਜਾਬੀ ਦੀ ਇੱਕ ਗੱਲ ਮੈਨੂੰ ਬੜੀ ਵਧੀਆ, ਮੈਂ ਪੜ੍ਹਦਾ ਹੁੰਦਾ ਸੀ, ਮੇਰੇ ਟੀਚਰ ਨੇ ਗੱਲ ਸਮਝਾਈ ਸੀ ਵੀ ਜਿੱਥੇ ਵਿਸ਼ਵਾਸ ਹੋਵੇ ਉੱਥੇ ਸਬੂਤ ਨਹੀਂ ਮੰਗੀਦੇ, ਤੇ ਜਿੱਥੇ ਵਿਸ਼ਵਾਸ ਨਾ ਹੋਵੇ ਉੱਥੇ ਸਬੂਤ ਕੰਮ ਨਹੀਂ ਆਉਂਦੇ। ਜੇ ਇਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੈਗਾ ਲੋਕਤੰਤਰ ਦੇ ਉੱਤੇ, ਤੇ ਇਹ ਕਿਹੜੇ ਸਬੂਤ ਦੇ ਰਹੇ ਨੇ? ਮੈਂ ਤੇ ਜਿਸ ਦਿਨ ਇਹਨਾਂ ਨੇ ਪਹਿਲੇ ਦਿਨ ਗੱਲ ਕੀਤੀ ਸੀਗੀ, ਮੇਰੀ ਉਸ ਦਿਨ ਦੀ ਵੱਖ-ਵੱਖ ਚੈਨਲਾਂ ਤੇ ਮੈਂ ਘੱਟੋ ਘੱਟ 20 ਤੋਂ ਵੱਧ ਡਿਬੇਟਸ ਕਰ ਚੁੱਕਿਆ ਇਹਨਾਂ 15 ਦਿਨਾਂ ਦੇ ਵਿੱਚ। ਔਰ ਮੈਂ ਉਹਦੇ 'ਚ ਇੱਕੋ ਗੱਲ ਕਹਿਣਾ ਵਾ ਕਿ ਜੇ ਤੁਹਾਨੂੰ ਲੱਗਦਾ ਵਾ ਕਿ ਤੁਹਾਡੇ ਨਾਲ ਜਨਤਾ ਹੈਗੀ, ਜਨਤਾ ਦਾ ਮੈਂਡੇਟ ਹੈਗਾ, ਤੁਸੀਂ ਕੁਛ ਨਾ ਕਰੋ, ਅਸਤੀਫੇ ਦਿਓ ਸਾਰੇ ਆਨਰੇਬਲ ਐਮਐਲਏ ਸਾਹਿਬਾਨ, ਤੇ ਇਲੈਕਸ਼ਨ ਦੁਬਾਰਾ ਕਰਾ ਲਓ। ਜੇ ਤੁਹਾਨੂੰ ਲੱਗਦਾ ਵਾ ਦਿੱਲੀ ਵਿੱਚ ਵੀ ਜਦੋਂ ਸੀਐਮ ਕੇਜਰੀਵਾਲ ਨੇ ਕਾਂਗਰਸ ਦਾ ਸਮਰਥਨ ਤੋੜਿਆ ਸੀ, ਉਦੋਂ ਇਹਨਾਂ ਨੂੰ ਬਾਅਦ ਚ ਪ੍ਰਚੰਡ ਬਹੁਮਤ ਮਿਲ ਗਿਆ ਸੀ, ਤੁਸੀਂ ਜੇ ਤੁਹਾਨੂੰ ਲੱਗਦਾ ਕਿ ਏਦਾਂ ਦੀ ਗੱਲ ਹੈਗੀ ਆ ਤੇ ਭਾਈ ਤੁਸੀਂ ਟਰਾਈ ਕਰਕੇ ਵੇਖ ਲਿਓ ਕਿ ਫਿਰ ਦੁਬਾਰਾ, ਤੁਹਾਨੂੰ ਪਤਾ ਲੱਗ ਜਾਏਗਾ ਪੰਜਾਬ ਦੀ ਜਨਤਾ ਕੀ ਕਿੱਥੇ ਤੁਹਾਨੂੰ ਸਟੈਂਡ ਕਰਾਉਂਦੀ ਪਈ ਆ। ਔਰ ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਨਹੀਂ ਚੁਣਨਾ ਜੀ, ਪੰਜਾਬ ਦੀ ਜਨਤਾ ਦਾ ਮੂਡ ਆ, ਪਰ ਸੰਗਰੂਰ ਉਹਦਾ ਇੱਕ ਆਇਨਾ ਵੀ ਆ ਜੀ, ਇੱਕ ਦਰਪਣ ਆ। ਲੋਕਾਂ ਨੇ ਇੱਕ ਦਰਪਣ ਵਿਖਾਤਾ
ਕਿ ਆਹ ਦੇਖ ਲਓ, ਸਾਰੀਆਂ ਪਾਰਟੀਆਂ ਨੂੰ ਅਸੀਂ ਰਿਜੈਕਟ ਕਰਤਾ, ਪਰ ਕਿਹਨਾਂ ਨੂੰ ਲੈ ਕੇ ਆਉਂਦਾ? ਜਿਨ੍ਹਾਂ ਨੇ ਸਰਦਾਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦੇ ਉੱਤੇ ਟਿੱਪਣੀ ਕੀਤੀ ਸੀਗੀ, ਜਿਨ੍ਹਾਂ ਨੂੰ ਕਿ ਮੋਦੀ ਜੀ ਨੇ ਚੰਡੀਗੜ੍ਹ ਦੇ 에ਅਰਪੋਰਟ ਦਾ ਨਾਮ ਉਹਨਾਂ ਦੇ ਨਾਮ ਦੇ ਵਿੱਚ ਰੱਖਿਆ ਕਿ ਕੌਮ ਦੇ ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਸਰੂਪ ਨਾਮ ਰੱਖਿਆ ਉਸ 에ਅਰਪੋਰਟ ਦਾ। ਇਹ ਕੱਲੀ ਸੱਸੀ ਪੁੰਨੂ ਹੀਰ ਰਾਂਝਾ ਸੋਹਣੀ ਮਹੀਵਾਲ ਦੀ ਧਰਤੀ ਨਹੀਂ ਹੈਗੀ, ਇਹ ਧਰਤੀ ਵੀਰਾਂ ਪੀਰਾਂ ਪੈਗੰਬਰਾਂ ਦੀ ਵੀ ਤੇ ਵੀਰਾਂ ਦੀ ਵੀ ਆ। ਉਹ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਕਿ ਨਿਰੇ ਇਸ਼ਕ ਦੇ ਨਹੀਂ ਪਾਏ ਤਾਂਦੇ ਅਸੀਂ ਚਰਖੜੀਆਂ ਤੇ ਵੀ ਚੜੇ ਆਂ, ਅੱਗ ਵਾਂਗ ਵਿੱਚ ਮੈਦਾਨ ਦੇ ਮਚੀਏ ਤੇ 1.25 ਲੱਖ ਨਾਲ ਇੱਕ ਲੜੇ ਆਂ। ਇਹ ਸੋਹਣੀ ਦਾ ਕੱਚਾ ਘੜਾ ਨਹੀਂ ਜਿਹੜਾ ਖੁਰ ਜਾਵੇ, ਅਸੀਂ ਉਬਲਦੀਆਂ ਦੇਗਾਂ 'ਚ ਵੀ ਕੜੇ ਆਂ ਤੇ ਸੀਸ ਦੇ ਕੇ ਤਰ ਦਈਏ ਜਿੱਥੋਂ ਦੀ ਫੀਸ ਉਹਨਾਂ ਸਕੂਲਾਂ ਦੇ ਅਸੀਂ ਪੜ੍ਹੇ ਆਂ। ਭਗਵੰਤ ਮਾਨ ਸਾਹਿਬ ਪੰਜਾਬੀ ਨੇ, ਉਹ ਪੰਜਾਬੀਆਂ ਦੀ ਗੱਲਾਂ ਤਾਂ ਕਰ ਸਕਦੇ ਨੇ, ਲੇਕਿਨ ਕੇਜਰੀਵਾਲ ਸਾਹਿਬ, ਰਾਘਵ ਚੱਡਾ, ਸੰਜੇ ਸਿੰਘ ਜੀ ਤੇ ਇਹਦੇ ਨਾਲ ਉਹ ਬੰਦੇ ਜਿਹੜੇ ਇੱਕ MLA ਤੇ ਜਾਂ ਦਿੱਲੀ ਤੋਂ ਲਿਆ ਕੇ ਟੀਮਾਂ ਬਿਠਾਤੀਆਂ ਨੇ, ਉਹਨਾਂ ਨੂੰ ਪੰਜਾਬ ਤੇ ਪੰਜਾਬੀਅਤ ਬਾਰੇ ਕੁਝ ਨਹੀਂ ਪਤਾ। ਬਹੁਤ ਧੰਨਵਾਦ ਚੇਤਨ ਜੀ, ਬਹੁਤ ਧੰਨਵਾਦ ਕੁਲਜੀਤ ਜੀ ਸਾਡੇ ਨਾਲ ਜੁੜੇ। ਇਸ ਤੋਂ ਪਹਿਲਾਂ ਜਿਹੜੇ ਅਕਾਲੀ ਦਲ ਦੇ ਬੁਲਾਰੇ ਸੀਗੇ ਉਹ ਵੀ ਸਾਡੇ ਨਾਲ ਜੁੜੇ ਸੀਗੇ। ਇਹ ਮੁੱਦਾ ਇਹ ਸੀਗਾ ਕਿ ਵਿਧਾਨ ਸਭਾ ਸੈਸ਼ਨ ਜ਼ਰੂਰ ਬੁਲਾਇਆ ਗਿਆ, ਲੇਕਿਨ ਇੱਕ ਸੈਸ਼ਨ ਸਰਕਾਰ ਦਾ ਚੱਲਿਆ ਜਿੱਥੇ ਕਿ ਭਗਵੰਤ ਮਾਨ ਵੀ ਬੋਲੇ, CM ਵੀ ਬੋਲੇ, ਲੇਕਿਨ ਦੂਜੇ ਪਾਸੇ ਕਾਂਗਰਸ ਵੱਲੋਂ ਮੌਕ ਸੈਸ਼ਨ ਚਲਾਇਆ ਗਿਆ। ਕਿਹਾ ਗਿਆ ਕਿ ਇਸ ਸਰਕਾਰ ਨੂੰ ਜਿਹੜਾ ਹੈ ਭੰਗ ਕਰਕੇ ਫਰੈਸ਼ ਇਲੈਕਸ਼ਨ ਕਰਨੇ ਚਾਹੀਦੇ। ਜੇ ਕਿ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਜਾਂਦੀ ਹੈ, ਜੇਕਰ ਵਿਸ਼ਵਾਸ ਮਤੇ ਦੀ ਗੱਲ ਕੀਤੀ ਜਾਂਦੀ ਹੈ। ਤੀਜੇ ਪਾਸੇ ਪੰਜਾਬ ਭਾਜਪਾ ਵੱਲੋਂ ਜਨਤਾ ਦੀ ਵਿਧਾਨ ਸਭਾ ਚਲਾਈ ਗਈ ਜਿੱਥੇ ਕਿ ਪੰਜਾਬ ਦੇ ਮੁੱਦੇ ਚੁੱਕੇ ਗਏ, ਲੇਕਿਨ ਅਸਲ ਮਾਇਨੇ ਦੇ ਵਿੱਚ ਪੰਜਾਬ ਦੇ ਜਿਹੜੇ ਮੁੱਦੇ ਹੈ ਕਿ ਉਹਨਾਂ ਬਾਰੇ ਮੁੱਖ ਮੰਤਰੀ ਜਾਂ ਫਿਰ ਹੋਰ ਕਿਸੇ ਜਿਹੜੇ ਕੈਬਨਿਟ ਮਿਨਿਸਟਰ ਕਿਸੇ ਨੇ ਕੁਝ ਕਿਹਾ, ਇਹ ਕਿਤੇ ਵੀ ਬਿਆਨ ਸਾਹਮਣੇ ਨਹੀਂ ਆਇਆ, ਬਲਕਿ ਜੰਮ ਕੇ ਰਾਜਨੀਤੀ ਹੋਈ, ਜੰਮ ਕੇ ਹੰਗਾਮਾ ਹੁਆ। ਹਾਲਾਂਕਿ ਦੇਖਣਾ ਇਹ ਹੋਵੇਗਾ ਕਿ ਹੁਣ ਜਿਹੜਾ ਸੈਸ਼ਨ ਅੱਗੇ ਆਏਗਾ ਉਸ ਵਿੱਚ ਕੀ ਮੁੱਦੇ ਡਿਸਕਸ ਹੋਣਗੇ ਜਾਂ ਫਿਰ ਅਜਿਹੀ ਚੀਜ਼ਾਂ, ਅਜਿਹੀ ਸਿਆਸਤ ਹੋਵੇਗੀ ਤੇ ਪੰਜਾਬ ਦੀ ਜਨਤਾ ਇੱਕ ਵਾਰ ਫਿਰ ਤੋਂ ਨਿਰਾਸ਼ ਹੋਏਗੀ। ਕਿਉਂਕਿ ਜਿਵੇਂ ਕਿ ਪਹਿਲੇ ਵੀ ਦੱਸਿਆ ਗਿਆ ਸੀ, ਇੱਕ ਸੈਸ਼ਨ ਦੇ ਵਿੱਚ ਤਕਰੀਬਨ 90 ਲੱਖ ਤੋਂ 1 ਕਰੋੜ ਦਾ ਖਰਚਾ ਆਉਂਦਾ ਹੈ ਤੇ ਇਹ ਸਾਰਾ ਪੈਸਾ ਪੰਜਾਬ ਦੀ ਜਨਤਾ ਦਾ ਹੈ। ਪਹਿਲਾਂ ਹੀ ਜਿਹੜਾ ਪੰਜਾਬ ਦੇ ਕੋਲ ਪੈਸਾ ਨਹੀਂ ਹੈ ਤੇ ਜੇਕਰ ਅਜਿਹੀ ਤਰੀਕੇ ਦੇ ਨਾਲ ਜਨਤਾ ਦੀ ਆਵਾਜ਼, ਜਨਤਾ ਦੇ ਮੁੱਦੇ ਨਹੀਂ ਐਡਰੈਸ ਕਰਨੇ ਤੇ ਫਿਰ ਅਜਿਹੇ ਸੈਸ਼ਨਸ ਦਾ ਕੋਈ ਮਤਲਬ ਨਹੀਂ ਹੈ। ਫਿਲਹਾਲ ਦੇਖਣਾ ਇਹ ਹੋਵੇਗਾ ਕਿ ਹੁਣ ਜਿਹੜਾ ਸੈਸ਼ਨ ਹੋਏਗਾ 29 ਸਤੰਬਰ ਨੂੰ, ਉਸ ਵਿੱਚ ਕਿਹੜੇ ਮੁੱਦੇ ਡਿਸਕਸ ਕੀਤੇ ਜਾਂਦੇ ਨੇ। ਤੇ ਮੈਨੂੰ ਦੇ ਇਜਾਜ਼ਤ, ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਨੂੰ ਲੈ ਕੇ। ਸਤਿ ਸ਼੍ਰੀ ਅਕਾਲ।